ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ। ਮੈਂ ਹਾਂ ਮੋਹਿਤ ਰੂਬਲ। ਪ੍ਰੋਗਰਾਮ ਇਲੈਕਸ਼ਨ ਆਰ ਦੇ ਵਿੱਚ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਦੋਸਤੋ, ਅਸੀਂ ਗੱਲ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਦੀਆਂ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ 2022 ਦੇ ਵਿੱਚ, ਉਹਦੇ ਰਿਗਾਰਡਿੰਗ। ਸੋ ਗੱਲ ਕਰੀਏ ਤਾਂ ਇਸ ਵਕਤ ਜੋ ਚੁਣਾਵੀ ਮਾਹੌਲ ਹੈ ਉਹਦੇ ਵਿੱਚ ਇੱਦਾਂ ਲੱਗ ਰਿਹਾ ਕਿ ਜਿੰਨੀਆਂ ਸਿਆਸੀ ਪਾਰਟੀਆਂ ਨੇ ਉਹ ਜਿਹੜਾ ਅਲੱਗ-ਅਲੱਗ ਜਿਹੜਾ ਤਾਣਾ ਬਾਣਾ ਉਹ ਬੜਾ ਉਲਝਿਆ ਲੱਗਦਾ। ਵੈਸੇ ਕਦੀ-ਕਦੀ ਤਾਂ ਬੜਾ ਉਲਝਿਆ ਲੱਗਦਾ ਤੇ ਕਦੇ-ਕਦੇ ਇੱਦਾਂ ਲੱਗਦਾ ਕਿ ਬਿਲਕੁਲ ਇੱਕ ਸਿੱਧੀ ਜੀ ਤਾਂਤੇ ਤੇ ਸਾਫ਼ ਦਿਖ ਰਹੀ ਹੈ ਕਿ ਕੌਣ ਕਿੱਧਰੋਂ ਜੁੜ ਰਿਹਾ ਤੇ ਕਿਹਦੇ ਨਾਲ ਜੁੜਿਆ ਹੋਇਆ। ਪਰ ਇਸ ਸਭ ਦੇ ਵਿੱਚ ਤਾਣੇ ਬਾਣੇ ਦੇ ਵਿੱਚ ਕੀ ਅਸੀਂ ਪੰਜਾਬ ਦੇ ਅਸਲ ਮੁੱਦਿਆਂ ਤੋਂ ਭਟਕਤਾ ਨਹੀਂ ਰਹੇ? ਸੋ ਉਹਨਾਂ ਮੁੱਦਿਆਂ ਦੇ ਉੱਪਰ ਗੱਲਬਾਤ ਕਰਨ ਲਈ ਅੱਜ ਫੇਰ ਅਸੀਂ ਪ੍ਰੋਗਰਾਮ ਵਿੱਚ ਜੁੜ ਚੁੱਕੇ ਹਾਂ ਤੇ ਅੱਜ ਫੇਰ ਅਲੱਗ-ਅਲੱਗ ਪਾਰਟੀਆਂ ਦੇ ਨੁਮਾਇੰਦੇ ਸਾਡੇ ਨਾਲ ਜੁੜ ਚੁੱਕੇ ਨੇ। ਜਿਵੇਂ ਅਕਾਲੀ ਦਲ ਪਾਰਟੀ ਤੋਂ ਸਾਡੇ ਨਾਲ ਜੁੜੇ ਨੇ ਬਲਵਿੰਦਰ ਸਿੰਘ ਭੁੱਲਰ, ਆਮ ਆਦਮੀ ਪਾਰਟੀ ਦੇ ਸਾਡੇ ਨਾਲ ਜੁੜੇ ਨੇ ਰਮਨ ਚੰਦੀ ਜੀ ਤੇ ਕਾਂਗਰਸ ਪਾਰਟੀ ਤੋਂ ਸਾਡੇ ਨਾਲ ਜੁੜੇ ਨੇ ਰੋਬਨਦੀਪ ਸਿੰਘ ਭੁੱਲਰ। ਸੋ ਜਿਵੇਂ ਕਿ ਮੈਂ ਪ੍ਰੋਗਰਾਮ ਦੀ ਸਟਾਰਟਿੰਗ ਵਿੱਚ ਕਿਹਾ ਕਿ ਜਿਹੜਾ ਤਾਣਾ ਬਾਣਾ ਨਾ ਉਲਝਿਆ ਤਾਂ ਦਿਖਦਾ, ਪਰ ਹੁਣ ਪਿਛਲੇ ਕੁਝ ਕੁ ਦਿਨਾਂ ਤੋਂ ਤਾਂ ਲੱਗ ਰਿਹਾ ਕਿ ਨਹੀਂ, ਸਾਫ਼-ਸਾਫ਼ ਵੀ ਦਿਖ ਰਿਹਾ। ਕਿਉਂਕਿ ਹੁਣ ਇਲੈਕਸ਼ਨ ਇੰਨੇ ਨੇੜੇ ਆ ਚੁੱਕੇ ਨੇ, ਹਰ ਇੱਕ ਪਾਰਟੀ ਆਪਣੇ ਆਪਣੇ ਨਾ ਜਿਹੜੇ ਕਹਿ ਲਈਏ ਕਿ ਸ਼ਤਰੰਜ ਵਾਂਗੂ ਆਪਣੇ ਪਾਸੇ ਸਿੱਟ ਰਹੀ ਹੈ। ਸੋ ਹੁਣ ਜੇਕਰ ਗੱਲ ਕੀਤੀ ਜਾਵੇ ਕਿ ਇੰਨੇ ਕੋਲ ਆ ਕੇ ਹੈ ਨਾ, ਮਜੀਠੀਆ ਜੀ ਦੇ ਉੱਪਰ ਹੁਣ ਕੇਸ ਹੋ ਜਾਂਦਾ ਹੈ। ਹੁਣ ਤਾਂ ਅੱਜ ਖਬਰ ਆਈ ਹੈ ਕਿ ਹਾਂ ਵੀ ਲੁੱਕ ਆਊਟ ਨੋਟਿਸ ਵੀ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਗਿਆ। ਹੁਣ ਉਹਨਾਂ ਦੀ ਭਾਲ ਹੋ ਰਹੀ ਹੈ, ਉਹਨਾਂ ਦੇ ਉੱਪਰ ਛਾਪੇ ਮਾਰੇ ਜਾ ਰਹੇ ਨੇ ਉਹਨਾਂ ਦੀ ਥਾਵਾਂ ਦੇ ਉੱਪਰ। ਸੋ ਇਲੈਕਸ਼ਨਾਂ ਦੇ ਬਿਲਕੁਲ ਨੇੜੇ ਆ ਕੇ ਆਹ ਚੀਜ਼ ਹੋਣੀ, ਇਸ ਤੋਂ ਵੱਡੀ ਗੱਲ ਹੈ ਕਿ ਕਾਫੀ ਵੱਡੇ ਵੱਡੇ ਚਿਹਰੇ ਜਿਹੜੇ ਪਹਿਲਾਂ ਤਾਂ ਕਹਿੰਦੇ ਸੀਗੇ ਕਿ ਹਾਂ ਵੀ ਵਾਕਈ ਜੇ ਜੋ ਚੀਜ਼ ਕੋਈ ਹੈ, ਕੋਈ ਦੋਸ਼ੀ ਹੈ, ਉਹਦੇ ਉੱਪਰ ਕੇਸ ਹੋਣਾ ਚਾਹੀਦਾ, ਉਹਨੂੰ ਫੜਿਆ ਜਾਣਾ ਚਾਹੀਦਾ, ਪਰ ਹੁਣ ਉਹਨਾਂ ਦੀ ਹਮਾਇਤ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਕੁਝ ਲੋਕ। ਸੋ ਸਭ ਤੋਂ ਪਹਿਲਾਂ ਤਾਂ ਇਸ ਪੂਰੇ ਸਿਨੈਰੀਓ ਬਾਰੇ ਮੈਂ ਬਲਵਿੰਦਰ ਸਿੰਘ ਭੁੱਲਰ ਹੋਣਾ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗਾ ਕਿ ਜਨਾਬ ਤੁਸੀਂ ਕੀ ਸੋਚਦੇ ਹੋ ਕਿ ਜੋ ਇਸ ਵਕਤ ਪੰਜਾਬ ਦੇ ਵਿੱਚ ਚੱਲ ਰਿਹਾ, ਜੋ ਪਾਵਰ ਦਾ ਮਿਸਯੂਜ਼ ਕਹਿ ਲਓ ਜਾਂ ਫਿਰ ਕਹਿ ਲਓ ਕਿ ਇਲੈਕਸ਼ਨਾਂ ਦੇ ਨੇੜੇ ਆ ਕੇ ਲੋਕਾਂ ਨੂੰ ਅਲੱਗ ਤਰੀਕੇ ਨਾਲ ਜਿਹੜਾ ਭਰਮਾਇਆ ਜਾ ਰਿਹਾ, ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਬਲਵਿੰਦਰ ਸਿੰਘ ਭੁੱਲਰ ਜੀ? ਜੀ ਪਿਛਲੀ ਵਾਰ ਜੋ ਆਪਣੀ ਡਿਬੇਟ ਹੋਈ ਸੀਗੀ, ਉਸ ਵਕਤ ਹੀ ਮੈਂ ਇੱਕ ਗੱਲ ਕਹੀ ਸੀਗੀ ਕਿ ਪਾਵਰ ਦਾ ਮਿਸਯੂਜ਼ ਹਰ ਪੱਖ ਤੋਂ ਹਰ ਬੰਦਾ ਜਿੰਨੇ ਉਹਦੇ ਕੋਲ ਜ਼ੋਰ ਲੱਗਦਾ ਉਹ ਲਗਾ ਕੇ ਕਰ ਰਿਹਾ ਹੈ ਜੀ। ਕਿਉਂਕਿ ਪਿਛਲੀ ਵਾਰ ਇਹ ਗੱਲ ਚੱਲੀ ਸੀ ਜੋ ਸਰਸਾ ਜੀ ਅਕਾਲੀ ਦਲ ਨੂੰ ਛੱਡ ਕੇ ਬੀਜੇਪੀ ਜੁਆਇਨ ਕੀਤੀ ਸੀ। ਜੀ ਜੀ। ਉਦੋਂ ਵੀ ਮੈਂ ਇਹ ਗੱਲ ਕਹੀ ਸੀਗੀ ਕਿ ਇਹ ਅੱਤ ਦਰਜੇ ਦੀ, ਨੀਵੇਂ ਦਰਜੇ ਦੀ ਸਿਆਸਤ ਹੈ ਕਿ ਸਰਸਾ ਜੀ ਦੇ ਉੱਤੇ ਪ੍ਰੈਸ਼ਰ ਬਣਾ ਕੇ ਉਹਨਾਂ ਨੂੰ ਇਸ ਤਰ੍ਹਾਂ ਲੋਕਾਂ ਹਾਲਾਤ ਪੈਦਾ ਕੀਤੇ ਜਾਂਦੇ ਹੈ ਕਿਸੇ ਵੀ ਬੰਦੇ ਨੂੰ ਕਿ ਬਈ ਜਾਂ ਤਾਂ ਤੂੰ ਪਾਰਟੀ ਛੱਡ ਕੇ ਸਾਡੇ ਨਾਲ ਆ ਜਾ ਤੇ ਜਾਂ ਫਿਰ ਤੇਰੇ ਤੇ ਆ ਪਰਚੇ ਦਰਜ ਹੋ ਜਾਣਗੇ, ਤੇਰਾ ਹੋ ਜਾਊਗਾ, ਤੇਰਾ ਹੋ ਜਾਊਗਾ। ਮੈਂ ਇਹ ਗੱਲ ਕਹਿਣਾ ਵੀ ਜੇਕਰ ਬੰਦਾ ਡਿਫਾਲਟਰ ਹੈ ਤਾਂ ਕੀ ਉਹ ਪਾਰਟੀ ਬਦਲਣ ਤੋਂ ਬਾਅਦ ਸਾਫ਼ ਸੁਥਰਾ ਹੋ ਜਾਂਦਾ? ਜੇ ਸਰਸਾ ਜੀ ਸਾਡੇ 'ਚ ਸੀਗੇ ਤਾਂ ਡਿਫਾਲਟਰ ਸੀ, ਤੇ ਜੇ ਬੀਜੇਪੀ ਜੁਆਇਨ ਕਰ ਗਏ ਤਾਂ ਦੁੱਧ ਧੋਤੇ ਹੋ ਗਏ। ਦੇਖੋ ਇਸੇ ਤਰ੍ਹਾਂ ਹੀ ਅੱਜ ਜਿਹੜਾ ਹੈਗਾ ਉਹ ਮਜੀਠੀਆ ਸਾਹਿਬ ਤੇ ਪ੍ਰੈਸ਼ਰ ਬਣਾਉਣ ਵਾਸਤੇ ਔਰ ਕਾਂਗਰਸ ਵੱਲੋਂ ਆਪਦੀ ਧੁੰਦਲੀ ਹੋ ਰਹੀ ਜਿਹੜਾ ਐਲਾਨਜੀਤ ਸਿੰਘ ਅੱਜ ਕੱਲ ਚੰਨੀ ਬਣ ਚੁੱਕਿਆ ਨਾ, ਉਸਨੇ ਆਪਦੀ ਧੁੰਦਲੀ ਹੋ ਰਹੀ ਹਾਲਾਤਾਂ ਨੂੰ ਪਲੱਸ ਨਾਲ ਦੂਜੇ ਪਾਸੇ ਤੇ ਸਿੱਧੂ ਵੱਲੋਂ ਜਦੋਂ ਦੀ ਪ੍ਰਧਾਨਗੀ ਸੰਭਾਲੀ ਗਈ ਹੈ ਕੋਈ ਤਾਲਮੇਲ ਆਪਸ ਦੇ ਵਿੱਚ ਨਾ ਹੋਣ ਕਾਰਨ ਸਿੱਧੂ ਨੂੰ ਬਿਨਾਂ ਪੁੱਛੇ ਹਰ ਕੰਮ ਹੋਣਾ ਸ਼ੁਰੂ ਹੋ ਗਿਆ। ਉਸ ਦੇ ਵਿੱਚ ਆਪਦੀ ਇਮੇਜ ਨੂੰ ਅਪ ਕਰਨ ਦੇ ਲਈ ਸਿੱਧੂ ਵੱਲੋਂ ਏਦਾਂ ਦੇ ਡਰਾਮੇਬਾਜ਼ੀ ਜਿਹੜੀ ਸਿੱਧੂ ਵੱਲੋਂ ਤੇ ਚੰਨੀ ਜੋੜੀ ਵੱਲੋਂ ਕੀਤੀ ਜਾ ਰਹੀ ਹੈ, ਜਿਹੜੀ ਕਿ ਅਤ ਨਿੰਦਣਯੋਗ ਹੈ। ਮੈਂ ਇਕੱਲਾ ਇੱਥੇ ਇਹਨਾਂ ਨੂੰ ਦੋਸ਼ੀ ਨਹੀਂ ਕਹਾਂਗਾ, ਦੂਜੇ ਪਾਸੇ ਤੇ ਕਾਂਗਰਸ ਦੇ ਦਿਗਵਜ ਲੀਡਰ ਤੋੜ ਕੇ ਬੀਜੇਪੀ ਆਪਦੇ ਸ਼ਾਮਲ ਕਰ ਰਹੀ ਹੈ। ਇਹ ਬਹੁਤ ਹੀ ਮਾੜੀ ਹੈ ਔਰ ਇਹ ਆਉਣ ਵਾਲੇ ਟਾਈਮ ਵਿੱਚ ਮਾੜੀਆਂ ਪਿਰਤਾਂ ਪੈ ਰਹੀਆਂ ਨੇ, ਜਿਹਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਦੇਸ਼ ਦਾ, ਪੰਜਾਬ ਦਾ, ਸਭ ਦਾ ਭਾਰੀ ਨੁਕਸਾਨ ਹੋਊਗਾ। ਕਿਉਂਕਿ ਇੱਕ ਪਿਰਤ ਬਣ ਜਾਣੀ ਹੈ ਕਿ ਜਿਹੜਾ ਬੰਦਾ ਸੈਂਟਰ 'ਚ ਆ ਗਿਆ ਉਹ ਸੈਂਟਰ ਦੀ ਪਾਵਰ ਵਰਤ ਕੇ ਕਾਂਗਰਸ ਨੂੰ ਤੋੜ ਰਹੀ ਹੈ, ਅਕਾਲੀ ਦਲ ਨੂੰ ਤੋੜ ਰਹੀ ਹੈ, ਕਾਂਗਰਸ ਦਾ ਜ਼ੋਰ ਲਗਾ ਕੇ ਆਮ ਆਦਮੀ ਪਾਰਟੀ ਦੇ ਐਮਐਲਏ ਤੋੜ ਰਹੀ ਹੈ, ਕਾਂਗਰਸ ਝੂਠੇ ਪਰਚੇ ਦਰਜ ਕਰਕੇ ਡਰਾ ਧਮਕਾ ਕੇ ਅਕਾਲੀ ਵਰਕਰਾਂ ਨੂੰ ਘਰੇ ਬਿਠਾਉਣਾ ਚਾਹੁੰਦੀ ਹੈ, ਜੋ ਕਿ ਬੇਸ਼ੱਕ ਇਸ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਅਸੀਂ ਤਾਂ ਇੰਦਰਾ ਗਾਂਧੀ ਐਮਰਜੈਂਸੀ ਵੀ ਕੱਟੀ ਹੋਈ ਹੈ, ਅਸੀਂ ਤਾਂ ਜੇਲ੍ਹਾਂ ਵੀ ਕੱਟੀਆਂ ਹੋਈਆਂ, ਅਸੀਂ ਸਾਰਾ ਕੁਝ ਦੇਖਿਆ ਹੈ। ਅਕਾਲੀ ਦਲ ਪੈਦਾ ਹੀ ਸੰਘਰਸ਼ 'ਚ ਹੋਈ ਵੀ ਪਾਰਟੀ ਹੈ, ਠੀਕ ਹੈ, ਸੰਘਰਸ਼ ਵਾਸਤੇ ਪੈਦਾ ਹੋਈ ਹੈ ਔਰ ਸੰਘਰਸ਼ ਕਰਦੀ ਰਹੂਗੀ। ਸਾਨੂੰ ਇਸ ਗੱਲ ਦਾ ਕੋਈ ਡਰ ਨਹੀਂ ਹੈ, ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਇਹ ਜਿਹੜੀਆਂ ਨੀਵੇਂ ਦਰਜੇ ਦੀ ਸਿਆਸਤ ਕੀਤੀ ਜਾ ਰਹੀ ਹੈ ਇਹਦੇ ਤੇ ਥੋੜੀ ਜਿਹੀ ਗੌਰ ਜ਼ਰੂਰ ਫਰਮਾਈ ਜਾਵੇ। ਮੈਂ ਤਾਂ ਆਪਣੀ ਪਾਰਟੀ ਲੈਵਲ ਉੱਤੇ ਉੱਠ ਕੇ ਗੱਲ ਕਹੂੰਗਾ, ਜੇਕਰ ਮੇਰੀ ਪਾਰਟੀ ਅਜਿਹਾ ਕਰਦੀ ਹੈ ਤਾਂ ਮੈਂ ਇਸ ਗੱਲ ਲਈ ਆਪਣੀ ਪਾਰਟੀ ਨੂੰ ਵੀ ਕਹਾਂਗਾ ਕਿ ਨਹੀਂ ਕਰਨਾ ਚਾਹੀਦਾ,
ਕਿਉਂਕਿ ਇਸ ਦੇ ਨਾਲ ਜਿਹੜੀ ਹੈਗੀ ਆ ਰਾਜ ਜਿਹਦੇ ਹੱਥ ਜਿਸकी ਲਾਠੀ ਉਸकी भैंस ਵਾਲੀ ਗੱਲ ਹੋ ਜੂਗੀ, ਜਿਹਦੇ ਕੋਲ ਪਾਵਰ ਹੋਇਆ ਕਰੂਗੀ ਪਰੇਸ਼ਾਨ ਕਰਿਆ ਕਰੂਗਾ, ਔਰ ਉਹਦੇ ਨਾਲ ਫਿਰ ਜਿਹੜਾ ਪਾਵਰ ਹੋਇਆ ਕਰੂ ਉਹੀ ਪਾਵਰ ਰਿਹਾ ਕਰੂਗਾ, ਫਿਰ ਦੂਜੇ ਦਾ ਮੌਕਾ ਨਹੀਂ ਮਿਲਣਾ ਕਿਸੇ ਨੂੰ। ਵਾਕਈ ਬਿਲਕੁਲ। ਸੋ ਮੈਂ ਕਹੂੰਗਾ ਇਹ ਅਤ ਨਿੰਦਣਯੋਗ ਕਾਰਵਾਈ ਹੈ। ਬਾਕੀ ਹੁਣ ਅਸੀਂ ਆਮ ਆਦਮੀ ਪਾਰਟੀ ਦੇ ਜਿਹੜੇ ਰਮਨ ਚੰਦੀ ਜੀ ਉਹਨਾਂ ਕੋਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਵੀ ਵਿਊ ਪੁਆਇੰਟ ਨਾਲ ਸਾਹਮਣੇ ਆਏ ਨੇ, ਕਿਉਂਕਿ ਉਹਨਾਂ ਦੀ ਪਾਰਟੀ ਦੇ ਹੀ ਜਿਹੜੇ ਕੇਜਰੀਵਾਲ ਸੀਗੇ ਸਭ ਤੋਂ ਪਹਿਲਾਂ ਉਹਨਾਂ ਨੇ ਹੀ ਮਜੀਠੀਆ ਜੀ ਦੇ ਉੱਪਰ ਸਵਾਲ ਚੁੱਕੇ ਸੀਗੇ, ਜਿਸ ਤੋਂ ਬਾਅਦ ਫਿਰ ਉਹਨਾਂ ਨੂੰ ਮਾਫੀ ਮੰਗਣੀ ਪਈ ਤੇ ਹੁਣ ਕਾਫੀ ਦੇਰ ਤਾਂ ਉਹ ਸ਼ਾਂਤ ਰਹੀ ਉਹਨਾਂ ਦੀ ਪਾਰਟੀ, ਪਰ ਹੁਣ ਆ ਕੇ ਫਿਰ ਬਿਆਨ ਆਉਣੇ ਸ਼ੁਰੂ ਹੋ ਗਏ ਨੇ ਕਿ ਜਿਹੜੀ ਕਾਂਗਰਸ ਪਾਰਟੀ ਨੇ, ਕਿਉਂਕਿ ਕ੍ਰੈਡਿਟ ਜਾ ਰਿਹਾ ਨਾ ਕਾਂਗਰਸ ਨੂੰ। ਸੋ ਉੱਥੇ ਹੁਣ ਚੰਦ ਜੀ ਤੁਹਾਡੀ ਪਾਰਟੀ ਕਹਿ ਰਹੀ ਕਿ ਜਿਹੜੀ FIR ਕੀਤੀ ਉਹ ਹੌਲੀ ਹੈ, ਯਾਨੀ ਕਿ ਫਿੱਕੀ ਹੈ, ਯਾਨੀ ਕਿ ਇਹਨਾਂ ਦਮ ਨਹੀਂ ਰੱਖਦੀ ਜੋ, ਪਰ ਤੁਸੀਂ ਕਾਂਗਰਸ ਦੇ ਰਵੱਈਏ ਬਾਰੇ ਕੀ ਕਹਿੰਦੇ ਆ ਤੇ ਜਿਹੜਾ ਬਿਆਨ ਤੁਹਾਡੀ ਪਾਰਟੀ ਦੇ ਰਹੀ ਹੈ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਆ ਰਮਨ ਜੀ? ਰੂਬਲ ਜੀ ਦੇਖੋ, ਇੱਥੇ ਜਿਹੜੇ ਮੈਂ 2-4 ਸਵਾਲ ਚੱਕਣਾ ਚਾਹੁੰਦਾ, ਜਿਸ ਤਰ੍ਹਾਂ ਸਾਨੂੰ ਕਾਂਗਰਸ ਦੇ ਉੱਤੇ ਸ਼ੱਕ ਜ਼ਾਹਰ ਹੁੰਦਾ ਹੈ ਕਿ ਦੇਖੋ ਏਜੀ ਦੀ ਜਿਹੜੀ ਨਸ਼ੇ ਨੂੰ ਲੈ ਕੇ ਏਜੀ ਨੇ ਆਪਣਾ ਪ੍ਰਤੀਕਰਮ ਦਿੱਤਾ, ਓਪੀਨੀਅਨ ਦਿੱਤਾ 1 ਦਸੰਬਰ ਨੂੰ। ਏਜੀ ਉਦੋਂ ਪਹਿਲਾਂ ਵੀ ਰਹੇ ਨੇ, ਉਹ ਵੀ ਓਪੀਨੀਅਨ ਦੇ ਸਕਦੇ ਸੀ, ਕਿਉਂਕਿ ਰਿਪੋਰਟ ਤਾਂ ਜਿਹੜੀ ਪਹਿਲਾਂ ਤੋਂ ਹੀ ਤਿਆਰ ਕੀਤੀ ਹੋਈ ਹੈ ਨਸ਼ੇ ਦੇ ਸੌਦਾਗਰ ਦਾ, ਜੇ ਸਰਕਾਰ ਨੂੰ ਪਹਿਲਾਂ ਤੋਂ ਹੀ ਪਤਾ ਸੀ, ਉਹਦਾ ਨਾਂ ਉਜਾਗਰ ਹੋ ਚੁੱਕਿਆ ਸੀ ਸਰਕਾਰ ਕੋਲ, ਤਾਂ ਉਹਨੇ ਓਪੀਨੀਅਨ ਆਪਣਾ ਇੰਨੀ ਲੇਟ ਕਿਉਂ ਦਿੱਤਾ? ਕਿਹਦੇ ਕਹਿਣ ਤੇ ਮੁੱਕਿਆ ਆਪਣਾ ਓਪੀਨੀਅਨ? ਇਹ ਸ਼ੱਕ ਜ਼ਾਹਰ ਕਰਦਾ। ਆਮ ਆਦਮੀ ਪਾਰਟੀ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਜਿਹੜਾ ਅਨਐਥੀਕਲ ਹਿਡਨ ਅਲਾਇੰਸ ਹੈ ਇਹ ਬੜਾ ਖਤਰਨਾਕ ਹੈ, ਕਿਉਂਕਿ ਇਹ ਪਹਿਲਾਂ ਤੋਂ ਹੀ ਚੱਲਦਾ ਆ ਰਿਹਾ ਇਹਨਾਂ ਰਵਾਇਤੀ ਪਾਰਟੀਆਂ ਦੇ ਅੰਦਰ ਇੱਕ ਦੂਜੇ ਦੀ ਕਮਜ਼ੋਰੀ ਨੂੰ ਫੜ ਕੇ ਰੱਖਣਾ, ਨਾ ਕਿ ਉਹਨੂੰ ਉਜਾਗਰ ਕਰਨਾ। ਇਹ ਇਹਨਾਂ ਦਾ ਹਥਿਆਰ ਬਣ ਚੁੱਕੀ ਹੈ ਕਿ ਆ ਤੁਹਾਡਾ ਹਥਿਆਰ ਸਾਡੇ ਕੋਲ ਹੈ, ਹੁਣ ਤੁਹਾਡੀ ਵਾਰੀ ਹੈ, ਤੁਸੀਂ ਲੁੱਟੋ, ਜਦੋਂ ਸਾਡੀ ਵਾਰੀ ਹੋ ਅਸੀਂ ਲੁੱਟਾਂਗੇ, ਲੇਕਿਨ ਐਕਸ਼ਨ ਕਿਸੇ ਤੇ ਨਹੀਂ। ਇਹ ਪੰਜਾਬ ਦੀ ਜਨਤਾ ਨੂੰ ਸਮਝਣਾ ਪਏਗਾ। ਰਹੀ ਗੱਲ ਜਿੱਥੋਂ ਹੁਣ ਮੈਨੂੰ ਦੇਖੋ ਬਾਦਲ ਸਾਹਿਬ ਬੜੇ ਸਿਆਣੇ ਔਰ ਸੁਲਝੇ ਹੋਏ ਸਿਆਸਤਦਾਨ ਨੇ, ਉਹ ਜਦੋਂ ਵੀ ਕੋਈ ਬਿਆਨ ਦਿੰਦੇ ਨੇ ਤਾਂ ਉਹਦੇ ਵਿੱਚ ਬੜੀਆਂ ਡੂੰਘੀਆਂ ਔਰ ਗੁੱਝੀਆਂ ਗੱਲਾਂ ਹੁੰਦੀਆਂ ਨੇ, ਲੇਕਿਨ ਉਹਨਾਂ ਨੇ ਕੱਲ ਇੱਕੋ ਹੀ ਗੱਲ ਕਹਿ ਕੇ ਆਪਣੇ ਬਿਆਨ ਦੇ ਵਿੱਚ ਖਹਿੜਾ ਛਡਾਇਆ ਕਿ ਮੇਰੀ ਲੋੜ ਹੈ ਤਾਂ ਮੈਨੂੰ ਗ੍ਰਿਫਤਾਰ ਕਰ ਲਓ। ਹਾਲਾਂਕਿ ਅਜਿਹੀ ਤਵੱਕੋ ਨਹੀਂ ਕੀਤੀ ਜਾਂਦੀ ਬਾਦਲ ਸਾਹਿਬ ਤੋਂ, ਕਿਉਂਕਿ ਬਹੁਤ ਸੁਲਝੇ ਹੋਏ ਸਿਆਸਤਦਾਨ ਨੇ ਉਹ, ਉਹਨਾਂ ਨੇ ਇਦੋਂ ਬਿਨਾਂ ਕੁਝ ਨਹੀਂ ਕਿਹਾ ਹੈ ਬਿਕਰਮ ਮਜੀਠੀਆ ਦੇ ਮਸਲੇ ਨੂੰ ਲੈ ਕੇ। ਜਿਹੜੀ ਆਪਣੇ ਪੋਲੀਟੀਕਲ ਵੈਂਡੇਟਾ ਦੀ ਗੱਲ ਕਰਦੀਆਂ ਪਾਰਟੀਆਂ, ਕੋਡ ਆਫ ਕੰਡਕਟ ਲੱਗਣ ਤੋਂ 10 ਦਿਨ ਪਹਿਲਾਂ ਹੀ ਇਹ ਕਾਰਵਾਈ ਕਿਉਂ ਹੋਈ? ਨੰਬਰ 1, ਸਾਲ 2004 ਤੋਂ ਲੈ ਕੇ 2014 ਤੱਕ ਦੀ ਉਹਦੇ ਚ ਡਿਟੇਲ ਈਡੀ ਦੀਆਂ ਰਿਪੋਰਟਸ ਦੇ ਆਧਾਰ ਤੇ ਵੀ 49 ਪੇਜਾਂ ਦੀ FIR, ਇਹ ਵੀ ਇੱਕ ਇਤਿਹਾਸ ਹੋਏਗਾ ਪੰਜਾਬ ਦਾ। ਐਡੀ FIR ਮੈਂ ਤਾਂ ਨਹੀਂ ਕਦੇ ਦੇਖੀ, ਨਾ ਮੈਂ ਕਦੇ ਸੁਣੀ ਹੈ। ਕਿੰਨੀਆਂ ਉਹਦੇ ਚ ਰਿਪੋਰਟਾਂ ਦੀ ਡਿਟੇਲ ਹੋਏਗੀ, ਇਹ ਸੋਚਣ ਵਾਲੀ ਗੱਲ ਹੈ। ਰਹੀ ਗੱਲ ਆਪਣੇ ਜਿਹੜੀ ਮੈਂ ਗੱਲ ਕਰਦਾ ਸੀ ਆਪਣੇ ਇਹਨਾਂ ਦੀ ਆਪਣੇ ਬਿਕਰਮ ਮਜੀਠੀਆ ਜੀ ਦੀ, ਬਿਕਰਮ ਮਜੀਠੀਆ ਜੀ ਦੀ ਰਿਪੋਰਟ ਇਹਨਾਂ ਨੇ FIR 'ਚ ਲਿਖਿਆ 2004 ਤੋਂ ਲੈ ਕੇ 14 ਤੱਕ ਜੋ ਕੁਝ ਸਿੰਥੈਟਿਕ ਨਸ਼ੇ ਦਾ ਹੋਇਆ ਉਹ ਸਾਰੀਆਂ ਡਿਟੇਲਾਂ ਉਹਦੇ 'ਚ ਬਿਕਰਮ ਮਜੀਠੀਆ ਦਾ ਹੱਥ ਸੀ। ਤਾਂ 2014 ਤੋਂ ਲੈ ਕੇ 2021 ਤੱਕ ਨਸ਼ੇ ਦਾ ਜਿਹੜਾ ਦਰਿਆ ਅੱਜ ਤੱਕ ਵਗ ਰਿਹਾ, ਸਰਕਾਰ ਕਾਂਗਰਸ ਦੀ ਚੱਲ ਰਹੀ ਹੈ, ਤਾਂ 5 ਸਾਲਾਂ ਦੇ ਵਿੱਚ 75-25 ਦੀ ਰੇਸ਼ੋ ਕਾਂਗਰਸ ਦੇ ਲੀਡਰ ਮੌਜੂਦਾ ਪ੍ਰਧਾਨ ਸਿੱਧੂ ਸਾਹਿਬ ਕਹਿ ਚੁੱਕੇ ਨੇ। ਤਾਂ 75 ਕਾਂਗਰਸ ਦੇ 75% ਹੁਣ ਕਿਹੜੇ ਲੀਡਰ ਨੇ? ਕੀ ਉਹ ਉਹਨਾਂ 40 ਚੋਰਾਂ ਨੂੰ ਲੈ ਕੇ ਆਪਣੀ 2022 ਦੀ ਇਲੈਕਸ਼ਨ ਲੜਨਗੇ? ਉਹਨਾਂ ਦਾ ਨਾਮ ਉਜਾਗਰ ਕਿਉਂ ਨਹੀਂ ਹੋਇਆ? ਕੀ ਬਿਕਰਮ ਮਜੀਠੀਆ ਜੀ ਅਜਿਹੇ ਵੱਡੇ ਸਕੈਂਡਲ ਕੱਲਾ ਆਦਮੀ ਨਹੀਂ ਕਰ ਸਕਦਾ? ਕੀ ਬਿਕਰਮ ਮਜੀਠੀਆ ਜੀ ਦੇ ਨਾਲ ਹੋਰ ਟੀਮ ਕਿਹੜੀ ਹੈ? ਕੀ ਉਹ ਇਕੱਲੇ ਕਰਦੇ ਸੀ? ਬਿਲਕੁਲ ਵੀ ਸੰਭਵ ਨਹੀਂ ਹੈ। ਇਹ ਇੱਕ ਦੂਜੇ ਦੇ ਹਥਿਆਰ ਬਣਦੇ ਨੇ, ਉਹਨਾਂ ਨੂੰ ਵਰਤਦੇ ਨੇ ਤੇ ਲੋਕਾਂ ਦੇ ਪੰਜਾਬੀ ਭਾਈਚਾਰੇ ਦੇ ਜਜ਼ਬਾਤਾਂ ਦੇ ਨਾਲ ਇਹ ਖੇਡਦੇ ਨੇ। ਵੋਟਾਂ ਵੇਲੇ ਹੀ ਇਹ ਗੱਲਾਂ ਕਿਉਂ ਹੁੰਦੀਆਂ ਨੇ? ਬੇਅਦਬੀ ਦਾ ਮਸਲਾ ਪੰਜਾਬ ਦੇ ਵਿੱਚ ਸਾਰਿਆਂ ਨਾਲੋਂ ਪਹਿਲਾਂ ਸਾਲ 1986 ਦੇ ਵਿੱਚ ਹੋਇਆ। ਅਕਾਲੀ ਦਲ ਦੀ ਸਰਕਾਰ ਸੀ ਨਕੋਦਰ ਦੇ ਵਿੱਚ। ਉਹਦੀ ਰਮਨ ਜੀ ਆਪਾਂ ਬੇਅਦਬੀ ਦੀ ਗੱਲ ਵੀ ਕਰਾਂਗੇ, ਅਸੀਂ ਫਿਲਹਾਲ ਸਿਰਫ ਮਜੀਠੀਆ ਜੀ ਦੀ ਗੱਲ ਕਰ ਰਹੇ ਹਾਂ, ਉਹ ਅਗਲਾ ਟੌਪਿਕ ਹੈ, ਉਹਦੇ ਤੋਂ ਥੋੜਾ ਆਪਾਂ ਉਧਰ ਨਾ ਚਲੇ ਜਾਈਏ। ਆਪਾਂ ਫਿਲਹਾਲ ਸਿਰਫ ਇਹਦੀ ਗੱਲ ਕਰ ਰਹੇ ਹਾਂ। ਜਿਹੜਾ ਮੇਰਾ ਸਵਾਲ ਸੀਗਾ ਤੁਹਾਨੂੰ ਕਿ ਤੁਹਾਡੀ ਪਾਰਟੀ ਦੇ ਜਿਹੜੇ ਮੇਨ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਜੀ, ਉਹਨਾਂ ਨੇ ਹੀ ਪਹਿਲਾਂ ਸਵਾਲ ਚੁੱਕਿਆ ਸੀਗਾ, ਫਿਰ ਉਹ ਫਿਰ ਸ਼ਾਂਤ ਜੇ ਹੋ ਗਏ, ਮਾਫੀ ਵੀ ਮੰਗ ਲਈ ਇਸ ਮੁੱਦੇ ਤੇ। ਹੁਣ ਤੁਸੀਂ ਉਲਟ ਇਹ ਵੀ ਕਹਿ ਰਹੇ ਹੋ ਕਿ ਜਿਹੜੀ FIR ਹੋਈ ਹੈ ਉਹ ਇੰਨੀ ਬਹੁਤ ਹੌਲੀ ਹੈ, ਮਤਲਬ ਕਿ ਇੰਨੀ ਵਜਨ ਨਹੀਂ ਰੱਖਦੀ। ਪਰ ਸੇਮ ਟਾਈਮ ਜਿਵੇਂ ਤੁਸੀਂ ਵੀ
ਬਿਲਕੁਲ ਸਹੀ ਕਿਹਾ ਕਿ ਕੋਡ ਆਫ ਕੰਡਕਟ ਲੱਗਣ ਜਾ ਰਿਹਾ, ਤੇ ਕੁਝ ਕੁ ਦਿਨਾਂ ਪਹਿਲਾਂ ਜਿਹੜੀ ਹੁਣ ਜਿਹੜੀ ਕਾਰਵਾਈ ਹੋ ਰਹੀ ਹੈ ਉਹ ਜਿਹੜੀ ਹੈ ਉਹ ਕਿਉਂ ਹੋ ਰਹੀ ਹੈ, ਪਹਿਲਾਂ ਕਿਉਂ ਨਹੀਂ ਕੀਤੀ ਗਈ? ਤੁਸੀਂ ਚਲੋ ਆਪਣਾ ਪੁਆਇੰਟ ਰੱਖ ਚੁੱਕੇ ਹੋ। ਮੈਂ ਹੁਣ ਅੱਗੇ ਵੱਧਾ, ਕਾਂਗਰਸ ਦੇ ਜਿਹੜੇ ਨੁਮਾਇੰਦੇ ਸਾਡੇ ਨਾਲ ਜੁੜੇ ਨੇ, ਰੋਬਿਨ ਭੁੱਲਰ ਜੀ। ਰੋਬਿਨ ਜੀ, ਜੋ ਗੱਲਾਂ ਹੁਣੇ ਤੁਸੀਂ ਸੁਣੀਆਂ, ਚਾਹੇ ਬਲਵਿੰਦਰ ਭੁੱਲਰ ਹੋਣਾ ਨੇ ਗੱਲਾਂ ਆਖੀਆਂ ਹੁਣ, ਚਾਹੇ ਰਮਨ ਚੰਦ ਜੀ ਨੇ ਆਖੀਆਂ ਨੇ, ਤੁਹਾਡਾ ਕੀ ਸਟੈਂਡ ਹੈ? ਤੁਸੀਂ ਕੀ ਕਹਿੰਦੇ ਹੋ? ਕਿਉਂਕਿ ਥੋੜੇ ਦਿਨ ਰਹਿ ਗਏ ਨੇ ਕੋਡ ਆਫ ਕੰਡਕਟ ਨੂੰ, ਤੇ ਤੁਹਾਡੇ ਜਿਹੜੇ ਗ੍ਰਹਿ ਮੰਤਰੀ ਨੇ ਉਹ ਹਲੇ ਵੀ ਬਿਆਨ ਕਰਦੇ ਨੇ ਕਿ ਨਹੀਂ, ਜੇਲ੍ਹ ਤਾਂ ਹੋਏਗੀ। देखो मोहित जी, बढ़िया खूबसूरत लाइन है। पंजाब खड़ा है बड़ी देर से अहबाब देखने के लिए, मीरा सफीना तह ए आप देखने के लिए। कहते हैं केम लेट केम ग्रेट। ਇਹਦੇ ਚ ਕੋਈ ਸ਼ੱਕ ਨਹੀਂ ਕਿ ਬੜੇ ਲੰਬੇ ਅਰਸੇ ਤੋਂ ਪੰਜਾਬ ਜਿਹਦੀਆਂ ਮਾਵਾਂ, ਸਾਡੀ ਜਵਾਨੀ ਬਿਲਕੁਲ ਤਬਾਹ ਹੋ ਚੁੱਕੀ ਸੀ। ਸਾਡੀ ਜਵਾਨੀ ਨੂੰ ਜਿੰਨਾ ਵੱਡੇ ਮਗਰਮੱਛਾਂ ਨੇ, ਉਹਨਾਂ ਡਰੱਗ ਲਾਰਡਸ ਨੇ ਦੋਜ਼ਖ ਵੱਲ ਧੱਕਿਆ, ਉਹਨਾਂ ਦੇ ਸਿਰ ਤੇ ਆਸਰਾ ਕਿਹਦਾ ਸੀ? ਅੱਜ ਉਸ ਇਨਸਾਫ ਦਾ ਇਬਤਦਾ ਹੋਇਆ, ਬੜੀ ਖੁਸ਼ੀ ਦੀ ਗੱਲ ਹੈ। ਮੈਂ ਕੁਝ ਗੱਲਾਂ ਕਲੀਅਰ ਕਰ ਦੇਣੀਆਂ ਚਾਹੁੰਦੀ ਹਾਂ ਟੈਕਨੀਕਲ ਜਿਹੜੇ ਪੁਆਇੰਟ ਆਫ ਵਿਊ ਤੋਂ। 3 ਸੈਕਸ਼ਨਸ ਦੇ ਤਹਿਤ, ਸੈਕਸ਼ਨ 25, ਸੈਕਸ਼ਨ 27A ਤੇ 29 ਦੇ NDPS ਐਕਟ ਦੇ ਤਹਿਤ ਮਾਮਲਾ ਦਰਜ ਹੋਇਆ। ਉਹ ਕੀ ਕਹਿੰਦੇ ਆ? ਸੈਕਸ਼ਨ 25, 27A, 29 ਕੀ ਕਹਿੰਦੇ ਆ ਮੈਂ ਦੱਸ ਦੇਣਾ ਚਾਹੁੰਦਾ। ਉਸ ਤੋਂ ਬਾਅਦ ਇਹ ਕਿਉਂ ਦਰਜ ਕੀਤਾ ਉਹ ਦੱਸ ਦੇਣਾ ਚਾਹੁੰਦਾ। ਕਿਸੇ ਵੀ ਅਫੈਂਡਰ ਨੂੰ NDPS ਦੇ ਤਹਿਤ ਰਿਸੋਰਸਿਸ ਮੁਹੱਈਆ ਕਰਵਾਉਣੇ, ਵਹੀਕਲ ਮੁਹੱਈਆ ਕਰਵਾਉਣਾ ਤੇ ਪ੍ਰੈਮਿਸਿਸ ਯੂਜ਼ ਕਰਨ ਦੀ ਇਜਾਜ਼ਤ ਦੇਣੀ, ਫੰਡਿੰਗ ਕਰਨੀ ਤੇ ਹਾਰਬਰ ਕਰਨਾ ਅਫੈਂਡਰਸ ਨੂੰ, ਫਿਰ ਜਿਹੜੀ ਅਬੈਟਮੈਂਟ ਕਰਨੀ ਤੇ ਕ੍ਰਾਈਮ ਦੀ ਕਨਸਪੀਰੇਸੀ ਕਰਨੀ। ਤੇ ਈਡੀ ਨੇ ਇੱਕ ਇਨਵੈਸਟੀਗੇਸ਼ਨ ਕੀਤੀ ਸੀ ਜਿਹਦੇ ਚ ਇੱਕ ਬਿੱਟੂ ਔਲਖ ਤੇ ਜਗਜੀਤ ਸਿੰਘ ਚਹਿਲ ਨਾਮ ਦੇ ਸ਼ਖਸ ਤੋਂ ਸਵਾਲ ਕੀਤੇ ਸੀ, ਜਿਹਦੇ ਚ ਉਹਨਾਂ ਨੇ ਕਲੀਅਰ ਕੱਟ ਕਹਿਤਾ ਸੀ ਕਿ ਸਤਪ੍ਰੀਤ ਸਿੰਘ ਸੱਤਾ, ਲਾਡੀ ਪਿੰਦੀ ਜਿਹੜੇ ਕੈਨੇਡਾ ਦੇ ਐਡਮਿੰਟਨ ਦੇ ਵਸਨੀਕ ਹੈ, ਉਹ ਵਿਕਰਮਜੀਤ ਸਿੰਘ ਮਜੀਠੀਆ ਦੇ ਥਰੂ ਉਹਨਾਂ ਦੇ ਟੱਚ ਆਏ, ਤੇ ਜਗਜੀਤ ਸਿੰਘ ਚਹਿਲ ਜਿਨ੍ਹਾਂ ਦੀ ਬੱਦੀ ਦੇ ਵਿੱਚ ਫਾਰਮਾਸਿਊਟੀਕਲ ਇੰਡਸਟਰੀ ਹੈ, ਜਿਹੜੇ ਦਵਾਈਆਂ ਬਣਾਉਂਦੇ ਆ, ਉਹਨਾਂ ਤੋਂ 1.5 ਕਰੋੜ ਦੀ ਸੀਡੋਫੈਡਰੀਨ ਜਿਹੜੀ ਦਵਾਈਆਂ ਬਣਾਉਣ ਦੇ ਕੰਮ ਆਉਂਦੀ ਹੈ, ਉਹਨਾਂ ਤੋਂ ਮੰਗੀ ਗਈ। ਸੋ ਇਹ ਜਿਹੜੇ ਤਿੰਨੇ ਧਾਰਾਂ ਇਹਦੇ ਨਾਲ ਤਾਲੁਕਾਤ ਰੱਖਦੀਆਂ। ਮੈਂ ਬੜੀ ਅਫਸੋਸ ਦੀ ਤੇ ਬੜੀ ਤਰਾਸਦੀ ਦੀ ਗੱਲ ਹੈ ਜਦੋਂ ਆਮ ਆਦਮੀ ਪਾਰਟੀ ਦੇ ਵੀ ਲੀਡਰ ਜਾਂ ਨੁਮਾਇੰਦੇ ਬੁਲਾਰੇ ਇਹ ਗੱਲਾਂ ਕਰਦੇ ਆ। ਮੈਨੂੰ ਇਹ ਗੱਲ ਕਹਿਣੀ ਨਹੀਂ ਚਾਹੀਦੀ, ਪਰ ਇਹਨਾਂ ਨੂੰ ਲੱਜਾ ਹੋਣੀ ਚਾਹੀਦੀ ਹੈ। ਅੱਜ ਹੀ ਸਾਡੇ ਮਾਨਯੋਗ ਪ੍ਰੈਜ਼ੀਡੈਂਟ ਨਵਜੋਤ ਸਿੰਘ ਸਿੱਧੂ ਜੀ ਨੇ ਉਹ ਲੈਟਰ ਜਾਰੀ ਕੀਤੀ, ਜਿਹਦੇ ਚ ਇਹਨਾਂ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਮਜੀਠੀਏ ਦੇ ਗੋਡਿਆਂ ਨੂੰ ਸਿਰ ਲਾ ਕੇ ਮੁਆਫੀ ਮੰਗੀ ਸੀ। ਅੱਜ ਇਹ ਕਹਿੰਦੇ ਆ ਕੋਡ ਆਫ ਕੰਡਕਟ ਦੇ ਚੰਦ ਦਿਨ ਪਹਿਲਾਂ ਕਾਰਵਾਈ ਕਿਉਂ ਕੀਤੀ? ਮੈਂ ਇੱਕ ਗੱਲ ਦਾ ਵਾਰ-ਵਾਰ ਜਿਵੇਂ ਜਿਵੇਂ ਟਾਈਮ ਘਟਦਾ ਜਾਂਦਾ, ਇਹ ਤਾਂ ਇੱਕ ਗੱਲ ਹੈ ਕਿ 5 ਸਾਲ ਦੀ ਸਰਕਾਰ ਬਣਦੀ ਹੈ, ਇਹ ਤਾਂ ਪਹਿਲੇ ਸਾਲ ਹੀ ਕਹਿਣ ਲੱਗ ਜਾਣਗੇ, ਮੈਨੂੰ ਲੱਗਦਾ ਵੀ 4 ਸਾਲ ਹੀ ਰਹਿ ਗਏ ਜੀ, ਹੁਣੇ ਕਾਰਵਾਈ ਕਿਉਂ ਕੀਤੀ? ਕੋਡ ਆਫ ਕੰਡਕਟ ਤੋਂ ਪਹਿਲਾਂ ਗਵਰਨਮੈਂਟ ਕੋਲੇ ਪਾਵਰ ਹੁੰਦੀ ਆ, ਚਾਹੇ ਇੱਕ ਦਿਨ ਪਹਿਲਾਂ। ਜੇ ਅਸੀਂ ਵਾਅਦਾ ਕੀਤਾ ਸੀ ਗਵਰਨਮੈਂਟ ਦੇ ਵਿੱਚ ਆਉਣ ਤੋਂ ਪਹਿਲਾਂ ਕਿ ਨਸ਼ਿਆਂ ਦਾ ਇਨਸਾਫ ਕਾਂਗਰਸ ਸਰਕਾਰ ਮੁਹੱਈਆ ਕਰਵਾਏਗੀ, ਤੇ ਅੱਜ ਜਿਹੜਾ ਵੱਡਾ ਮੁੱਦਾ ਸੀ ਜਿਹਨੇ ਸਾਡੀ ਜਵਾਨੀ ਨੂੰ, ਸਾਡੀਆਂ ਮਾਵਾਂ ਨੂੰ, ਸਾਡੇ ਪਰਿਵਾਰਾਂ ਨੂੰ ਉਹਨਾਂ ਦੇ ਘਰਾਂ ਵਿੱਚ ਸੱਥਰ ਵਿਛਾ ਦਿੱਤੇ, ਅੱਜ ਜੇ ਉਹਦਾ ਇਨਸਾਫ ਮਿਲਣ ਲੱਗਿਆ, ਇਹਨਾਂ ਨੇ ਆਪ ਤਾਂ ਮੁਆਫੀ ਮੰਗ ਲਈ, ਪਰ ਅੱਜ ਇਹ ਕਿਉਂ ਇਹਨਾਂ ਨੂੰ ਇੰਨੀ ਤਕਲੀਫ ਹੁੰਦੀ ਹੈ, ਕਿਉਂ ਇੰਨੀ ਤਿਲਮਲਾਟ ਹੁੰਦੀ ਹੈ? ਮੈਂ ਇਹਦਾ ਜਵਾਬ ਦਿੱਤਾ। ਅਕਾਲੀ ਦਲ ਤੋਂ ਮੋਹਿਤ ਜੀ, ਅਕਾਲੀ ਦਲ ਤੋਂ ਮੈਂ ਇੱਕ ਗੱਲ ਕਹਿ ਦੇਣੀ ਚਾਹੁੰਦਾ ਕਿ FIR ਹੋਣ ਤੋਂ ਬਾਅਦ SIT ਦਾ ਗਠਨ ਹੋਇਆ। SIT ਨੇ ਕੀ ਇਨਕੁਆਇਰ ਕਰਨਾ ਹੈ? SIT ਨੇ ਇਹ ਇਨਕੁਆਇਰ ਕਰਨਾ ਹੈ ਕਿ ਜਿਹੜੀ ਸੀਡੋਫੈਡਰੀਨ ਦਾ ਇੰਪੋਰਟ ਜਿਹੜਾ ਕੈਨੇਡਾ 'ਚ ਹੋਇਆ, ਉਹਦੇ ਪੈਸੇ ਧੇਲੇ ਦੀ ਜਿਹੜੀ ਹੇਰ ਫੇਰ ਹੈ, ਉਹ ਕਾਊਂਟਸ ਦੀ ਜਾਂਚ ਕਰਨੀ ਹੈ। ਜਿਹੜੇ ਗਨਮੈਨ ਯੂਜ਼ ਕੀਤੇ, ਗੱਡੀਆਂ ਯੂਜ਼ ਕੀਤੀਆਂ, 39 ਸੈਕਟਰ ਦੀ ਕੋਠੀ ਸਰਕਾਰੀ ਯੂਜ਼ ਕੀਤੀ, 36 ਸੈਕਟਰ ਦਾ ਪ੍ਰਾਈਵੇਟ ਮਕਾਨ ਯੂਜ਼ ਕੀਤਾ, ਗ੍ਰੀਨ ਐਵੀਨਿਊ ਅੰਮ੍ਰਿਤਸਰ ਦਾ ਪ੍ਰਾਈਵੇਟ ਮਕਾਨ ਮਜੀਠੀਆ ਸਾਹਿਬ ਦਾ ਯੂਜ਼ ਕੀਤਾ, ਉਹਨਾਂ ਦੇ ਵਿਆਹ ਤੇ। ਫਿਰ ਇਹ ਡਿਨਾਈ ਕਰਦੇ ਆ ਅਕਾਲੀ ਦਲ ਤੇ ਕਿ ਸੱਤਾ ਪਿੰਡੀ ਲਾਦੀ, ਇਹਨਾਂ ਨਾਲ ਸਾਡਾ ਕੋਈ ਸਰੋਕਾਰ ਹੀ ਨਹੀਂ ਸੀ। ਜੀ 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 ਇਹਨਾਂ ਦੇ ਵਿਆਹ ਤੇ, ਮਜੀਠੀਆ ਸਾਹਿਬ ਦੇ ਵਿਆਹ ਤੇ ਇਹ ਲੋਕ ਅੱਗੇ ਦੇਖੇ ਗਏ ਆ। ਇਹ ਕਿਉਂ ਇਹਨਾਂ ਨੂੰ ਮੁਨਕਰ ਹੁੰਦੇ? ਇਹਨਾਂ ਤੇ ਜਵਾਬ ਲੈਣੇ ਆ ਅਸੀਂ ਬਲਵਿੰਦਰ ਸਿੰਘ ਭੁੱਲਰ ਹੋਣਾ ਤੋਂ ਜਵਾਬ ਲੈਣੇ ਆ। ਮੈਂ ਇੱਕ ਗੱਲ ਪੁੱਛਣੀ ਚਾਹੂੰਗਾ ਕਿ ਨਸ਼ਾ ਪੰਜਾਬ ਦੇ ਵਿੱਚ ਕੀ ਅੱਜ ਵਿਕਣੋਂ ਹਟ ਗਿਆ
ਕੀ ਨਸ਼ਾ ਦਿੱਲੀ ਦੇ ਵਿੱਚ ਨਹੀਂ ਵਿਕਦਾ? ਉੱਥੇ ਦਿੱਲੀ ਦੇ ਵਿੱਚ ਆਪ ਦੀ ਸਰਕਾਰ ਹੈ, ਉੱਥੇ ਨਸ਼ਾ ਕੀ ਮਜੀਠੀਆ ਵੇਚ ਕੇ ਆਉਂਦਾ ਹੈ? ਜੇ ਵੇਚ ਕੇ ਆਉਂਦਾ ਤਾਂ ਇਹ ਉੱਥੇ ਬੈਠੇ ਕੀ ਕਰਦੇ ਆ? ਮੈਂ ਮਜੀਠੀਆ ਦਾ ਪੱਖ ਲੈ ਕੇ ਗੱਲ ਨਹੀਂ ਕਰ ਰਿਹਾ, ਮੈਂ ਇੱਥੇ ਇੱਕ ਆਮ ਨਾਗਰਿਕ ਵਾਲੀ ਗੱਲ ਕਰ ਰਿਹਾ, ਜਿਹੜੀ ਲੋਕਾਂ ਦੀ ਜ਼ੁਬਾਨ ਤੇ ਗੱਲ ਹੈ, ਉਹ ਗੱਲ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਪਿਛਲੇ 4.5 ਸਾਲ ਦੇ ਵਿੱਚ ਕੋਈ ਨਸ਼ਾ ਨਹੀਂ ਵਿਕ ਰਿਹਾ। ਜੇ ਵਿਕ ਰਿਹਾ ਤਾਂ ਉਹਦੇ ਵਿੱਚ ਕਾਂਗਰਸ ਦੇ ਕਿਹੜੇ ਮੰਤਰੀ ਤੇ MLA ਸ਼ਾਮਿਲ ਨੇ? ਕੀ ਉਹਨਾਂ ਦੇ ਬਾਰੇ ਕੋਈ ਗੱਲ ਇਹਨਾਂ ਨੇ ਕੀਤੀ ਅੱਜ ਤੱਕ? ਕੀ ਕੋਈ ਕਾਰਵਾਈ ਕੀਤੀ? ਉਸੇ ਤਰ੍ਹਾਂ ਹੀ ਦਿੱਲੀ ਦੇ ਵਿੱਚ ਕੀ ਕੋਈ ਕਿਸੇ ਮੰਤਰੀ ਤੇ ਕਿਸੇ MLA ਤੇ ਕੋਈ ਕਾਰਵਾਈ ਹੋਈ? ਕੀ ਬਿਨਾਂ ਕਿਸੇ ਵੱਡੇ ਪੋਲੀਟੀਕਲ ਬੰਦੇ ਦੇ ਹੱਥ ਤੋਂ ਇਹ ਕੰਮ ਹੋ ਰਿਹਾ? ਜੇ ਸਾਡੇ ਟਾਈਮ ਤੇ ਦੋਸ਼ ਲਾਉਂਦੇ ਨੇ ਕਿ ਮਜੀਠੀਆ ਸਾਹਿਬ ਦੇ ਵੱਲੋਂ ਇਹ ਉਹਨਾਂ ਦੀ ਸਮੂਲੀਅਤ ਨਾਲ ਇਹ ਕੰਮ ਹੋਇਆ, ਵੱਡੇ ਬੰਦੇ ਦੀ ਪਾਵਰ ਤੋਂ ਬਿਨਾਂ ਇਹ ਕੰਮ ਨਹੀਂ ਹੋ ਰਿਹਾ, ਜੇ ਇਹ ਗੱਲ ਕਹਿੰਦੇ ਨਹੀਂ ਤਾਂ ਮੈਂ ਇਹ ਗੱਲ ਜ਼ਰੂਰ ਪੁੱਛਣੀ ਚਾਹਾਂਗਾ ਵੀ ਇਸ ਟਾਈਮ ਜਿਹੜਾ ਵਿਕ ਰਿਹਾ ਉਹ ਕਿਹੜੇ ਮੰਤਰੀਆਂ ਦੀ ਸ਼ਮੂਲੀਅਤ ਨਾਲ ਵਿਕ ਰਿਹਾ ਜੀ? ਫਿਰ ਦੂਜੀ ਗੱਲ ਮੈਂ ਕਹੂੰਗਾ ਕਿ ਇਹਨਾਂ ਦੇ ਖਿਲਾਫ ਇਹ ਕੋਈ ਪਹਿਲੀ ਇਨਕੁਆਰੀ ਨਹੀਂ, ਮਜੀਠੀਆ ਸਾਹਿਬ ਦੇ ਖਿਲਾਫ ਕੋਈ ਪਹਿਲੀ ਇਨਕੁਆਰੀ ਨਹੀਂ, ਬਹੁਤ ਸਾਰੀਆਂ ਇਨਕੁਆਰੀਆਂ ਪਹਿਲਾਂ ਵੀ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਕਲੀਅਰ ਸਾਬਤ ਹੋ ਚੁੱਕਿਆ ਹੈ ਕਿ ਉਹ ਨਹੀਂ ਦੋਸ਼ੀ ਹੈਗੀ। ਇਹ ਅੱਜ ਮੌਕੇ ਦੇ ਉੱਤੇ ਜਿਵੇਂ ਇਹਨਾਂ ਨੇ ਕਾਂਗਰਸ ਨੇ ਉਹਦੇ ਆਪਣੇ ਦੇ ਜਿਹੜਾ ਸੀਗਾ ਬੇਅਦਬੀ ਵਾਲੇ ਕਾਂਡ ਦੇ ਵਿੱਚ ਝੂਠੀ ਰਿਪੋਰਟ ਤਿਆਰ ਕੀਤੀ ਸੀ, ਸੇਮ ਉਸੇ ਤਰ੍ਹਾਂ ਹੀ ਉਹ ਝੂਠੀ ਰਿਪੋਰਟ ਮਾਰੀ ਨਾ ਜੱਜ ਨੇ ਚੱਕ ਕੇ ਇੱਕ ਪਾਸੇ, ਹਾਈ ਕੋਰਟ ਨੇ ਮਾਰੀ 1 ਮਿੰਟ ਦੇ ਵਿੱਚ। ਜੇ ਉਹ ਮਾਰੀ ਗਈ ਆ ਉਸੇ ਤਰ੍ਹਾਂ ਹੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਵੀ ਰਿਪੋਰਟ ਐਂਡ ਦੇ ਵਿੱਚ ਜੱਜ ਆਪ ਤੇ ਕਿ ਇਹ ਜਿਹੜੀ ਸੀਗੀ ਬਦਲਾ ਲਓ ਨੀਤੀ ਨਾਲ ਕਾਂਗਰਸ ਵੱਲੋਂ ਤਿਆਰ ਵਿੱਚ ਸ਼ਾਮਲ ਸੀਗੇ। ਇਹ ਗੱਲਾਂ ਵਕਤ ਦੇ ਗਰਭ ਦੇ ਵਿੱਚ ਨੇਗੀਆਂ ਜਿਹੜੀਆਂ ਸਾਹਮਣੇ ਆਉਣੀਆਂ ਨੇਗੀਆਂ। ਜਿੱਥੇ ਤੱਕ ਗੱਲ ਇਹ ਕਰ ਜਿੱਥੇ ਤੱਕ ਬਲਵਿੰਦਰ ਜੀ ਮੈਂ ਕੁਝ ਹੋਰ ਗੱਲ ਐਡ ਕਰਨਾ ਚਾਹਾਂਗਾ। ਜੀ ਬਲਵਿੰਦਰ ਤੁਸੀਂ ਜਿਹੜੀ ਗੱਲ ਕੀਤੀ ਠੀਕ ਹੈ, ਇਹ ਗੱਲਾਂ ਕਰ ਰਹੇ ਨੇ ਕਿ ਆਹ ਧਰਾਵਾਂ ਲੱਗੀਆਂ ਨੇ, ਉਹ ਤਾਂ ਭਰਾਵਾ ਸਿੱਧੀ ਜੀ ਗੱਲ ਹੈ, ਸਰਕਾਰ ਤੁਹਾਡੀ, ਧਰਾਵਾਂ ਤੁਹਾਡੀਆਂ, ਸਾਰਾ ਕੁਝ ਤੁਹਾਡੇ। ਭੁੱਲਰ ਸਾਹਿਬ ਬਿਆਨਾਂ ਦੇ ਆਧਾਰ ਤੇ ਲੱਗੀਆਂ, ਸਰਕਾਰ ਨਹੀਂ ਲਾ ਸਕਦੀ, ਸਰਕਾਰ ਨਹੀਂ ਲਾ ਸਕਦੀ। ਕੋਈ ਗੱਲ ਨਹੀਂ, ਬਿਆਨਾਂ ਦੀ ਗੱਲ ਦੇ ਬਿਆਨਾਂ ਤੇ ਈਡੀ ਦੇ ਬਿਆਨਾਂ ਦੇ ਤਹਿਤ ਲੱਗੀਆਂ। ਬਿਆਨ ਤਾਂ ਪਾਵਰ ਨਾਲ, ਬਿਆਨ ਤਾਂ ਛੋਟੇ ਵੀਰ ਭੁੱਲਰ ਸਾਹਿਬ ਸੈਕਚੁਅਲੀ ਸਹੀ ਹੋ, ਉਦੋਂ ਸਰਕਾਰ ਵੀ ਕਾਂਗਰਸ ਦੀ ਨਹੀਂ ਸੀ ਜਦੋਂ ਬਿਆਨ ਲਏ ਗਏ, ਉਦੋਂ ਸਰਕਾਰ ਵੀ ਨਹੀਂ ਸੀ। ਫਿਰ ਜਿਹੜੇ ਬਿਆਨ ਲਏ ਉਹ ਈਡੀ ਦੇ ਲਏ, ਉਹ ਪੰਜਾਬ ਸਰਕਾਰ ਦੇ ਥੱਲੇ ਨਹੀਂ ਆਉਂਦੀ। ਫੈਕਚੁਅਲੀ ਸਹੀ ਹੋਣੇ ਚਾਹੀਦੇ ਹੋ ਤੁਸੀਂ। ਉਦੋਂ ਸਰਕਾਰ ਕਾਂਗਰਸ ਦੀ ਨਹੀਂ ਸੀ, ਜੇ ਹੁੰਦੀ ਹੈ ਤਾਂ ਪੰਜਾਬ ਸਰਕਾਰ ਦੇ ਅਧੀਨ ਈਡੀ ਨਹੀਂ ਆਉਂਦੀ। ਉਸ ਟਾਈਮ ਤੇ ਬਿਆਨ ਹੋਏ ਤਾਂ ਉਹਨਾਂ ਬਿਆਨਾਂ ਤੇ ਉਸ ਵੇਲੇ ਕੋਈ ਕਾਰਵਾਈ ਕਿਉਂ ਨਾ ਹੋਈ? ਇੰਨਾ ਲੇਟ ਹੋਈ ਕਾਰਵਾਈ। ਈਡੀ ਸੈਂਟਰ ਸਰਕਾਰ ਦੇ ਥੱਲੇ ਆਉਂਦੀ ਹੈ ਤੇ ਸੈਂਟਰ ਸਰਕਾਰ ਦੀ ਬੀਜੇਪੀ ਤੁਹਾਡੇ ਨਾਲ ਭਾਈਵਾਲ ਸੀ ਭੁੱਲਰ ਸਾਹਿਬ। ਕਾਰਨ ਇਹ ਹੈ ਇਸ ਮੁੱਦੇ ਨੂੰ ਆਪਾਂ ਹੋਰ ਵੀ ਅੱਗੇ ਵਧਾਉਣਾ ਹੈ, ਹੋਰ ਵੀ ਗੱਲਾਂ ਕੁਝ ਹੋਰ ਐਡ ਹੋਣੇ, ਕਿਉਂਕਿ ਕਾਫੀ ਲੋਕਾਂ ਨੇ ਸਮਰਥਕ ਵੀ ਕੀਤਾ ਹੈ ਨਾ, ਕਿ ਹਾਂ ਵੀ ਕਈਆਂ ਨੇ ਫੇਵਰ ਕੀਤਾ ਮਜੀਠੀਆ ਦਾ, ਕਈਆਂ ਨੇ ਫੇਵਰ ਕੀਤਾ ਉਹਨਾਂ ਦਾ, ਉਹਦੇ ਬਾਰੇ ਵੀ ਅਸੀਂ ਗੱਲ ਕਰਾਂਗੇ। ਫਿਲਹਾਲ ਵੇਲੇ ਅੱਜ ਛੋਟੀ ਜਿਹੀ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਦੁਬਾਰਾ ਮਿਲਦੇ ਆ ਪ੍ਰੋਗਰਾਮ ਇਲੈਕਸ਼ਨ ਆਰ ਦੇ ਵਿੱਚ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਪ੍ਰੋਗਰਾਮ ਇਲੈਕਸ਼ਨ ਆਰ ਦੇ ਵਿੱਚ। ਸੋ ਅਸੀਂ ਮੇਨ ਮੁੱਦੇ 'ਤੇ ਗੱਲ ਕਰ ਰਹੇ ਹਾਂ ਕਿ ਜਿਹੜਾ ਇਲੈਕਸ਼ਨ ਦੇ ਬਿਲਕੁਲ ਨੇੜੇ ਆ ਕੇ ਜਿਹੜਾ ਮਜੀਠੀਆ ਦੇ ਉੱਪਰ FIR ਹੋ ਜਾਂਦੀ ਹੈ, ਹੁਣ ਉਹ ਵੀ ਉਹਨਾਂ ਨੂੰ ਲੁੱਕ ਆਊਟ ਨੋਟਿਸ ਵੀ ਜਾਰੀ ਕੀਤਾ ਜਾਂਦਾ ਹੈ, ਅਤੇ ਕਾਫੀ ਗੱਲਾਂ ਹੋ ਰਹੀਆਂ ਨੇ। ਪਰ ਸੇਮ ਟਾਈਮ 'ਤੇ ਸਭ ਤੋਂ ਹੋਰ ਵੱਖਰੀ ਗੱਲਾਂ ਜਿਹੜੀ ਸਾਹਮਣੇ ਆ ਰਹੀਆਂ ਨੇ ਕਿ ਕੈਪਟਨ ਸਾਹਿਬ ਵੀ ਸਮਰਥਨ ਦੇ ਰਹੇ ਨੇ ਕਿ ਨਹੀਂ, ਇੱਦਾਂ ਨਹੀਂ ਹੋਣਾ ਚਾਹੀਦਾ ਜਾਂ ਗਲਤ ਹੋ ਰਿਹਾ। ਇਸ ਤੋਂ ਇਲਾਵਾ BJP ਵੀ ਖੁੱਲ੍ਹ ਕੇ ਸਮਰਥਨ ਕਰ ਰਹੀ ਹੈ। ਸੋ ਆਹ ਤਿੰਨੋਂ ਚੀਜ਼ਾਂ, ਕਿਉਂਕਿ ਇੱਥੇ ਕਿਉਂਕਿ ਕਾਫੀ ਆਮ ਆਦਮੀ ਦੇ ਮਨਾਂ ਦੇ ਵਿੱਚ ਪਹਿਲਾਂ ਤੋਂ ਲੱਗ ਰਿਹਾ ਕਿ ਸ਼ਾਇਦ ਅਕਾਲੀ ਦਲ ਦੁਬਾਰਾ ਕਿਤੇ BJP ਜੁਆਇਨ ਤਾਂ ਨਹੀਂ ਕਰ ਜੂ, ਤੇ ਜਿਵੇਂ ਕਾਂਗਰਸ ਤੋਂ ਨਿਕਲ ਕੇ ਕੈਪਟਨ ਸਾਹਿਬ ਨੇ ਆਪਣੀ ਪਾਰਟੀ ਬਣਾ ਦਿੱਤੀ, ਤੇ ਹੁਣ ਸਿੱਧਾ BJP ਨੂੰ ਜਾ ਕੇ ਹੁਣ ਜਿਹੜੀ ਇਹ ਹੱਥ ਮਿਲਾ ਲੈਣੇ, ਜੱਫੀ ਪਾ ਲਈਏ, ਤੇ ਫਿਰ ਕਿਤੇ ਨਾ ਕਿਤੇ ਆਹ ਨਹੀਂ ਲੱਗ ਰਿਹਾ ਕਿ ਸ਼ਾਇਦ ਕਿਤੇ ਕੈਪਟਨ ਸਾਹਿਬ ਤੇ ਉੱਧਰੋਂ ਬਾਦਲ ਸਾਹਿਬ ਤੇ ਇੱਧਰੋਂ ਫਿਰ BJP ਵੀ ਕਿਤੇ ਇਕੱਠੀ ਤਾਂ ਨਹੀਂ ਹੋ ਜੂਗੀ, ਜਾਂ ਕੀ ਵੱਖਰਾ ਹੋ ਸਕਦਾ। ਸੋ ਇਹਦੇ ਬਾਰੇ ਪਹਿਲਾਂ ਸਵਾਲ ਪੁੱਛਦੇ ਹਾਂ ਚੰਦੀ ਜੀ, ਤੁਹਾਡੇ ਕੋਲ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜੋ ਜਿਵੇਂ ਉਸ ਚੀਜ਼ ਤੋਂ ਬਾਅਦ FIR ਤੋਂ ਬਾਅਦ ਜਿਹੜਾ ਇੱਕ ਸਮਰਥਨ ਦੇ ਦੇਣਾ ਜਾਂ ਫੇਵਰ 'ਚ ਗੱਲ ਕਹਿ ਦੇਣੀ ਮਜੀਠੀਆ ਦੇ ਉੱਪਰ ਕੈਪਟਨ ਵੱਲੋਂ ਜਾਂ ਫਿਰ BJP ਵੱਲੋਂ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਰੂਬਲ ਜੀ ਦੇਖੋ, ਮੈਂ ਸਭ ਤੋਂ ਪਹਿਲਾਂ ਤਾਂ ਇਹ ਕਹਿਣਾ ਚਾਹੁੰਦਾ, ਮੇਰੇ ਵੀਰ ਰੋਬਿਨ ਜੀ ਨੇ ਬੜੀਆਂ ਗੱਲਾਂ ਕੀਤੀਆਂ ਨੇ, ਪਹਿਲਾਂ ਉਹਦਾ ਜਵਾਬ ਦੇ ਦਿਓ। ਕੋਈ ਗੱਲ ਨਹੀਂ। ਜੇਕਰ ਰਿਪੋਰਟਾਂ ਦੇ ਵਿੱਚ
ਵਿਕਰਮ ਮਜੀਠੀਆ ਦਾ ਨਾਮ ਪਹਿਲਾਂ ਹੀ ਆ ਗਿਆ ਸੀ। ਇਹ ਤਾਂ ਇਹ ਮੰਨ ਹੀ ਰਹੇ ਨੇ ਕਿ ਈਡੀ ਦੀਆਂ ਰਿਪੋਰਟਾਂ ਦੇ ਆਧਾਰ ਤੇ ਇਟ ਮੀਨਸ ਸਰਕਾਰ ਕੋਲ 2017 ਤੋਂ ਹੀ ਵਿਕਰਮ ਮਜੀਠੀਆ ਦਾ ਨਾਮ ਸੀ। ਤਾਂ ਉਸ ਸਮੇਂ ਤੋਂ ਲੈ ਕੇ 5 ਸਾਲਾਂ ਤੱਕ ਇੰਨੀ ਲੇਟ ਕਾਰਵਾਈ ਕਿਉਂ? ਕਿਉਂਕਿ ਐਨਡੀਪੀਸੀ ਐਕਟ ਦੇ ਅਨੁਸਾਰ 60 ਦਿਨਾਂ ਦੇ ਅੰਦਰ ਚਲਾਨ ਪੇਸ਼ ਹੋਣਾ ਹੁੰਦਾ, 1 ਸਾਲ ਦੇ ਅੰਦਰ ਟ੍ਰਾਇਲ ਹੋਣਾ ਹੁੰਦਾ। ਉਹ ਹੁਣ ਨੂੰ ਤਾਂ ਉਹਨੂੰ ਸਜ਼ਾ ਮਿਲੀ ਹੁੰਦੀ। ਆਉਣ ਵਾਲੇ ਸਮੇਂ 'ਚ ਕਿਹਨੇ ਦੇਖਿਆ ਕਿ ਸਰਕਾਰ ਕਿਹਦੀ ਹੋਣੀ ਹੈ ਜਾਂ ਕਿਹਦੀ ਨਹੀਂ? ਨੰਬਰ 1। ਨੰਬਰ 2, ਮੈਂ ਇਹਨਾਂ ਨੂੰ ਯਾਦ ਕਰਾ ਦੇਣਾ ਕਿ 2002 ਤੋਂ ਲੈ ਕੇ 7 ਤੱਕ ਕੈਪਟਨ ਸਾਹਿਬ ਦੀ ਸਰਕਾਰ ਸੀ ਤਾਂ ਉਹਨਾਂ ਨੇ ਬਾਦਲ ਸਾਹਿਬ ਤੇ ਕਾਰਵਾਈ ਕੀਤੀ ਸੀ। ਬਾਦਲ ਸਾਹਿਬ ਕੀ ਨੇ? ਬਰੀ। ਉਸ ਤੋਂ ਬਾਅਦ ਅਕਾਲੀ ਦਲ ਦੀ ਸਰਕਾਰ ਬਣਦੀ ਹੈ। ਅਕਾਲੀ ਦਲ ਦੀ ਸਰਕਾਰ ਨੇ ਸਿਟੀ ਸੈਂਟਰ ਘੁਟਾਲੇ ਕੈਪਟਨ ਸਾਹਿਬ ਤੇ ਕਾਰਵਾਈ ਕੀਤੀ ਸੀ। ਕੈਪਟਨ ਸਾਹਿਬ ਕਿੱਥੇ ਨੇ? ਬਰੀ। ਸੋ ਇਸ ਕਰਕੇ ਇਹ ਤਾਂ ਉਹੀ ਗੱਲ ਹੋ ਜਾਂਦੀ ਹੈ ਇਹਨਾਂ ਦੀ ਵੀ ਸ਼ੇਰ ਔਰ ਰਾਜੜੀ ਵਾਲੀ ਕਹਾਣੀ ਸਾਰੇ ਬੱਚੇ ਜਾਣਦੇ ਨੇ, ਸ਼ੇਰ ਆ ਗਿਆ ਸ਼ੇਰ ਆ ਗਿਆ। ਸੋ ਇਹਨਾਂ ਤੇ ਕੋਈ ਵੀ ਯਕੀਨ ਨਹੀਂ ਕਰਦਾ ਕਿ ਕਿਸ ਤਰ੍ਹਾਂ ਕਰਨਾ ਹੈ। ਕਹਿਣ ਦਾ ਮਤਲਬ ਹੈ 2017 ਚ ਮੌੜ ਮੰਡੀ ਦੇ ਬੰਬ ਧਮਾਕਾ ਹੁੰਦਾ ਹੈ। ਆ ਬੇਅਦਬੀਆਂ ਹੋ ਰਹੀਆਂ ਨੇ 86 ਤੋਂ ਲੈ ਕੇ ਹੁਣ ਤੱਕ, ਜਿੰਨਾ ਮਰਜ਼ੀ ਰਿਕਾਰਡ ਚੱਕ ਲਓ, ਸਾਰਾ ਕੁਝ ਚੋਣਾਂ ਦੇ ਮੌਕੇ ਕਿਉਂ ਹੁੰਦਾ? ਇਹ ਸਾਰਾ ਕੁਝ ਪੰਜਾਬ ਦੀ ਜਨਤਾ ਹੁਣ ਸਮਝਣ ਲੱਗ ਗਈ। ਹੁਣ ਤੁਸੀਂ ਪੁੱਛੋ ਕੀ ਪੁੱਛਦੇ ਹੋ ਸਰ? ਜੀ ਮੈਂ ਸਵਾਲ ਪੁੱਛ ਰਿਹਾ ਕਿ ਮਜੀਠੀਆ ਜੀ ਦੀ FIR ਤੋਂ ਬਾਅਦ ਜਾਂ ਲੁੱਕਆਊਟ ਨੋਟਿਸ ਤੋਂ ਬਾਅਦ ਜਦੋਂ ਕੈਪਟਨ ਸਾਹਿਬ ਸਿੱਧੇ ਤੌਰ ਤੇ ਉਹਨਾਂ ਦੀ ਸਪੋਰਟ ਕਰਦੇ ਨੇ, ਫੇਵਰ 'ਚ ਉਤਰਦੇ ਨੇ ਤੇ BJP ਵੀ ਨਾਲ ਉਤਰ ਜਾਂਦੀ ਹੈ ਤੇ ਲੋਕਾਂ ਦੇ ਆਮ ਲੋਕਾਂ ਦੇ ਮਨਾਂ ਵਿੱਚ ਸਾਫ਼ ਦਿਖਦਾ ਰਿਹਾ ਕਿ ਸ਼ਾਇਦ ਤਿੰਨੋਂ ਪਾਰਟੀ ਕਿਤੇ ਗੱਠ ਜੋੜ ਜਾਂ ਕਿਤੇ ਉਹਦੇ ਸੰਕੇਤ ਤਾਂ ਨਹੀਂ ਆ ਰਹੇ। ਇਹ ਕਿਵੇਂ, ਜਿਵੇਂ ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਲੁਕਿਆ ਹੋਇਆ ਗੱਠ ਜੋੜ, ਕਿਤੇ ਉਹ ਲੁਕਿਆ ਹੋਇਆ ਜਿਹੜਾ ਗੱਠ ਜੋੜ ਕਿਤੇ ਸਾਹਮਣੇ ਤਾਂ ਨਹੀਂ ਆ ਰਿਹਾ? ਦੇਖੋ, ਕੈਪਟਨ ਸਾਹਿਬ ਨੇ ਸਰਕਾਰ ਬਣਦੀ ਸਾਰੇ ਇਹ ਕੇਸ CBI ਕੋਲ ਚਲਾ ਗਿਆ ਸੀ। CBI ਤੋਂ ਵਾਪਸ ਲਿਆ, ਸੁਪਰੀਮ ਕੋਰਟ 'ਚ ਰਿਟ ਵੀ ਲਾਈ, ਸੈਂਟਰ ਦੀ ਸਰਕਾਰ ਨੂੰ ਗੁਜ਼ਾਰਿਸ਼ ਵੀ ਕੀਤੀ। ਕਿਉਂ ਲਿਆ CBI ਤੋਂ? ਕਿਉਂਕਿ CBI ਜੇ ਇਸ ਕੇਸ ਨੂੰ ਹੈਂਡਲ ਕਰਦੀ ਤਾਂ ਸਾਰਿਆਂ ਦੇ ਨਾਂ ਉਜਾਗਰ ਹੋਣੇ ਸੀ। ਇਹ ਸੈਟਿੰਗਾਂ ਜਿਹੜੀਆਂ BJP ਦੇ ਨਾਲ ਕੈਪਟਨ ਸਾਹਿਬ ਦੀਆਂ ਪਹਿਲਾਂ ਉਜਾਗਰ ਹੁਣ ਹੋਈਆਂ ਨੇ, ਇਹ ਹੁਣ ਲੋਕਾਂ ਨੂੰ ਪਤਾ ਲੱਗਦਾ ਇਹਨਾਂ ਗੱਲਾਂ ਦਾ ਕਿ ਇਹ ਚੀਜ਼ਾਂ ਕਿਉਂ ਹੋਈਆਂ। ਕਿਉਂਕਿ ਸਾਰਿਆਂ ਦਾ, ਮੈਂ ਵੀਰ ਨੂੰ ਇਹੀ ਪੁੱਛਣਾ ਚਾਹੁੰਦਾ ਕਿ ਤੁਸੀਂ ਇਹੀ ਦੱਸੋ ਕਿ 75% ਤਾਂ ਤੁਹਾਡੇ ਆਪਣੇ ਮੌਜੂਦਾ ਪ੍ਰਧਾਨ ਮੰਨਦੇ ਨੇ ਕਿ 75-25 ਦੀ ਰੇਸ਼ੋ ਜੇ ਅਕਾਲੀ ਦਲ ਦੀ ਸਰਕਾਰ ਹੁੰਦੀ ਤਾਂ ਉਹਨਾਂ ਦੇ 75% ਹੋਣੇ ਸੀ। ਵੀ ਹੁਣ 75% ਕਾਂਗਰਸ ਦੇ ਕਿਹੜੇ ਨੁਮਾਇੰਦੇ ਨੇ? ਕੈਪਟਨ ਅਮਰਿੰਦਰ ਸਿੰਘ ਜੀ ਜਦੋਂ ਅਸਤੀਫਾ ਦਿੰਦੇ ਨੇ ਉਸ ਤੋਂ ਬਾਅਦ ਕਹਿੰਦੇ ਨੇ ਕਿ ਮੇਰੀ ਵਜ਼ਾਰਤ ਦੇ ਵਿੱਚ ਮੇਰੇ 40 MLA ਕਰਪਟ ਸੀ, ਉਹ ਧੰਦੇ ਕਰਦੇ ਸੀ, ਮੈਂ ਕਿਹਦਾ ਨਾਂ ਲਵਾਂ? ਆਉਣ ਵਾਲੇ ਸਮੇਂ ਤੇ ਹਾਲੇ ਤੱਕ ਉਹਨਾਂ ਨੇ ਉਜਾਗਰ ਤਾਂ ਨਹੀਂ ਕੀਤੇ ਨਾਮ, ਹੋ ਸਕਦਾ ਆਉਣ ਵਾਲੇ ਸਮੇਂ 'ਚ ਕਰ ਦੇਣ। ਉਹ ਕੌਣ ਨੇ? ਹਾਲੇ ਤੱਕ ਸਿਰਫ ਅਲੀ ਬਾਬਾ ਹੀ ਚੇਂਜ ਹੋਇਆ ਸੀ, 40 ਚੋਰ ਤਾਂ ਉਹੀ ਨੇ। ਇਹਨਾਂ ਦੇ ਵਿੱਚੋਂ ਕਾਰਵਾਈ ਕਿਤੇ ਹੁੰਦੀ ਹੈ? ਕਿਹੜੇ ਅਫਸਰ ਨੇ ਵੱਡੇ? ਇੱਕ ਗੱਲ ਹੋਰ ਸੋਚਣ ਵਾਲੀ ਹੈ ਰੂਬਲ ਜੀ ਪੰਜਾਬ ਦੇ ਲੋਕਾਂ ਨੂੰ ਕਿ ਅਫਸਰ ਹਮੇਸ਼ਾ ਇੰਨੀ ਵਾਰ ਅਫਸਰ ਬਦਲੇ ਗਏ, ਚਾਹੇ ਵੱਡੇ ਰੈਂਕ ਦੇ DGP ਹੋਣ, ਚਾਹੇ AG ਹੋਣ, ਚਾਹੇ IG ਰੈਂਕ ਦੇ ਹੋਣ, ਚਾਹੇ DIG ਹੋਣ। ਇਹ ਕਿਉਂ ਚੇਂਜ ਹੁੰਦੇ ਨੇ? ਕਿਉਂ ਹੱਥ ਨਹੀਂ ਧਰਾਉਂਦੇ? ਕੀ ਉਹਨਾਂ ਨੂੰ ਪਤਾ ਜਾਂ ਤਾਂ ਦੋਏ ਗੱਲਾਂ ਨੇ, ਜਾਂ ਤਾਂ ਸਰਕਾਰ ਧੱਕਾ ਕਰ ਰਹੀ ਹੈ ਜਾਂ ਫਿਰ ਉਹਨਾਂ ਨੂੰ ਇਹ ਪਤਾ ਕਿ ਆਉਣ ਵਾਲੀ ਸਰਕਾਰ, ਜੇ ਸਰਕਾਰ ਕੱਲ ਨੂੰ ਆਉਣ ਵਾਲੇ ਸਮੇਂ 'ਚ ਅਕਾਲੀ ਦਲ ਦੀ ਬਣਦੀ ਹੈ ਤਾਂ ਸਾਡਾ ਕੁਝ ਨਹੀਂ ਬਚਣਾ। ਕਿਉਂਕਿ ਜੁਡੀਸ਼ੀਅਲ ਦੇ ਉੱਤੇ ਸਾਡੀਆਂ ਸਰਕਾਰਾਂ ਭਾਰੂ ਹੋ ਚੁੱਕੀਆਂ ਨੇ। ਇੱਕ ਗੱਲ ਮੈਂ ਤੁਹਾਨੂੰ ਪੜ੍ਹ ਕੇ ਚਾਹੇ ਮੈਂ ਲਿਖੀ ਹੋਈ ਹੈ ਯਾਦ ਕਰਾ ਦੇਣਾ ਕਿ ਲੋਕਤੰਤਰ ਦੇ ਵਿੱਚ ਅਸੀਂ 53ਵੇਂ ਨੰਬਰ ਤੇ ਆ। ਸਵੀਡਨ ਦੀ ਇੱਕ ਸੰਸਥਾ VDEM, ਵੈਰਾਈਟੀ ਆਫ ਡੈਮੋਕ੍ਰੇਸੀ, ਉਹ ਇਹ ਕਹਿੰਦੀ ਹੈ ਕਿ ਸਾਡੀ ਇਲੈਕਟੋਰਲ ਜਿਹੜੀ ਆਟੋਕ੍ਰੇਸੀ ਹੈ, ਤਾਨਾਸ਼ਾਹੀ ਹੈ, ਜਿਹੜੀ ਕਹਿੰਦਾ ਅਸੀਂ ਚਾਹੁੰਦੇ ਜ਼ਰੂਰ ਆ ਵੋਟਾਂ ਪਾ ਕੇ, ਪਰ ਸਰਕਾਰਾਂ ਬਣਨ ਤੋਂ ਬਾਅਦ ਇਹ ਤਾਨਾਸ਼ਾਹੀ ਹੋ ਜਾਂਦੀਆਂ ਨੇ। ਇਹ ਸਵੀਡਨ ਦੀ ਸੰਸਥਾ ਨੇ ਕਿਹਾ, VDEM ਨੇ। ਇਹ ਤਾਂ ਕਿੱਥੇ ਖੜਾ ਸਾਡਾ ਪੰਜਾਬ? ਸੋ ਇਹ ਸਾਰੀਆਂ ਚੀਜ਼ਾਂ ਲੋਕ ਜਾਣ ਚੁੱਕੇ ਨੇ। ਇਹਨਾਂ ਦੀਆਂ ਕੋਝੀਆਂ ਚਾਲਾਂ 'ਚ ਹੁਣ ਲੋਕਾਂ ਨੇ ਨਹੀਂ ਆਉਣਾ। ਚਾਹੇ ਇੱਕ ਮੈਂ ਇਹਨਾਂ ਦਾ ਜਵਾਬ ਦੇ ਦਿੰਦਾ, ਕੇਜਰੀਵਾਲ ਜੀ ਤਾਂ ਜਿਹੜਾ ਇਹ ਬਲੇਮ ਲਾਉਂਦੇ ਨੇ, ਪਹਿਲਾਂ ਵੀ ਅਸੀਂ ਬਾਰ-ਬਾਰ, ਮੈਂ ਕੱਲ ਵੀ ਆਪਣੀ ਡਿਬੇਟ 'ਚ ਕਹਿ ਕੇ ਚੁੱਕਿਆ ਕਿ ਕੇਜਰੀਵਾਲ ਜੀ ਐਜ਼ ਏ ਚੀਫ ਮਿਨਿਸਟਰ ਉਹਨਾਂ ਨੇ ਡੈਫਾਮੇਸ਼ਨ ਦੇ ਕੇਸ ਇੰਨੇ ਇਕੱਠੇ ਕਰਤੇ ਕਿ ਕੇਜਰੀਵਾਲ ਜੀ ਪੰਜਾਬ 'ਚ ਤੁਰੇ ਫਿਰੇ ਰਹਿਣ। ਕੇਜਰੀਵਾਲ ਜੀ ਇਸ ਮਾਹੌਲ ਨੂੰ ਚੇਂਜ ਕਰਨ ਲਈ ਰਾਜਨੀਤੀ ਦੇ ਵਿੱਚ ਆਏ ਸੀ। ਉਹਨਾਂ ਨੇ ਦੇਖਿਆ ਕਿ ਮੈਂ ਆਪਣੀ ਸਟੇਟ ਵੀ ਚਲਾਉਣੀ ਹੈ, ਮੈਂ ਲੋਕਾਂ ਦੇ ਕੰਮ ਵੀ ਦੇਖਣੇ ਨੇ, ਮੈਂ ਆਪਣੀ ਡੈਮੋਕ੍ਰੇਸੀ ਵੀ ਦੇਖਣੀ ਹੈ ਸਾਰੀ। ਸੋ ਇਹਨਾਂ ਚੀਜ਼ਾਂ ਕਰਕੇ ਕਿਤੇ ਨਾ ਕਿਤੇ ਉਹ ਬੈਕਫੁੱਟ ਤੇ ਗਏ। ਨਹੀਂ ਤਾਂ ਕੇਜਰੀਵਾਲ ਜੀ ਉਹ ਪਹਿਲੇ ਉਹ ਆਦਮੀ ਸੀ। ਅੱਜ ਜ਼ਰੂਰ ਉਹ ਹਾਈਲਾਈਟ ਹੁੰਦੇ ਨੇ ਮਾਫੀ ਮੰਗਣ ਦੇ ਨਾਂ ਨੂੰ, ਹਾਲਾਂਕਿ ਨੀਵੇਂ ਰੁੱਖਾਂ ਨੂੰ ਫਲ ਹਮੇਸ਼ਾ ਲੱਗਦਾ। ਇਹ ਪੰਜਾਬੀ ਹਰ ਕੱਲਾ ਜਾਣਦਾ। ਲੇਕਿਨ ਉਹਨਾਂ ਨੇ ਆਪਣਾ ਸਿਸਟਮ ਸਾਰਾ ਐਡਜਸਟ ਕਰਨ ਲਈ, ਦਿੱਲੀ ਨੂੰ ਚਲਾਉਣ ਲਈ ਉਹਨਾਂ ਨੇ ਮਾਫੀ ਮੰਗੀ। ਨਹੀਂ ਤਾਂ ਉਹਨਾਂ ਨੇ ਬੋਰਡ ਤੱਕ ਲਗਾ ਦਿੱਤੇ ਸੀ। ਬਿਆਨ ਤਾਂ ਕਾਂਗਰਸੀਆਂ ਨੇ ਵੀ ਬੜੇ ਦਿੱਤੇ ਨੇ,
ਬਿਆਨ ਤਾਂ ਹੋਰ ਲੀਡਰਾਂ ਨੇ ਵੀ ਮਜੀਠੀ ਦੇ ਖਿਲਾਫ 2017 ਤੋਂ ਲੈ ਕੇ ਹੁਣ ਤੱਕ ਦਿੱਤੇ ਨੇ, ਉਹਨਾਂ ਤੇ ਤਾਂ ਡੈਫਾਮੇਸ਼ਨ ਦਾ ਕੇਸ ਹੋ ਨਹੀਂ ਸਕਿਆ ਹੁਣ ਤੱਕ ਮਜੀਠੀਏ ਤੋਂ। ਤਾਂ ਫਿਰ ਕਿਵੇਂ ਨਾ ਪੰਜਾਬੀ ਮੰਨਣ ਕਿ ਇਹਨਾਂ ਦੀ ਹਿਡਨ ਜਿਹੜਾ ਅਲਾਇੰਸ ਹੈ ਵਾਕਈ ਪੱਕਾ ਹੈ? ਕਿਵੇਂ ਯਕੀਨ ਕਰੀਏ ਇਹਨਾਂ ਤੇ ਅਸੀਂ? ਜੀ ਰੋਬਿਨ ਭੁੱਲਰ, ਤੁਹਾਡੇ ਕੋਲ ਹੁਣ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਸਵਾਲ ਅੱਗੇ ਤੋਰ ਰਹੇ ਨੇ ਕਿ ਜਿਵੇਂ ਮਜੀਠੀਆ ਸਾਹਿਬ ਦੀ FIR ਤੋਂ ਬਾਅਦ ਜਿਵੇਂ ਸਪੋਰਟ ਮਿਲਦੀ ਹੈ ਕੈਪਟਨ ਸਾਹਿਬ ਦੀ ਜਾਂ BJP ਵੱਲੋਂ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਇਸ ਤੋਂ ਇਲਾਵਾ ਜਿਹੜੇ ਸਵਾਲ ਚੰਦੀ ਜੀ ਵੱਲੋਂ ਪੁੱਛੇ ਜਾ ਰਹੇ ਨੇ, ਕਿਉਂਕਿ ਉਹਨਾਂ ਦਾ ਕਹਿਣਾ ਹੈ ਤੇ ਭੁੱਲਰ ਸਾਹਿਬ ਨੇ ਵੀ ਇਹੀ ਗੱਲ ਕਹੀ ਕਿ 4.5 ਸਾਲ ਤੁਹਾਡੀ ਸਰਕਾਰ ਹੀ ਰਹੀ ਹੈ, ਉਦੋਂ ਕਿੰਨਾ ਕੁ ਤੁਸੀਂ ਨਸ਼ੇ ਨੂੰ ਕੰਟਰੋਲ ਕਰ ਲਿਆ? ਤੁਸੀਂ ਇੱਕ ਗੱਲ ਤਾਂ ਕਹਿ ਦਿੱਤੀ ਕਿ ਭਾਵੇਂ ਅਖੀਰਲੇ ਦਿਨ ਅਖੀਰਲੇ ਮਿੰਟ ਵੀ ਕਿਉਂ ਨਾ ਜਿਹੜਾ ਹੈ ਫੈਸਲਾ ਹੋਵੇ ਜਾਂ ਸਜ਼ਾ ਹੋਵੇ ਜਾਂ ਜਿਹੜਾ ਕੰਮ ਹੋਵੇ, ਪਰ ਫਿਰ ਵੀ 4.5 ਪੌਣੇ 5 ਸਾਲ ਤੁਹਾਡੇ ਕੋਲ ਹੀ ਸੀਗੇ, ਉਦੋਂ ਕਿੱਥੇ ਸੀਗੇ? ਸੋ ਦੋਨੋਂ ਗੱਲਾਂ ਦੇ ਜਵਾਬ ਤੁਹਾਡੇ ਕੋਲ ਲਵਾਂਗੇ। ਰੋਬਿਨ ਜੀ। ਮੋਹਿਤ ਜੀ, ਆਮ ਆਦਮੀ ਪਾਰਟੀ ਦੀ ਨਾ ਇੱਕ ਬੜੀ ਤਜਵੀਜ਼ ਹੈ ਕਿ ਇਹ ਨਾ ਆਪਣੀਆਂ ਗੱਲਾਂ ਦੇ ਤਾਣੇ ਬਾਣੇ ਚ ਆਪ ਦੇ ਆਪ ਹੀ ਉਲਝ ਜਾਂਦੇ ਆ। ਚੰਦੀ ਸਾਹਿਬ ਨੇ ਹੁਣੇ ਨਾ ਇੱਕ ਗੱਲ ਮੇਰੇ ਅਜ਼ੀਜ਼ ਦੋਸਤ ਨੇ ਆਖੀ ਕਿ ਇਹਨਾਂ ਨੇ ਬੜਾ ਲੀਗਲ ਪੁਆਇੰਟ ਦੇ ਕੇ ਆਪਣੀ ਗੱਲ ਦਾ ਸਪਸ਼ਟੀਕਰਨ ਦਿੱਤਾ ਕਿ NDPS ਦੇ ਤਹਿਤ 60 ਦਿਨਾਂ ਚ ਕਾਰਵਾਈ ਹੋਣੀ ਚਾਹੀਦੀ ਹੈ। ਚੰਦੀ ਸਾਹਿਬ, ਥੋੜਾ ਜਿਹਾ ਸੋਚ ਕੇ ਤੁਸੀਂ ਇੱਕ ਗੱਲ ਦੇਖੋ, NDPS ਦਾ ਪਰਚਾ ਮਜੀਠੀਏ ਤੇ ਹੋਇਆ ਕਦੋਂ ਹੈ? ਕੱਲ ਹੋਇਆ। ਤੁਸੀਂ 60 ਦਿਨਾਂ ਦੀ ਕਿਹੜਿਆਂ ਦੀ ਗੱਲ ਕਰਦੇ ਹੋ? ਕੱਲ ਪਰਚਾ ਹੋਇਆ, ਕਾਰਵਾਈ ਵੀ ਹੋ ਜੂ। ਤੁਸੀਂ 4 ਸਾਲ ਪਿੱਛੇ ਚਲੇ ਜਾਂਦੇ ਹੋ। ਉਹ NDPS ਦਾ ਪਰਚਾ ਨਹੀਂ ਸੀ, ਉਹ STF ਦੀ ਰਿਪੋਰਟ ਸੀ, ਉਸ ਤੋਂ ਪਹਿਲਾਂ ED ਦੀ ਇਨਵੈਸਟੀਗੇਸ਼ਨ ਸੀ। NDPS ਦਾ ਪਰਚਾ ਕੱਲ ਹੋਇਆ, ਅਜੇ 24 ਘੰਟੇ ਹੋਏ ਆ। ਸੋ ਮੈਂ ਦੂਜੀ ਗੱਲ ਕਰਨੀ ਚਾਹੁੰਦਾ, ਫਿਰ ਇਹ ਕਿਤੇ ਲੋਕਤੰਤਰ ਦੀ ਗੱਲ ਕਰਦਾ। ਲੋਕਤੰਤਰ ਚ ਇਕੱਲਾ ਪੰਜਾਬ ਨਹੀਂ ਆਉਂਦਾ, ਪੰਜਾਬ ਦੇ ਨਾਲ 28 ਸੂਬੇ ਹੋਰ ਆਉਂਦੇ ਆ, ਉਹ ਇੰਡੀਆ ਦੀ ਗੱਲ ਆ। ਉਹ ਤੁਸੀਂ BJP ਨੂੰ ਸਵਾਲ ਕਰੋ, ਉੱਥੇ ਤੁਹਾਡੀਆਂ ਆਮ ਆਦਮੀ ਪਾਰਟੀ ਦੀਆਂ ਅਕਾਲੀ ਦਲ ਨੂੰ ਸਵਾਲ ਕਰਨ ਵੇਲੇ ਜਾਂ BJP ਨੂੰ ਸਵਾਲ ਕਰਨ ਵੇਲੇ ਰੱਤਾ ਭਾਰ ਪਤਾ ਨਹੀਂ ਕਿਉਂ ਨਹੀਂ ਚੱਲਦੀਆਂ। ਫਿਰ ਇਹ ਗੱਲ ਕਰਦੇ ਆ ਕਿ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਸੀ, ਆਪਦੀ ਸਟੇਟ ਵੀ ਸਾਂਭਣੀ ਸੀ ਤਾਂ ਮਾਫੀ ਮੰਗ ਲਈ। ਫਿਰ ਗੱਲ ਆ ਜਾਂਦੀ ਹੈ, ਜੇ ਅਸੀਂ ਕਿਸੇ ਦੇ ਖਿਲਾਫ ਬਿਆਨ ਦਿੰਨੇ ਆ, ਤੁਸੀਂ ਹੁਣ ਮੋਹਿਤ ਜੀ, ਮੈਂ ਤੁਹਾਨੂੰ ਕੁਛ ਅਨਾਪ ਸ਼ਨਾਪ ਕਹਿ ਦਾਂ, ਤੁਸੀਂ ਆਪਾਂ TV ਤੇ ਗੱਲ, ਤੁਸੀਂ ਮੇਰੇ ਖਿਲਾਫ ਡੈਫਾਮੇਸ਼ਨ, ਮੈਨੂੰ ਵੀ ਪਤਾ ਜਦੋਂ ਮਰਜੀ, ਕਨਸਟੀਟਿਊਸ਼ਨ ਹੈ ਸਾਡੀ, ਕਾਨੂੰਨ ਹੈ ਦੇਸ਼ ਦੇ ਵਿੱਚ, ਜਦੋਂ ਮਰਜੀ ਡੈਫਾਮੇਸ਼ਨ ਪਾ ਸਕਦੇ ਹੋ। ਸੋ ਜੇ ਤੁਸੀਂ ਇਹਨਾਂ ਦਮ ਨਹੀਂ ਰੱਖਦੇ ਆਪਦੀਆਂ ਗੱਲਾਂ ਤੇ ਖੜਨ ਦਾ, ਫਿਰ ਤੁਸੀਂ ਗੱਲ ਉਹ ਕਰੋ ਨਾ। ਅੱਜ ਤੁਸੀਂ ਡੀਂਗਾ ਮਾਰਦੇ ਹੋ ਕਿ ਸਾਨੂੰ ਪਤਾ ਸੀ ਮਜੀਠੀਆ ਚਿੱਟਾ ਵੇਚਦਾ ਹੈ, ਮਜੀਠੀਆ ਮਜੈਸਕੋ ਬਾਰ ਹੈ, ਇਹ ਹੈ ਉਹ ਹੈ। ਭਗਵੰਤ ਮਾਨ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ, ਇੱਥੇ ਰਾਘਵ ਚੱਡਾ ਜੀ ਆ ਕੇ ਵੱਡੀਆਂ ਵੱਡੀਆਂ ਗੱਲ ਕਰਦੇ ਆ। ਸੋ ਫਿਰ ਉਹ ਗੱਲ ਕਰਨ ਨਾ, ਕੱਲ ਨੂੰ ਡੈਫਾਮੇਸ਼ਨ ਤਾਂ ਕਿਸੇ ਤੇ ਵੀ ਹੋ ਸਕਦੀ ਹੈ। ਜੇ ਮੈਂ ਤੁਹਾਨੂੰ ਤੁਹਾਡੀ ਇਮੇਜ ਨੂੰ, ਤੁਹਾਡੀ ਪਰਸਨੈਲਿਟੀ ਨੂੰ ਡੀਫੇਮ ਕਰਦੀ ਹੈ, ਤੁਹਾਡੀ ਇਸ ਨੇਮ ਪਰਸਨੈਲਿਟੀ ਨੂੰ ਮੈਂ ਡੈਂਟ ਪਾਉਣ ਦੀ ਕੋਸ਼ਿਸ਼ ਕਰਦਾ, ਤੁਸੀਂ ਮੇਰੇ ਤੇ ਵੀ ਕਰ ਸਕਦੇ ਹੋ, ਮੈਂ ਤੁਹਾਡੇ ਤੇ ਵੀ ਕਰ ਸਕਦਾ। ਸੋ ਦੂਜੀ ਗੱਲ, ਭੁੱਲਰ ਸਾਹਿਬ ਨੇ ਗੱਲ ਕਹਿਤੀ ਕਿ ED ਹੈ ਜਿਹੜੀ, ED ਨੇ ਪਹਿਲਾਂ ED, ਭੁੱਲਰ ਸਾਹਿਬ, ED ਪੰਜਾਬ ਸਰਕਾਰ ਦੇ ਅਧੀਨ ਨਹੀਂ ਆਉਂਦੀ, ਮੈਂ ਪਹਿਲਾਂ ਤੁਹਾਨੂੰ ਕਹਿ ਕੇ ਹਟਿਆ। ਸੋ ਮੋਹਿਤ ਜੀ, ਜਿੱਥੋਂ ਤੱਕ ਗੱਲ ਹੈ ਕੈਪਟਨ ਅਮਰਿੰਦਰ ਸਿੰਘ ਦੀ, ਮੈਂ ਤੁਹਾਡੀ ਗੱਲ ਨਾਲ 110% ਐਗਰੀ ਕਰਦਾ ਕਿ 4.5 ਸਾਲਾਂ ਤੋਂ ਕੀ, ਹੁਣ ਤਾਂ 5 ਸਾਲ ਹੀ ਕੰਪਲੀਟ ਮੈਂ ਕਹਿੰਦਾ ਹੋ ਚੱਲੇ, ਕਾਂਗਰਸ ਦੀ ਸਰਕਾਰ ਸੀ, ਕੈਪਟਨ ਅਮਰਿੰਦਰ ਸਿੰਘ ਨੇ ਕਾਰਵਾਈ ਨਹੀਂ ਕੀਤੀ। ਸਾਡੇ AG ਆਫਿਸ ਦੀ ਵੀ ਕੁਤਾਹੀ ਰਹੀ, ਸਾਡੇ ਅਫਸਰਾਂ ਦੇ ਵੀ ਫਲॉज ਰਹੇ। ਪਰ ਇੱਥੇ ਪਤਾ ਲੱਗਦਾ ਕਾਂਗਰਸ ਦੀ ਆਈਡੀਓਲੋਜੀ ਦਾ, ਕੈਪਟਨ ਅਮਰਿੰਦਰ ਸਿੰਘ ਤੇ ਸਾਰੀ ਕੈਬਨਿਟ ਦਾ, ਪੰਜਾਬ ਦੀ ਕਾਂਗਰਸ ਲੀਡਰਸ਼ਿਪ ਦਾ ਤਖਤਾ ਪਲਟ ਕਾਂਗਰਸ ਨੇ ਕਿਉਂ ਕੀਤਾ? ਕਿਉਂਕਿ ਉਹ ਪੰਜਾਬ ਮਾਡਲ ਦੇ ਜਿਹੜੇ ਮੁੱਦੇ ਸੀ, ਬੇਅਦਬੀ ਦਾ ਮੁੱਦਾ ਸੀ, ਨਸ਼ਿਆਂ ਦਾ ਮੁੱਦਾ ਸੀ, ਜਿਹੜੇ ਵੱਡੇ ਮੁੱਦੇ ਸੀ, 18 ਨੁਕਾਤੀ ਏਜੰਡਾ ਕਾਂਗਰਸ ਦੀ ਸਾਡੀ ਹਾਈ ਕਮਾਂਡ ਨੇ ਪੰਜਾਬ ਦੀ ਲੀਡਰਸ਼ਿਪ ਨੂੰ ਦਿੱਤਾ। ਉਹ ਨਾ ਪੂਰਾ ਹੋਣ ਦੀ ਸੂਰਤ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਉਹਨਾਂ ਦੇ ਥੱਲੋਂ ਖੋਈ ਗਈ, ਲੀਡਰਸ਼ਿਪ ਚੇਂਜ ਹੋਈ ਤੇ CM ਚੰਨੀ ਦੇ ਬਣ ਤੋਂ 2-2.5 ਮਹੀਨਿਆਂ ਬਾਅਦ ਅੱਜ ਬੇਅਦਬੀ ਦੀ ਵੀ ਇਨਵੈਸਟੀਗੇਸ਼ਨ ਚੱਲਦੀ ਹੈ। ਉਹ ਬੜੀ ਮੰਦਭਾਗੀ ਗੱਲ ਹੈ। ਜਿਹੜਾ ਹਰਮੰਦਰ ਸਾਹਿਬ ਦੇ ਵਿੱਚ ਇੱਕ ਗੱਲ ਸਾਨੂੰ ਸਮਝਣੀ ਪੈਣੀ ਹੈ ਕਿ ਸਾਨੂੰ ਥੋੜਾ ਜਿਹਾ ਟਾਈਮ, ਇਹੋ ਜਿਹੇ ਮੁਲਜ਼ਮਾਂ ਨੂੰ, ਮੈਂ ਮੰਨਦਾ, ਮੈਂ ਬਿਲਕੁਲ ਇਤਫਾਕ ਰੱਖਦਾ ਇਸ ਗੱਲ ਨਾਲ ਕਿ ਸਾਡੇ ਗੁਰੂ ਦੀ ਜੋ ਬੇਅਦਬੀ ਕਰੇਗਾ ਉਹਨੂੰ ਅਸੀਂ ਹਰਗਿਜ਼ ਬਰਦਾਸ਼ਤ ਨਹੀਂ ਕਰ ਸਕਦੇ, ਪਰ ਉਹ ਤੋਂ ਪੁੱਛਗਿੱਛ ਕਰ ਲੈਣੀ ਚਾਹੀਦੀ ਹੈ, ਸਾਨੂੰ ਜੜ ਤੱਕ ਜਾਣਾ ਚਾਹੀਦਾ। ਸੋ ਮੈਂ ਜਿਹੜੀ ਗੱਲ ਕਰਦਾ ਸੀ, ਮੈਂ ਜਿਹੜੀ ਗੱਲ ਤੇ ਮੈਂ ਵਾਪਸ ਆਉਣ ਲੱਗਿਆ ਕਿ 2-2.5 ਮਹੀਨੇ ਪਹਿਲਾਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਿਆ, ਸੁਖਜਿੰਦਰ ਸਿੰਘ ਰੰਧਾਵਾ ਜੀ ਹੋਮ ਮਿਨਿਸਟਰ ਬਣਿਆ, ਤੇ ਕਾਰਵਾਈਆਂ ਦੇਖੋ, ਇੱਧਰ ਠਾਠਾ ਪਰਚੇ ਹੋ ਰਹੇ ਆ, ਤੇ ਕਾਰਵਾਈ ਕੱਲ ਹਜੇ ਪਰਚਾ ਹੋਇਆ ਤੇ ਗ੍ਰਿਫਤਾਰੀ ਵੀ ਹੋਊਗੀ, SIT ਦਾ ਤੁਸੀਂ ਰਿਜ਼ਲਟ ਆ ਜਾਣਾ ਜੀ। ਓਕੇ, ਸੋ ਜਿਹੜਾ ਅਗਲਾ ਸਵਾਲ ਜਿਹੜਾ ਤੋਰੀ ਰਿਹਾ ਵਾ, ਜਿਹੜੇ ਆਮ ਆਦਮੀ ਜਿਹੜੇ ਅਕਾਲੀ ਦਲ ਦੇ ਸਾਡੇ ਨਾਲ ਜੁੜੇ ਨੇ ਬਲਵਿੰਦਰ ਸਿੰਘ ਭੁੱਲਰ, ਉਹਨਾਂ ਕੋਲ ਜਾਣਨ ਦੀ ਕੋਸ਼ਿਸ਼ ਕਰਾਂਗਾ ਕਿ ਜਿਹੜੀ ਸਪੋਰਟ ਜਿਹੜੀ ਤੁਹਾਨੂੰ ਕੈਪਟਨ ਸਾਹਿਬ ਵੱਲੋਂ ਵੀ ਮਿਲੀ ਹੈ, BJP ਵੱਲੋਂ ਵੀ ਮਿਲੀ ਹੈ, ਕਿ ਲੋਕ ਜਿਹੜੇ ਉਮੀਦ ਕਰ ਰਹੇ ਨੇ ਜਾਂ ਉਹਨਾਂ ਨੂੰ ਡਰ ਜਿਹਾ ਲੱਗ ਰਿਹਾ ਕਿ ਦੋਨੋਂ ਪਾਰਟੀਆਂ ਕਿਤੇ ਇਕੱਠੀਆਂ ਰਲ ਨਾ ਜਾਣ, ਕੀ ਇੱਦਾਂ ਹੋ ਸਕਦਾ ਹੈ? ਭੁੱਲਰ ਸਾਹਿਬ, ਸੱਚਾਈ ਦੇ ਪੱਖ 'ਚ ਬਿਆਨ ਦੇਣਾ
ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਉਸ ਬੰਦੇ ਦੇ ਨਾਲ ਪਾਰਟੀ ਜਿਹੜੀ ਹੈਗੀ ਉਹਦਾ ਸਾਰੀਆਂ ਗੱਲਾਂ ਇੱਕ ਦੂਜੇ ਨਾਲ ਮੈਚ ਕਰ ਜਾਣਗੀਆਂ। ਜੇਕਰ ਉਹਨਾਂ ਨੂੰ ਮਹਿਸੂਸ ਹੋਇਆ ਕਿ ਇਹ ਜਿਹੜਾ ਸੀਗਾ ਪਰਚਾ ਇਹ ਗਲਤ ਢੰਗ ਨਾਲ ਦਿੱਤਾ ਗਿਆ ਹੈ ਔਰ ਪਰਚਾ ਗਲਤ ਹੈ, ਜਿਹੜਾ ਮਜੀਠੀਆ ਸਾਹਿਬ ਹੈਗੇ ਨੇ ਉਹ ਇਸ ਗੱਲ ਦੇ ਵਿੱਚ ਨਹੀਂ ਇਨਵੋਲਵ ਹੈਗੇ, ਉਹਨਾਂ ਨੂੰ ਮਹਿਸੂਸ ਹੋਇਆ, ਜਿਹਨੂੰ ਇਹ ਮਹਿਸੂਸ ਹੋਇਆ ਉਹਨੇ ਇਹ ਬਿਆਨ ਦੇ ਦਿੱਤਾ। ਹੁਣ ਤੁਸੀਂ ਵੀ ਇੱਥੇ ਬੈਠੇ ਪੱਤਰਕਾਰ ਸਾਹਿਬ, ਤੁਸੀਂ ਵੀ ਇੱਥੇ ਬੈਠੇ ਕਹਿ ਰਹੇ ਹੈਗੇ ਹੋ, ਤੁਸੀਂ ਵੀ ਜਿਹੜੇ ਸਵਾਲ ਕਰ ਰਹੇ ਹੋ ਉਹ ਕੁਛ ਨਾ ਕੁਛ ਮਜੀਠੀਆ ਸਾਹਿਬ ਦੇ ਪੱਖ 'ਚ ਜਾਂਦੇ ਆ। ਉਹਨਾਂ ਨੂੰ ਦੇਖਦੇ ਹੋਏ ਕੱਲ ਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਤੁਸੀਂ ਸ਼ਾਇਦ ਮਜੀਠੀਆ ਸਾਹਿਬ ਨਾਲ ਲੜੇ ਹੋਏ ਹੋ ਜਾਂ ਅਕਾਲੀ ਦਲ ਦੇ ਹੋ। ਨਹੀਂ, ਇਹ ਗੱਲ ਨਹੀਂ ਹੋਇਆ ਕਰਦੀ। ਦੇਖੋ, ਜੋ ਸੱਚ ਹੈ ਉਹ ਸੱਚ ਕਹਿਣਾ ਬਣਦਾ ਹੈ, ਉਹ ਸੱਚ ਦੀ ਪ੍ਰੋੜਤਾ ਵੀ ਕਰਨੀ ਬਣਦੀ ਹੈ। ਜੇ ਕੈਪਟਨ ਸਾਹਿਬ ਨੇ ਸੱਚ ਦੀ ਪ੍ਰੋੜਤਾ ਕੀਤੀ ਹੈ ਜਾਂ ਕਿਸੇ ਬੀਜੇਪੀ ਦੇ ਲੀਡਰ ਨੇ ਉਹਦੀ ਪ੍ਰੋੜਤਾ ਕੀਤੀ ਹੈ ਤਾਂ ਉਹਦਾ ਇਹ ਮਤਲਬ ਨਹੀਂ ਹੈ ਕਿ ਸਾਡਾ ਆਪਸ ਦੇ ਵਿੱਚ ਅਲਾਇੰਸ ਹੋ ਗਿਆ। ਦੂਜੀ ਗੱਲ, ਜਿੱਥੇ ਤੱਕ ਅਲਾਇੰਸ ਵਾਲਾ ਜਿਹੜਾ ਆਪਣਾ ਲੁਕਿਆ ਹੈ ਅਲਾਇੰਸ ਕਹਿਣ ਦੀ, ਆਪਣਾ ਮੇਰਾ ਵੀਰ ਆਪ ਵਾਲੇ ਜ਼ਿਆਦਾ ਜ਼ੋਰ ਲਾਉਂਦੇ ਹੈ, ਇਹਨਾਂ ਦੇ ਇਸ ਗੱਲ ਤੇ ਜ਼ਿਆਦਾ ਜ਼ੋਰ ਹੈ ਰਵਾਇਤੀ ਪਾਰਟੀਆਂ ਜੀ, ਰਵਾਇਤੀ ਪਾਰਟੀਆਂ। ਮੈਨੂੰ ਇੱਕ ਤਾਂ ਪਹਿਲਾਂ ਐਂ ਦੱਸ ਦਿਓ ਵੀ ਰਵਾਇਤੀ ਪਾਰਟੀਆਂ ਸੋਡਾ ਅੱਜ ਤੱਕ ਦਾ ਵੱਖ ਕੀ ਹੈ? ਜੋ ਅੱਜ ਤੱਕ ਦੂਜੀਆਂ ਪਾਰਟੀਆਂ 'ਚ ਹੁੰਦਾ ਹੈ ਉਹੀ ਸੋਡੀ ਪਾਰਟੀ 'ਚ ਹੋ ਰਿਹਾ ਹੈ। ਛੋਟੇਪੁਰ ਲਾ ਕੇ ਉਹ ਮਾਰਿਆ, ਠੀਕ ਹੈ ਜੀ। ਉਹ ਦਿੱਲੀ ਤੋਂ ਐਡੇ ਵੱਡੇ ਸੀਨੀਅਰ ਵਕੀਲ ਸਾਹਿਬ ਵਿਚਾਰੇ ਪੰਜਾਬ 'ਚੋਂ ਇਲੈਕਸ਼ਨ ਵੀ ਲੜੇ, ਜਿੱਤੇ ਵੀ, ਉਹਨਾਂ ਨੂੰ ਕੱਢ ਕੇ ਖੂੰਜੇ ਉਹ ਮਾਰਿਆ ਜਦੋਂ ਉਹਨੇ ਸੁਣਵਾਈ ਨਾਲ ਵਿਚਾਰੇ ਰਿਜ਼ਾਈਨ ਕਰ ਗਏ ਹੈ। ਦਿੱਲੀ ਦੇ ਵਿੱਚ ਇੱਕ ਤੁਹਾਡਾ MLA, ਤੁਸੀਂ ਵੱਡੀਆਂ ਵੱਡੀਆਂ ਡੀਂਗਾਂ ਮਾਰਦੇ ਹੋ ਦੂਜੀਆਂ ਗੱਲਾਂ ਦੀਆਂ, ਤੁਹਾਡੇ ਇੱਕ ਐਡੇ ਵੱਡੇ MLA ਆਕਸੀਜਨ ਕਣੀਓ ਤੜਫ ਤੜਫ ਕੇ ਮਰ ਗਏ, ਉਹਦੇ ਵਾਸਤੇ ਇਲਾਜ ਨਹੀਂ ਹੋ ਸਕਿਆ, ਠੀਕ ਹੈ। ਐਡਾ ਸੀਨੀਅਰ ਪੱਤਰਕਾਰ, ਮੇਰਾ ਚੰਗਾ ਦੋਸਤ ਵੀ ਸੀ ਉਹ ਕਿਸੇ ਟਾਈਮ ਦੇ ਉੱਤੇ। ਤੇ ਮੈਂ ਕਹਿਣਾ ਗਾ ਬਈ ਦੱਸੋ ਪਹਿਲਾਂ ਤੁਸੀਂ ਦੂਜਿਆਂ ਨੂੰ ਰਵਾਇਤੀ ਪਾਰਟੀਆਂ ਕਹਿੰਦੇ, ਤੁਹਾਡੇ ਤੇ ਉਹਨਾਂ 'ਚ ਫਰਕ ਕੀ ਹੈਗਾ? ਤੀਜੀ ਗੱਲ, ਮੈਂ ਇਹ ਕਹੂੰਗਾ ਵੀ ਜਿਹੜਾ ਇਹ ਦੋਸ਼ ਸਾਡੇ ਤੇ ਲਾਉਂਦੇ ਆ ਵੀ ਕਾਂਗਰਸ ਤੇ ਅਕਾਲੀ ਦਾ ਛੁਪਿਆ ਹੋਇਆ ਜਿਹੜਾ ਹੈਗਾ ਅਲਾਇੰਸ ਹੈਗਾ, ਮੈਂ ਕਹਿਣਾ ਗਾ ਵੀ ਇਹ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦਾ ਛੁਪਿਆ ਹੋਇਆ। ਕਿਉਂਕਿ ਦੇਖੋ, ਜਿਹੜੇ ਦੋਸ਼ ਸਰਕਾਰ ਬਣਾਉਣ ਵਾਸਤੇ ਲੜਾਈ ਲੜਦੇ ਆਮ ਆਦਮੀ ਪਾਰਟੀ ਨੇ ਲਾਏ ਮਜੀਠੀਆ ਸਾਹਿਬ ਦੇ ਉੱਤੇ, ਉਹੀ ਅੱਜ ਕਾਂਗਰਸ ਲਾ ਰਹੀ ਹੈ। ਕੱਲ ਆਮ ਆਦਮੀ ਪਾਰਟੀ ਮਾਫੀ ਮੰਗ ਕੇ ਗਈ ਹੈ, ਆਉਣ ਵਾਲੇ ਟਾਈਮ ਰੁਕ ਜਾਓ, ਇਲੈਕਸ਼ਨ ਹੋਣ ਦਿਓ, ਮਹਾਰਾਜ ਕਿਰਪਾ ਕਰਨਗੇ, ਲੋਕ ਪੰਜਾਬ ਦੇ ਸੱਚ ਨੂੰ ਦਾ ਸਾਥ ਦੇਣਗੇ ਔਰ ਲੋਕਾਂ ਦੇ ਸਾਹਮਣੇ ਸੱਚ ਆ ਜਾਊਗਾ। ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇਹੀ ਚੰਨੀ ਸਾਹਿਬ ਵੀ ਉਸੇ ਤਰ੍ਹਾਂ ਮਾਫੀਆਂ ਮੰਗਦੇ ਹੋਏ ਤੁਹਾਨੂੰ ਨਜ਼ਰ ਆਉਣਗੇ। ਮੈਂ ਤਾਂ ਇਹ ਗੱਲ ਕਹੂੰਗਾ ਕਿ ਅਜਿਹੀ ਰਾਜਨੀਤੀ ਕਦੇ ਨਾ ਖੇਡੋ ਜਿਹੜੀ ਝੂਠੇ ਦੋਸ਼ਾਂ ਵਾਲੀ ਹੈ। ਜੋ ਦੇਖੋ, ਮੈਂ ਇਹ ਨਹੀਂ ਕਹਿੰਦਾ ਵੀ ਜਿਹੜੇ ਮੁੱਦੇ ਨਾ ਚੱਕੋ, ਮੁੱਦੇ ਚੱਕੋ ਯਾਰ, ਮੁੱਦੇ ਜਨਤਾ ਦੇ ਹੋਰ ਮੁੱਦੇ ਬਹੁਤ ਨੇ ਚੱਕਣ ਵਾਲੇ ਨੇ, ਉਹ ਤਾਂ ਆਪਾਂ ਚੱਕਦੇ ਨਹੀਂ ਹੈ, ਉਹ ਤਾਂ ਆਪਾਂ ਚੱਕਦੇ ਨਹੀਂ ਹੈ, ਉਹਦੇ ਤਾਂ ਆਪਾਂ ਗੱਲ ਨਹੀਂ ਕਰਦੇ ਹਾਂ, ਆਪਾਂ ਦੂਜੀਆਂ ਗੱਲਾਂ ਕਰਦੇ ਪਏ ਹਾਂ। ਸੋ ਮੈਂ ਇਹੀ ਕਹੂੰਗਾ ਵੀ ਇਸ ਗੱਲ ਵਾਸਤੇ ਨਾ ਜ਼ਰੂਰੀ ਨਹੀਂ ਕਿ ਆਪਾਂ ਜਿਹੜੇ ਮੁੱਦੇ ਹੈਗੇ ਇੱਕ ਦੂਜੇ ਦੇ ਦੋਸ਼ ਹੀ ਲਾਈਏ। ਆਪਾਂ ਮੁੱਦੇ ਚੱਕੋ ਜਨਤਾ ਦੀ ਭਲਾਈ ਦੇ, ਆਪਾਂ ਮੁੱਦੇ ਚੱਕੋ ਲੋਕਾਂ ਦੀ ਸੇਵਾ ਦੇ। ਆਪਣੇ ਕੋਲ ਜਿਹੜਾ ਠੇਕਾ ਹੈ ਉਹ ਲੋਕਾਂ ਦੀ ਸੇਵਾ ਕਰਨ ਦਾ, ਨਾ ਕਿ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰਕੇ ਦੂਜੇ ਨੂੰ ਨੀਵਾਂ ਦਿਖਾ ਕੇ ਆਪਦੇ ਆਪ ਨੂੰ ਉੱਚਾ ਕਰਨ ਦੀ ਕੋਸ਼ਿਸ਼ ਕਰਨ ਦਾ। ਸੋ ਇਸ ਗੱਲ ਵੱਲ ਸਾਰੀਆਂ ਪਾਰਟੀਆਂ ਨੂੰ ਧਿਆਨ ਦੇਣ ਦੀ ਲੋੜ ਹੈ ਜੀ। ਅੱਗੇ ਵਧਦੇ ਹੁਣ ਰਮਨ ਚੰਦਰ ਜੀ, ਜਿਵੇਂ ਹੁਣੇ ਭੁੱਲਰ ਸਾਹਿਬ ਨੇ ਗੱਲ ਕਹੀ ਹੈ ਕਿ ਹਾਂ ਵੀ ਤੁਹਾਡੀ ਪਾਰਟੀ ਵਿੱਚ ਵੀ ਕਾਫੀ ਕੁਝ ਇਹੋ ਜਿਹਾ ਚੱਲਿਆ, ਕਦੀ ਕਿਸੇ ਨੂੰ ਉਤਾਰਦਾ, ਕਦੀ ਕਿਸੇ ਨੂੰ। ਹੁਣ ਕਿਉਂਕਿ ਸਮਾਂ ਬਹੁਤ ਥੋੜ੍ਹਾ ਰਹਿ ਚੁੱਕਿਆ ਤੇ ਹੁਣ ਸੀਟਾਂ ਮਤਲਬ ਕਿ ਦਿੱਤੀਆਂ ਜਾ ਰਹੀਆਂ ਨੇ, ਹੈ ਨਾ। ਹੁਣ ਉਹਦੇ ਵਿੱਚ ਵੀ ਲੋਕਾਂ ਦੀ ਨਾਰਾਜ਼ਗੀ ਸਾਹਮਣੇ ਆ ਰਹੀ। ਕੋਈ ਬੰਦਾ ਕਹਿ ਰਿਹਾ, ਜਿਵੇਂ ਨਵਾਂ ਸ਼ਹਿਰ ਤੋਂ ਮੈਂ ਸ਼ਾਇਦ ਪੜ੍ਹ ਰਿਹਾ ਸੀਗਾ ਕਿ ਉੱਥੋਂ ਦੇ ਲੋਕ ਜਿਹੜੇ ਪਾਰਟੀ ਨੂੰ ਕਾਫੀ ਦੇਰ ਤੋਂ ਸੇਵਾ ਕਰ ਰਹੇ ਨੇ, ਉਹਨਾਂ ਨੂੰ ਸੀਗਾ ਕਿ ਬਈ ਸਾਨੂੰ ਸ਼ਾਇਦ ਸੀਟ ਮਿਲੇਗੀ, ਉਹਦੀ ਸੀਟ ਕੱਟੇਗੀ। ਸੋ ਇਹ ਦੌਰ ਆਮ ਆਦਮੀ ਪਾਰਟੀ ਤੋਂ ਬੜੀ ਦੇਰ ਤੋਂ ਦੇਖਿਆ ਜਾ ਰਿਹਾ ਕਿ ਹਾਂ ਬਈ ਜਿਹੜੀ ਇੱਕ ਵਧੀਆ ਇੱਕ ਰਿਸਪੈਕਟ ਕਹਿ ਲਓ ਜਾਂ ਕਿ ਹਾਇਰਾਰਕੀ ਜਿਹੜੀ ਉੱਪਰੋਂ ਚੱਲੀ ਆ ਰਹੀ ਹੈ, ਕਿਉਂਕਿ ਉੱਪਰੋਂ ਦਿੱਲੀ ਤੱਕ ਗੱਲ ਜਾਂਦੀ ਤੁਹਾਡੀ ਸਾਰੀ, ਆਪਸ ਸੂਬੇ ਲੈਵਲ ਤੇ ਜਿਹੜੀ ਹੈ ਕੋਈ ਉਹ ਗੱਲਬਾਤ ਨਹੀਂ ਹੁੰਦੀ ਹੈ। ਸੋ ਨਾਰਾਜ਼ਗੀ ਸਾਹਮਣੇ ਆ ਰਹੀ ਹੈ ਜਾਂ ਹੋਰ ਵੀ ਕਾਫੀ ਡਿਸਟਰਬੈਂਸ ਜਿਹੜੀ ਤੁਹਾਡੀ ਪਾਰਟੀ ਚੱਲ ਰਹੀ, ਕਿਉਂਕਿ ਤੁਹਾਡੇ ਆਲਰੇਡੀ ਕਾਫੀ ਸਾਰੇ ਵਿਧਾਇਕ ਜਿਹੜੇ ਨੇ ਛੱਡ ਕੇ ਜਾ ਚੁੱਕੇ ਨੇ। ਕਾਫੀ ਸਾਰੀ ਡਿਬੇਟਾਂ 'ਚ ਇੱਕੋ ਸਵਾਲ ਬਾਰ-ਬਾਰ ਪੁੱਛਿਆ ਜਾਂਦਾ ਹੈ ਕਿ ਬਈ ਤੁਸੀਂ ਗਰੰਟੀਆਂ ਦਿੰਦੇ ਫਿਰਦੇ ਹੋ, ਤੁਹਾਡੇ ਆਪਣੇ ਵਿਧਾਇਕਾਂ ਦੀ ਗਰੰਟੀ ਨਹੀਂ ਹੈ। ਉਹਦੇ ਬਾਰੇ ਕੀ ਕਹਿੰਦੇ ਹੋ ਚੰਦੀ ਜੀ? ਰੂਬਲ ਜੀ, ਕਦੇ ਤੁਸੀਂ ਇਹ ਨਹੀਂ ਪੁੱਛਿਆ ਆਮ ਆਦਮੀ ਪਾਰਟੀ ਦੀ ਗਾਰੰਟੀ ਤੋਂ ਬਿਨਾਂ ਕਿ ਇਹਨਾਂ ਦੇ ਵਾਅਦੇ ਹੁਣ ਦੋਏ ਮੇਰੇ ਵੀਰ, ਚਲੋ ਇੱਕ ਤਾਂ ਮੇਰੇ ਬਜ਼ੁਰਗਾਂ ਸਮਾਨ ਨੇ ਅਕਾਲੀ ਦਲ ਦੇ, ਇਹਨਾਂ ਦੋਨਾਂ ਨੂੰ ਮੈਂ ਕਹਿਣਾ ਵੀ ਤੁਸੀਂ ਆਪਣੇ ਪੀੜੇ ਥੱਲੇ ਝਾੜੂ ਫੇਰੋ, ਸੋਟਾ ਫੇਰੋ, ਝਾੜੂ ਫੇਰੋ। ਇੱਕੋ ਹੀ ਗੱਲ ਹੈ ਕਿ ਅਕਾਲੀ ਦਲ ਦੇ ਕਿੰਨੇ ਛੱਡ ਕੇ ਜਾ ਚੁੱਕੇ, ਕਿੱਡੇ ਕਿੱਡੇ ਧਨਾੜ ਲੀਡਰ। ਅਸੀਂ ਤਾਂ ਕਹਿੰਦੇ ਨਹੀਂ ਹੈ, ਕਿਉਂਕਿ ਇਹ ਤਾਂ ਆਮ ਆਦਮੀ ਪਾਰਟੀ ਇਕੱਲੇ ਆਮ ਆਦਮੀ ਪਾਰਟੀ ਜਿਹਨੇ ਹਰ ਇੱਕ ਪਾਰਟੀ 'ਚ ਚੱਲਦਾ। ਕੋਈ ਪਾਰਟੀ ਜੋ ਬਾਹਰ ਹੋ ਗਿਆ, ਕੋਈ ਪਾਰਟੀ ਦੇ ਅੰਦਰ ਆ ਗਿਆ, ਕੋਈ ਇੱਧਰ ਹੋ ਗਿਆ, ਕੋਈ ਉੱਧਰ ਹੋ ਗਿਆ।
ਆ ਕਾਂਗਰਸ ਦੇ ਦਿਨ 10 ਦਿਨ ਹੋਰ ਖੜ ਜੋ, ਅੱਧੀ ਕਾਂਗਰਸ ਖਾਲੀ ਹੋ ਜਾਣੀ ਹੈ। ਅਕਾਲੀ ਦਲ ਦੇ ਕਿੱਡੇ ਕਿੱਡੇ ਧਨਾੜ ਜਾ ਰਹੇ ਨੇ, ਨਾਮ ਤਾਂ ਮੈਂ ਲੈਣਾ ਨਹੀਂ ਕਿਉਂਕਿ ਪ੍ਰੈਸ ਵਾਲੇ ਆਪੇ ਨਾ ਉਜਾਗਰ ਕਰੀ ਜਾਂਦੇ ਨੇ ਹੋਰ ਡਿਬੇਟਾਂ ਦੇ ਵਿੱਚ। ਸੋ ਮੇਰਾ ਕਹਿਣ ਦਾ ਮਤਲਬ ਹੈ ਇਹ ਕੋਈ ਮੁੱਦਾ ਨਹੀਂ ਹੈ ਪਾਰਟੀਆਂ ਦੇ ਲੀਡਰਾਂ ਦਾ ਇਧਰੋਂ ਉਧਰ ਜਾਣਾ। ਰਹੀ ਗੱਲ, ਇਹਨਾਂ ਨੇ ਕੈਪਟਨ ਸਾਹਿਬ ਦੀ ਬੜੀ ਸ਼ਲਾਘਾ ਕੀਤੀ। ਹੁਣ ਮੈਂ ਉਸੇ ਗੱਲ ਤੇ ਆ ਜਾਣਾ ਵੀ ਕੈਪਟਨ ਸਾਹਿਬ ਵਿਕਰਮ ਮਜੀਠੀਆ ਦੇ ਨਾਂ ਨੂੰ ਲੈ ਕੇ 2017 ਚ ਇੱਕ ਵੱਡਾ ਮੁੱਦਾ ਬਣਾ ਕੇ ਇਲੈਕਸ਼ਨ ਲੜਦੇ ਆ। ਉਹੀ ਕੈਪਟਨ ਸਾਹਿਬ ਅੱਜ ਕਹਿੰਦੇ ਨੇ ਕਿ ਇਹ ਮਾੜਾ ਹੋਇਆ। ਕੀ ਇਹ ਦੋਨਾਂ ਕੈਪਟਨਾਂ ਦੇ ਵਿੱਚ ਕੀ ਫਰਕ ਹੈ ਇਹ ਆਪੇ ਦੱਸਣ। ਇਹਨਾਂ ਦੀ ਗੱਲ ਤੋਂ ਹੀ ਲੋਕਾਂ ਨੇ ਪਹਿਚਾਣ ਜਾਣਾ ਵੀ ਕੋਈ ਨਾ ਕੋਈ ਦਾਲ ਚ ਕਾਲਾ ਹੈਗਾ। ਉਹੀ ਕੈਪਟਨ ਸਾਹਿਬ ਨੂੰ ਮਜੀਠੀਆ ਆਪਣੇ ਨਸ਼ੇ ਦਾ ਸੁਦਾਗਰ ਲੱਗਦਾ ਸੀ, ਅੱਜ ਉਹੀ ਉਹਨੂੰ ਚੰਗਾ ਲੱਗਦਾ। ਸੋ ਇਹ ਚੀਜ਼ਾਂ ਲੋਕਾਂ ਨੂੰ ਆਪ ਦਰਸਾਉਂਦੀਆਂ ਨੇ, ਸਾਨੂੰ ਮਜਬੂਰ ਕਰਦੀਆਂ ਨੇ ਇਹਨਾਂ ਡਿਬੇਟਾਂ ਦੇ ਵਿੱਚ ਗੱਲਾਂ ਕਰਨ ਲਈ। ਆਮ ਆਦਮੀ ਪਾਰਟੀ ਆਪਣੇ ਰੋਬਨ ਜੀ ਨੂੰ, ਭੁੱਲਰ ਸਾਹਿਬ ਨੂੰ ਯਾਦ ਕਰਾਉਣਾ ਕਿ ਇੱਕੋ ਇੱਕ ਸਟੇਟ ਆ 28 ਸਟੇਟਾਂ ਚੋਂ ਦਿੱਲੀ, ਜਿਹੜੀ ਕੈਗ ਦੀ 2019 ਦੀ ਰਿਪੋਰਟ ਦੇ ਵਿੱਚ ਪ੍ਰੋਫਿਟ ਆਈ ਆ। ਕੋਈ ਵੀ ਸਟੇਟ ਪ੍ਰੋਫਿਟ 'ਚ ਨਹੀਂ ਆਈ ਅੱਜ ਤੱਕ। 2 ਮੰਤਰੀ WhatsApp ਦੀ ਸ਼ਿਕਾਇਤ ਤੇ ਅਰਵਿੰਦ ਕੇਜਰੀਵਾਲ ਜੀ ਨੇ ਬਰਖਾਸਤ ਕਰਤੇ ਸੀ। ਤੁਸੀਂ ਤਾਂ ਅੱਜ ਤੱਕ ਕੋਈ ਅਫਸਰ ਨਹੀਂ ਬਰਖਾਸਤ ਕਰ ਸਕਦੇ ਕਿਉਂਕਿ ਅਫਸਰ ਵੀ ਲੀਡਰਾਂ ਦੇ ਨਾਲ ਵੱਡੇ ਵੱਡੇ ਰਲੇ ਹੋਏ ਨੇ। ਸੋ ਇਹਨਾਂ ਗੱਲਾਂ ਦਾ ਬਾਰ-ਬਾਰ ਰੋਜ਼ ਡਿਬੇਟਾਂ 'ਚ ਕਰਨ ਦਾ ਕੋਈ ਫਾਇਦਾ ਨਹੀਂ। ਕੋਈ ਵੱਡਾ ਮੁੱਦਾ ਉਹ ਤੇ, ਕੋਈ ਸੈਂਸਿਟਿਵ ਮੁੱਦਾ ਉਹ ਤੇ ਆਪਾਂ ਬੋਲੀਏ ਜਾਂ ਆਉਣ ਵਾਲੇ ਸਮੇਂ 'ਚ ਬੋਲੀਏ। ਗਰੰਟੀਆਂ ਔਰ ਵਾਅਦਿਆਂ 'ਚ ਕੋਈ ਗਰੰਟੀ ਨਾ ਹੋਏ ਕੇਜਰੀਵਾਲ ਜੀ ਨੇ ਇਸ ਕਰਕੇ ਦਿੱਤਾ ਕਿਉਂਕਿ ਲੋਕ ਇਹਨਾਂ ਪਾਰਟੀਆਂ ਦੇ ਵਾਅਦਿਆਂ ਤੋਂ ਤੰਗ ਆ ਚੁੱਕੇ ਸੀ। ਹੋਰ ਗਰੰਟੀ ਦਾ ਕੋਈ ਮਤਲਬ ਨਹੀਂ ਹੁੰਦਾ ਕਿ ਕਿਉਂਕਿ ਗਰੰਟੀ ਦੇ ਸਿਰ ਤੇ ਉਹਨਾਂ ਨੇ ਆਪਣੀ ਦਿੱਲੀ ਚਲਾਈ ਆ ਔਰ ਚਲਾ ਰਹੇ ਨੇ। ਜੀ ਰੋਬਿਨ ਜੀ ਕੁਝ ਕਹਿਣਾ ਚਾਹੁੰਦੇ ਨੇ? ਹਾਂਜੀ ਰੋਬਿਨ ਜੀ। ਮੋਹਿਤ ਜੀ ਇਹ ਕਹਿੰਦੇ ਗਰੰਟੀਆਂ ਦੇ ਸਿਰ ਤੇ, ਮੈਂ ਇਹ ਕਾਂਗਰਸ ਨੂੰ ਵਾਅਦੇ ਯਾਦ ਕਰਾਉਂਦੇ ਆ ਪੰਜਾਬ ਚ ਆ ਕੇ। ਇਹਨਾਂ ਦੇ ਚੱਡਾ ਜੀ, ਇਹਨਾਂ ਦੀ ਪੰਜਾਬ ਲੀਡਰਸ਼ਿਪ ਕੇਜਰੀਵਾਲ ਸਾਹਿਬ ਦੀ ਆ ਕੇ। ਮੈਂ ਇਹਨਾਂ ਨੂੰ ਪੁੱਛਦਾ 8 ਲੱਖ ਨੌਕਰੀ ਦਾ ਵਾਅਦਾ ਅਰਵਿੰਦ ਕੇਜਰੀਵਾਲ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਕੀਤਾ ਸੀ। 8 ਲੱਖ ਚੋਂ 4 ਲੱਖ ਨਹੀਂ, 4000 ਨਹੀਂ, 440 ਨੌਕਰੀਆਂ ਦਿੱਤੀਆਂ। ਬੜੀ ਲੱਜਾ ਦੀ ਗੱਲ ਹੈ। 8 ਲੱਖ ਚੋਂ ਤੁਸੀਂ 440 ਨੌਕਰੀਆਂ ਦਿੰਦੇ ਹੋ। 2015 ਤੋਂ ਤੁਸੀਂ ਆਏ ਸਾਲ ਜਦੋਂ MCD ਇਲੈਕਸ਼ਨ ਹੁੰਦੇ ਆ, ਉਦੋਂ ਜਦੋਂ ਕੋਈ ਇਲੈਕਸ਼ਨ ਹੁੰਦੇ ਆ ਜਾਂ ਜਦੋਂ ਕਿਸੇ ਜਲਸੇ ਤੇ ਜਾਂਦੇ ਹੋ, ਅਸੀਂ ਯਮੁਨਾ ਨੂੰ ਪਾਕ ਪਵਿੱਤਰ ਕਰਾਂਗੇ, ਯਮੁਨਾ ਨੂੰ ਸਾਫ਼ ਕਰਾਂਗੇ, ਉਹ ਵਾਅਦਾ। ਫਿਰ ਤੁਸੀਂ ਗੱਲ ਕਰਦੇ ਹੋ ਕਿ ਅਸੀਂ ਕਿੰਨੇ ਅਫਸਰ ਬਰਖਾਸਤ ਕਰਤੇ। ਹੁਣ ਮੈਂ ਤੁਹਾਨੂੰ ਇੱਕ ਸਵਾਲ ਕਰਨ ਲੱਗਿਆ ਰਮਨ ਜੀ, ਸ਼ਾਇਦ ਤੁਹਾਡੇ ਖਿਆਲ 'ਚ ਨਾ ਹੋਵੇ, ਤੁਸੀਂ ਹੋਵੇ ਵੀ ਤਾਂ ਤੁਸੀਂ ਮੈਨੂੰ ਜਵਾਬ ਦੇ ਦਿਓ। ਦਿੱਲੀ ਸ਼ੈਲਟਰ ਬੋਰਡ, ਪਿਛਲੇ ਦਿਨੀ ਰਾਘਵ ਚੱਡਾ ਜੀ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਨੂੰ ਤਾਂ ਸਵਾਲ ਕਰਦੇ ਸੀ ਕਿ ਤੁਸੀਂ ਬਸੇਰਾ ਸਕੀਮ ਦੇ ਤਹਿਤ ਕਿੰਨੇ ਘਰ ਦਿੱਤੇ, ਕਿੰਨੇ ਪਲਾਟ ਦਿੱਤੇ। ਦਿੱਲੀ ਸ਼ੈਲਟਰ ਬੋਰਡ ਜਿਹੜਾ ਗਰੀਬਾਂ ਨੂੰ, ਜਿਹੜੇ ਕਿਰਤੀ ਕਾਮਿਆਂ ਨੂੰ ਸਿਰ ਤੇ ਛੱਤਾਂ ਪ੍ਰਦਾਨ ਕਰਦਾ, ਉਹਦੇ 209 ਕਰੋੜ ਰੁਪਏ ਦੇ ਗਬਨ ਦਾ CBI ਕੇਸ ਅਰਵਿੰਦ ਕੇਜਰੀਵਾਲ ਦੇ ਸਿਰ ਲੱਗਦਾ। ਮੋਹਿਤ ਜੀ FDC ਬੈਂਕ ਆਫ ਬਰੋਦਾ 'ਚ 112 FDC, ਜਿਨ੍ਹਾਂ ਤੋਂ 3 ਤਾਂ ਜੈਨੂਅਨ ਪਾਈਆਂ ਗਈਆਂ ਤੇ 109 ਜਾਲੀ, 209 ਕਰੋੜ ਰੁਪਏ ਦਾ ਗਬਨ। ਤੁਸੀਂ, ਮੈਂ ਇਹ ਸਵਾਲ ਕਰਦਾ। ਦੂਜੀ ਗੱਲ, ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ DTC 2010 ਤੋਂ ਲੈ ਕੇ ਅੱਜ 2021 ਹੈ, 11 ਸਾਲ ਹੋ ਗਏ, ਇੱਕ ਵੀ ਨਵੀਂ ਬੱਸ ਸਾਬਿਤ ਕਰਦੇ ਆਮ ਆਦਮੀ ਪਾਰਟੀਆਂ ਦਿੱਲੀ ਸਰਕਾਰ ਕਿ ਅਸੀਂ ਪਾਈ ਹੋਵੇ, ਜਦੋਂ ਕਿ 11,000 ਨਵੀਆਂ ਬੱਸਾਂ ਦੀ ਜ਼ਰੂਰਤ ਦਿੱਲੀ ਨੂੰ ਅੱਜ। ਨਾਲ ਹੀ ਇੱਕ ਹੋਰ ਸਵਾਲ ਸੁਣ ਲਓ ਮੇਰਾ, 3412 ਕਰੋੜ ਰੁਪਏ ਦਾ ਘਪਲਾ, ਜਿਹੜੀਆਂ ਲੋ ਫਲੋਰ ਬੱਸ ਸਕੈਮ, CBI ਕੇਸ ਅਰਵਿੰਦ ਕੇਜਰੀਵਾਲ ਦੇ ਸਿਰ ਲੱਗਾ। DTC ਦਾ 3412 ਕਰੋੜ, ਦਿੱਲੀ ਸ਼ੈਲਟਰ ਬੋਰਡ ਦਾ 209 ਕਰੋੜ, ਲਗਭਗ 38-3900 ਕਰੋੜ ਰੁਪਇਆ ਖਾ ਕੇ ਕੇਜਰੀਵਾਲ ਸਾਹਿਬ ਨੇ ਡਕਾਰ ਨਹੀਂ ਲਿਆ ਤੇ ਗਰੰਟੀਆਂ ਪੰਜਾਬ ਚ ਆ ਕੇ ਦਿੰਦੇ ਆ। ਸਵਾਲ ਇੱਥੋਂ ਦੀ ਬਸੇਰਾ ਸਕੀਮ ਨੂੰ ਕਰਦੇ ਆ, ਸਵਾਲ ਇੱਥੋਂ ਦੇ ਟਰਾਂਸਪੋਰਟ ਮਾਫੀਆ ਨੂੰ ਕਰਦੇ ਆ। ਦਿੱਲੀ ਦੀ ਟਰਾਂਸਪੋਰਟ ਕਾਰਪੋਰੇਸ਼ਨ, ਦਿੱਲੀ ਦੇ ਸ਼ੈਲਟਰ ਬੋਰਡ ਦਾ ਮੈਂ ਸਵਾਲ ਅੱਜ ਆਮ ਆਦਮੀ ਪਾਰਟੀ ਨੂੰ ਤੁਹਾਡੇ ਮਾਧਿਅਮ ਰਾਹੀਂ ਕਰ ਜੀ। ਚੰਦਰ ਜੀ ਤੁਸੀਂ ਜਵਾਬ ਦੇ ਸਕਦੇ ਹੋ, ਨਹੀਂ ਤਾਂ ਅਸੀਂ ਅੱਗੇ ਵੱਧ ਸਕਦੇ ਹਾਂ। ਚੰਦਰ ਜੀ ਕੀ ਜਵਾਬ ਦਿੰਦੇ ਹੋ? ਭੁੱਲਰ ਸਾਹਿਬ ਨੂੰ ਮੈਂ ਇਹ ਯਾਦ ਕਰਾ ਦਿੰਦਾ ਕਿ ਦਿੱਲੀ ਇੱਕ UT ਸਟੇਟ ਹੈ। 70% ਅਧਿਕਾਰ ਸੈਂਟਰ ਦੀਆਂ ਸਰਕਾਰਾਂ ਕੋਲ ਨੇ। MCD ਵੀ ਸੈਂਟਰ ਦੀ ਸਰਕਾਰ ਦੇ ਅਧੀਨ ਆਉਂਦੀ ਹੈ। MCD ਦਾ ਕੋਈ ਰੌਲਾ ਨਹੀਂ। ਚੰਦੀ ਜੀ ਗੁੰਮਰਾਹ ਨਾ ਕਰੋ ਟੀਵੀ ਤੇ ਬੈਠ ਕੇ। ਰੌਲਾ ਸ਼ੈਲਟਰ ਬੋਰਡ ਦਾ ਹੈ, ਸ਼ੈਲਟਰ ਬੋਰਡ ਦਿੱਲੀ ਗਵਰਨਮੈਂਟ ਕੋਲ ਹੈ। ਗੁੰਮਰਾਹ ਨਾ ਕਰੋ ਟੀਵੀ ਤੇ ਬੈਠ ਕੇ। NRI ਵੀ ਟੀਵੀ ਨੂੰ ਦੇਖਦੇ ਆ, NRI ਵੀ ਨੇ ਤੁਸੀਂ ਫੰਡ ਮੰਗਾਉਣੇ।
ਤੁਸੀਂ ਗੁੰਮਰਾਹ ਨਾ ਕਰੋ। ਸੈਂਟਰ ਬੋਰਡ ਐਮਸੀਡੀ ਦੇ ਥੱਲੇ ਨਹੀਂ, ਦਿੱਲੀ ਟਰਾਂਸਪੋਰਟ ਮੈਂ ਗੱਲ ਕਹੂੰਗਾ ਕਿ ਇੱਕ ਸੈਕਿੰਡ ਭੁੱਲਰ ਸਾਹਿਬ, ਰੋਬਿਨ ਜੀ, ਚੰਦੀ ਜੀ, ਗੁੰਮਰਾਹ ਨਹੀਂ ਕਰਨਾ, ਤੁਹਾਨੂੰ ਉੱਥੋਂ ਹੀ ਫੰਡ ਆਉਂਦੇ ਆ, ਉੱਥੇ ਤੁਸੀਂ ਇਲੈਕਸ਼ਨ ਲੜਦੇ ਆ। ਰੋਬਿਨ ਜੀ, ਚੰਦੀ ਜੀ, ਰੋਬਿਨ ਜੀ ਜੀ, ਰੋਬਿਨ ਜੀ, ਚੰਦੀ ਜੀ ਜੀ ਮੈਂ ਗੱਲ ਕਹੂੰਗਾ, ਅਸੀਂ ਕਿ ਡਿਸਟਰਬ ਕਰਦੇ ਆ ਤੁਹਾਨੂੰ, ਸੁਣੋ ਤਾਂ ਸਹੀ ਨਾ 1 ਮਿੰਟ ਲਈ ਜਵਾਬ। ਜੀ ਕੋਈ ਗੱਲ ਨਹੀਂ, ਹੋਰ ਸਮਾਂ ਮਿਲ ਜਾਂਦਾ। ਤੁਸੀਂ 1 ਮਿੰਟ ਚੰਦੀ ਜੀ, ਤੁਸੀਂ ਜੋ ਜਵਾਬ ਦੇਣਾ ਚਾਹੁੰਦੇ 1 ਮਿੰਟ ਦੇ ਸਕਦੇ ਆ। ਆਪਣਾ ਇੱਕ ਹੋਰ ਮੁੱਦਾ ਹੈ ਜਿਹਦੇ ਬਾਰੇ ਗੱਲ ਕਰਨੀ ਹੈ। 200 ਕਰੋੜ ਰੁਪਏ ਦਾ ਸਕੈਮ ਦੀਆਂ ਗੱਲਾਂ ਕਰਦੇ ਹੋ, ਅੱਜ ਤੱਕ ਤੁਹਾਡੇ ਕਿਸੇ ਲੀਡਰ ਨੇ ਤਾਂ ਸਕੈਮ ਦੀਆਂ ਗੱਲਾਂ ਕੀਤੀਆਂ ਨਹੀਂ। ਤੁਸੀਂ ਅੱਜ ਪਹਿਲੀ ਵਾਰ ਡਿਬੇਟ ਦੇ ਵਿੱਚ ਕਰਦੇ, ਤੁਸੀਂ ਪ੍ਰੂਫ ਨਾਲ ਲੈ ਕੇ ਆਉਂਦੇ। ਦਿੱਲੀ ਦੇ 4000 ਕਰੋੜ ਦਾ ਸਕੈਮ ਹੋਇਆ ਹੋਵੇ ਮੋਹਿਤ ਜੀ ਦੇ ਨਾਂ ਤੇ, 1 ਮਿੰਟ ਜੀ, 1 ਮਿੰਟ, ਤੁਸੀਂ ਬਾਅਦ ਜਵਾਬ ਦਿਓ। ਕੇਜਰੀਵਾਲ ਦੇ ਨਾਂ ਤੇ ਕੋਈ ਹਜ਼ਾਰਾਂ ਕਰੋੜ ਰੁਪਏ ਦਾ ਬਲੇਮ ਲੱਗਿਆ ਹੋਵੇ ਤਾਂ ਪੂਰੇ ਇੰਡੀਆ 'ਚ ਖਬਰ ਫੈਲਦੀ ਹੈ, ਕਿਉਂਕਿ ਹਰ ਇੱਕ ਦੀ ਪੂਰੇ ਇੰਡੀਆ 'ਚ ਚੰਦੀ ਸਾਹਿਬ ਇੱਥੋਂ ਤੁਹਾਡੀ ਸੁਹਿਰਦਤਾ ਦਾ ਪਤਾ ਲੱਗਦਾ ਹੈ। ਪੂਰਾ ਇੰਡੀਆ ਜਾਣਦਾ ਇਸ ਸਕੈਮ ਨੂੰ। ਇੰਡੀਅਨ ਐਕਸਪ੍ਰੈਸ, ਐਨਡੀਟੀਵੀ, ਸਾਰੇ ਕਿਤੇ ਰਿਪੋਰਟਸ। ਤੁਸੀਂ ਆਪਦੀ ਪਾਰਟੀ, ਆਪਦੀ ਸਰਕਾਰ ਬਾਰੇ ਕਿੰਨੇ ਸੁਹਿਰਦੋ, ਕਿੰਨੇ ਓਕੇ ਜੀ, ਅਸੀਂ ਜਿਹੜੀ ਗੱਲ ਕਰਦੇ ਆ, ਦੇਖੋ ਜੀ, ਜਿਹੜੀ ਗੱਲ ਜੀ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਭੁੱਲਰ ਸਾਹਿਬ। ਜਿਹੜੀ ਦੋਨਾਂ ਸਕੈਮ ਦੇ ਲਿੰਕ ਮਿਲ ਜਾਣਗੇ ਡਿਬੇਟ ਤੋਂ ਬਾਅਦ, ਇਹਨਾਂ ਨੂੰ ਦਿਖਾ ਦਿਓ। ਨੋ ਡਾਊਟ ਚੰਦੀ ਸਾਹਿਬ, ਉਹਨਾਂ ਦੀ ਡਿਬੇਟ ਤੇ ਸਬੂਤ ਲੈ ਕੇ ਆਏ ਇਸ ਚੀਜ਼ ਦਾ ਵੀ ਆਹ ਐਲੀਗੇਸ਼ਨ ਕੇਜਰੀਵਾਲ ਜੀ ਤੇ ਲੱਗੇ ਨੇ, ਫਿਰ ਪੰਜਾਬ ਦੀ ਜਨਤਾ ਨੂੰ ਦੱਸਿਆ, ਅਸੀਂ ਜਵਾਬ ਵੀ ਦਵਾਂਗੇ। ਮੋਹਿਤ ਜੀ 1 ਮਿੰਟ, ਮੈਂ ਇਹ ਕਹਿੰਦੇ ਪੂਰੇ ਇੰਡੀਆ ਨੂੰ, ਚੰਦੀ ਜੀ ਪਤਾ ਨਹੀਂ ਤੁਸੀਂ ਕਿਹੜੇ, ਮੈਂ ਕਹਿੰਦਾ ਗ੍ਰਹਿ ਤੇ ਰਹਿੰਦੇ ਹੋ, ਸਾਰੇ ਇੰਡੀਆ ਨੂੰ ਪਤਾ ਹੈ। ਸਾਰੇ ਕਿਤੇ ਖਬਰਾਂ ਨਸ਼ਰ ਹੋਈਆਂ, ਇਹ ਸਾਲ ਪੁਰਾਣੀ ਗੱਲ ਹੈ, ਜੂਨ ਜੋ 2020 ਦੀ ਗੱਲ ਹੈ। ਤੁਸੀਂ ਪਤਾ ਨਹੀਂ, ਮੈਨੂੰ ਨਹੀਂ ਸਮਝ ਆਈ। ਉਹ ਚੰਦੀ ਸਾਹਿਬ, ਓਕੇ ਜੀ, ਅਸੀਂ ਹੁਣ ਡਿਬੇਟ ਤੋਂ ਥੋੜਾ ਪਾਸੇ ਜਾ ਰਹੇ ਹਾਂ, ਇਲਜ਼ਾਮਾਂ ਵੱਲ ਵੱਧ ਰਹੇ ਹਾਂ, ਤੇ ਅਸੀਂ ਹੋਰ ਮੁੱਦੇ ਤੇ ਵੀ ਗੱਲ ਕਰਨੀ ਹੈ। ਫਿਲਹਾਲ ਵੇਲੋ ਅੱਜ ਕੱਲ੍ਹ ਛੋਟੀ ਜਿਹੀ ਬ੍ਰੇਕ ਤੋਂ ਦੁਬਾਰਾ ਮਿਲਦੇ ਆ ਪ੍ਰੋਗਰਾਮ ਇਲੈਕਸ਼ਨ ਆਰ ਦੇ ਵਿੱਚ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਪ੍ਰੋਗਰਾਮ ਇਲੈਕਸ਼ਨ ਆਰ ਦੇ ਵਿੱਚ। ਸੋ ਜਿਹੜੇ ਮੁੱਦੇ ਨੂੰ ਲੈ ਕੇ ਅਸੀਂ ਡਿਬੇਟ ਸ਼ੁਰੂ ਕੀਤੀ ਸੀ, ਥੋੜਾ ਐਂਡ ਤੇ ਆਉਂਦੇ ਆਉਂਦੇ ਥੋੜਾ ਇੱਧਰ ਉੱਧਰ ਜ਼ਰੂਰ ਹੋ ਗਿਆ, ਪਰ ਇੱਕ ਹੋਰ ਅਹਿਮ ਮੁੱਦਾ ਜੋ ਕਿ ਪੰਜਾਬ, ਮੈਂ ਕਹਿੰਦਾ ਪੂਰੇ ਭਾਰਤ ਦੇ ਨਾਲ ਜੁੜਿਆ ਹੋਇਆ, ਕਿਉਂਕਿ ਬੜਾ ਸੈਂਸਿਟਿਵ ਮੁੱਦਾ ਹੈ। ਇਹਦੇ ਤੇ ਵੀ ਦੇਖਣ ਦੀ, ਜਾਂਚ ਪੜਤਾਲ ਕਰਨ ਦੀ ਬੜੀ ਸਖਤ ਲੋੜ ਹੈ ਕਿ ਕਿਉਂ ਸਿਰਫ ਤੇ ਸਿਰਫ ਇਲੈਕਸ਼ਨਾਂ ਦੇ ਨੇੜੇ ਆ ਕੇ ਹੀ ਜਿਹੜੇ ਲੋਕਾਂ ਦੇ ਸੈਂਟੀਮੈਂਟਸ ਨੇ ਉਹਨਾਂ ਨਾਲ ਛੇੜਛਾੜ ਕੀਤੀ ਜਾ ਰਹੀ ਹੈ। ਮੈਂ ਗੱਲ ਕਰ ਰਿਹਾ ਬੇਅਦਬੀ ਦੀ, ਕਿਉਂਕਿ ਬੇਅਦਬੀ ਦਾ ਜਿਹੜਾ ਤੁਸੀਂ ਕਹਿ ਲਓ ਕਿ ਮੰਦਭਾਗਾ ਜਿਹੜਾ ਚਲਨ ਹੈ, ਉਹ ਸਿਰਫ ਇਲੈਕਸ਼ਨਾਂ ਦੇ ਨੇੜੇ ਆ ਕੇ ਅਸੀਂ ਉਸ ਨੂੰ ਦੇਖਦੇ ਹਾਂ। ਹਰ ਇੱਕ ਨੂੰ ਬਰਾਬਰ ਦੀ ਪੀੜ ਉੱਠਦੀ ਹੈ, ਪਰ ਬਰਾਬਰ ਦੇ ਬਿਆਨ ਨਹੀਂ ਆ ਰਹੇ। ਹਰ ਇੱਕ ਦਾ ਕਿਤੇ ਨਾ ਕਿਤੇ ਲੋ ਐਂਡ ਆਰਡਰ ਤੇ ਵੀ ਸ਼ਾਇਦ ਲੋਕਾਂ ਦਾ ਵਿਸ਼ਵਾਸ ਨਹੀਂ ਰਿਹਾ। ਲੋਕਾਂ ਨੇ ਕਾਨੂੰਨ ਹੱਥਾਂ 'ਚ ਲੈ ਲਿਆ, ਲੋਕਾਂ ਨੇ ਉਹਨਾਂ ਦਾ ਵਿਰੋਧ ਵੀ ਕੀਤਾ ਕਿ ਨਹੀਂ ਹੋਣਾ ਚਾਹੀਦਾ ਸੀਗਾ। ਸੋ ਪੂਰੀ ਇਸ ਸਟੋਰੀ ਨੂੰ, ਪੂਰੀ ਇਸ ਚੀਜ਼ ਨੂੰ ਸਮਝਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਸਾਡੇ ਜਿਹੜੇ ਰਿਸਪੈਕਟੇਬਲ ਜਿਹੜੇ ਬਲਵਿੰਦਰ ਸਿੰਘ ਭੁੱਲਰ ਜੀ, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਨੇ ਕਿ ਉਹਨਾਂ ਦਾ ਵਿਊ ਪੁਆਇੰਟ ਕੀ ਹੈ ਤੇ ਇਹ ਇਲੈਕਸ਼ਨਾਂ ਦੇ ਲਾਗੇ ਆ ਕੇ ਹੀ ਕਿਉਂ ਚੀਜ਼ ਹੁੰਦੀ ਹੈ, ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਜੀ ਭੁੱਲਰ ਸਾਹਿਬ। ਦੋ ਗੱਲਾਂ ਮੇਨ ਹੋਇਆ ਕਰਦੀਆਂ ਕਿ ਕਿਸ ਗੱਲ ਦੇ ਨਾਲ ਕਿਸ ਨੂੰ ਕੀ ਫਾਇਦਾ ਹੋਇਆ। ਜੀ, ਪਹਿਲੀ ਗੱਲ ਤਾਂ ਇਹ ਹੈਗੀ ਕਿ ਪੰਜਾਬ ਦੇ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਦਾ ਜਿਹੜਾ ਸਿਸਟਮ ਸ਼ੁਰੂ ਹੋਇਆ, ਇਹ ਜਦੋਂ ਤੋਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਪੈਰ ਰੱਖਿਆ ਉਦੋਂ ਤੋਂ ਸ਼ੁਰੂ ਹੋਇਆ। ਹੁਣ ਇਹ ਮੈਂ ਨਹੀਂ ਕਹੂੰਗਾ, ਲੋਕਾਂ ਦੇ ਮਨ ਨੂੰ ਇਹ ਖਦਸ਼ਾ ਹੈ। ਮੈਂ ਜਵਾਬ ਬਾਅਦ ਚ ਲਊਂਗਾ ਜੀ ਤੁਹਾਡੇ ਤੋਂ। ਲੋਕਾਂ ਦੀ ਇਹ ਆਵਾਜ਼ ਹੈਗੀ ਹੈ ਕਿ ਵੀ ਹੋਵੇ ਨਾ ਹੋਵੇ, ਇਸ ਪਾਰਟੀ ਦਾ ਕਿਤੇ ਕੋਈ ਇਹਦੇ ਵਿੱਚ ਰੋਲ ਤਾਂ ਨਹੀਂ ਹੋਊਗਾ। ਇਸ ਗੱਲ ਉੱਤੇ ਗੌਰ ਕਰਨ ਦੀ ਲੋੜ ਹੈ। ਮੈਂ ਦੋਸ਼ ਨਹੀਂ ਲਾ ਰਿਹਾ, ਮੈਂ ਇਹ ਨਹੀਂ ਕਹਿ ਰਿਹਾ ਵੀ ਇਹਨਾਂ ਦਾ ਰੋਲ ਹੈ, ਪਰ ਇਸ ਗੱਲ ਉੱਤੇ ਗੌਰ ਕਰਨ ਦੀ ਲੋੜ ਹੈ। ਦੂਜੀ ਗੱਲ, ਪਿਛਲੀ ਜੋ ਬੇਅਦਬੀ ਹੋਈ ਸੀ ਉਹਦਾ ਸਿੱਧਾ ਬੈਨੀਫਿਟ ਜਿੰਨਾ ਹੋਇਆ, ਜਿੰਨਾ ਉਹਦਾ ਅਕਾਲੀ ਦਲ ਦੇ ਖਿਲਾਫ ਪ੍ਰਚਾਰ ਕੀਤਾ ਗਿਆ, ਕਦੇ ਕੋਈ ਆਪਦੇ ਪੈਰ ਕੁਹਾੜਾ ਨਹੀਂ ਮਾਰਿਆ ਕਰਦਾ ਕਿ ਆਪਦੀ ਸਰਕਾਰ ਹੁੰਦਿਆਂ ਆਪ ਬੇਅਦਬੀ ਕਰਵਾਵੀ। ਜੇਕਰ ਉਹਦਾ ਕਿਸੇ ਨੂੰ ਫਾਇਦਾ ਹੋਇਆ ਤਾਂ ਉਹ ਸਿੱਧਾ ਕਾਂਗਰਸ ਨੂੰ ਹੋਇਆ, ਜਿਹੜੀ ਕਿ ਕਾਂਗਰਸ ਦੇ ਮਨ ਦੇ ਵਿੱਚ ਗੁਰੂ ਸਾਹਿਬ ਦਾ ਸਤਿਕਾਰ ਕਿੰਨਾ ਕੁ ਹੈ ਉਹ ਆਪਾਂ 1984 ਦੇ ਅਕਾਲ ਤਖਤ ਸਾਹਿਬ ਦੇ ਉੱਤੇ ਹੋਏ ਹਮਲੇ ਤੋਂ ਜੱਜ ਕਰ ਸਕਦੇ ਹਾਂ, ਜਾਂ ਦਿੱਲੀ ਦੇ ਵਿੱਚ ਹੋਏ ਸਿੱਖ ਕਤਲੇਆਮ ਤੋਂ ਜੱਜਮੈਂਟ ਆਪਾਂ ਨੂੰ ਇਸ ਗੱਲ ਦੀ ਹੁੰਦੀ ਹੈ। ਇਹ ਦੋਨੇ ਪਾਰਟੀਆਂ ਇਸ ਗੱਲ ਦੇ ਲਈ ਕਿਤੇ ਨਾ ਕਿਤੇ ਕਟਹਿਰੇ ਦੇ ਵਿੱਚ ਜ਼ਰੂਰ ਨੇ। ਜਿੱਥੇ ਤੱਕ ਗੱਲ ਅੱਜ ਦੀ ਬੇਅਦਬੀ ਦੀ ਗੱਲ ਕਰਦੇ ਆ,
ਇਹ ਲਗਾਤਾਰ ਲੰਬੇ ਸਮੇਂ ਤੋਂ ਇਹਦੇ ਪਿੱਛੇ ਹੁਣ ਪਤਾ ਨਹੀਂ ਕਿਹੜੀਆਂ ਸ਼ਕਤੀਆਂ ਕੰਮ ਕਰਦੀਆਂ ਹੈ। ਜਿਹੜਾ ਸਾਡੀ ਪੁਲਿਸ, ਜੇਕਰ ਕੋਈ ਬੰਦਾ ਨਿੱਕੀ ਜੀ ਕੋਈ ਗਲਤੀ ਕਰੇ, ਕੋਈ ਚੋਰੀ ਕਰੇ, ਉਹ ਤਾਂ ਪੁਲਿਸ ਨੂੰ ਲੱਭ ਜਾਂਦਾ ਛੇਤੀ ਹੀ। ਪਰ ਸਾਡੀ ਪੁਲਿਸ ਜਿਹੜੀ ਹੈਗੀ ਆ ਉਹਦੇ ਉੱਤੇ ਪਤਾ ਨਹੀਂ, ਸ਼ਾਇਦ ਕੋਈ ਸੈਂਟਰ ਦੇ ਗ੍ਰਹਿ ਮੰਤਰੀ ਦਾ ਜਾਂ ਪੰਜਾਬ ਦੇ ਗ੍ਰਹਿ ਮੰਤਰੀ ਦਾ ਪ੍ਰੈਸ਼ਰ ਹੈ ਕਿ ਉਹ ਆਪਦਾ ਕੰਮ ਕਰਨ ਤੋਂ ਪਿੱਛੇ ਰਹਿੰਦੀ ਰਹੀ ਹੈ। ਜਿਹੜੇ ਕੁਝ ਲੋਕ ਇਹ ਗੱਲ ਕਹਿੰਦੇ ਆ ਕਿ ਜੋ ਉੱਥੇ ਸੰਗਤ ਨੇ ਕੀਤਾ ਉਹ ਗਲਤ ਹੈ, ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗਾ ਕਿ ਆਨੰਦਪੁਰ ਸਾਹਿਬ ਵਾਲਾ ਜਿਹੜਾ ਬੇਅਦਬੀ ਵਾਲਾ ਮਸਲਾ ਸੀ, ਉਹਦੇ 'ਚ ਬੰਦਾ ਗ੍ਰਿਫਤਾਰ ਕਰਕੇ ਪੁਲਿਸ ਨੂੰ ਦੇ ਦਿੱਤਾ ਗਿਆ ਸੀ। ਉਹਦੀ ਘੋਖਬੀਨ ਕਾਂਗਰਸ ਸਰਕਾਰ ਦੇ ਹੁੰਦਿਆਂ ਪੁਲਿਸ ਨੇ ਕਿੰਨੀ ਕੀਤੀ, ਕੀ ਕੀਤਾ, ਕੀ ਰਿਜ਼ਲਟ ਕੱਢ ਕੇ ਦਿੱਤਾ ਅੱਜ ਤੱਕ। ਜੇਕਰ ਉਹਦੇ ਪਿਛਲੇ ਬੰਦੇ ਅੱਜ ਤੱਕ ਨਹੀਂ ਫੜੇ ਗਏ ਤਾਂ ਅਸੀਂ ਇਸ ਬੰਦੇ ਨੂੰ ਵੀ ਫੜ ਕੇ ਪੁਲਿਸ ਨੂੰ ਸੰਗਤ ਫੜਾ ਦਿੰਦੀ, ਤਾਂ ਕੀ ਇਸ ਗੱਲ ਦਾ ਕੋਈ ਯਕੀਨ ਹੈ ਕਿ ਉਹ ਜਿਹੜੇ ਬੰਦੇ ਸੀਗੇ ਉਹ ਫੜੇ ਜਾਂਦੇ? ਇੱਕ ਨਹੀਂ, ਹਜ਼ਾਰਾਂ ਬੇਅਦਬੀਆਂ ਹੋਈਆਂ। ਇਹ ਪਿਛਲੀ ਅਕਾਲੀ ਦਲ ਸਰਕਾਰ ਨੂੰ ਬਦਨਾਮ ਕਰਨ ਵਾਸਤੇ ਕੀਤੀਆਂ ਗਈਆਂ, ਔਰ ਅੱਜ ਜਿਹੜਾ ਹੈਗਾ ਇਹ ਨਵੇਂ ਸਿਰੇ ਤੋਂ ਜਨਤਾ ਨੂੰ ਇਸ ਹਾਲਾਤ ਦੇ ਵਿੱਚ ਲਿਆਇਆ ਜਾ ਰਿਹਾ ਹੈ ਕਿ ਜਨਤਾ ਦੇ ਵਿੱਚ ਅਰਾਜਕਤਾ ਫੈਲ ਜਾਵੇ ਔਰ ਇਲੈਕਸ਼ਨ ਨੂੰ ਜਾਂ ਤਾਂ ਪੋਸਟਪੋਨ ਕਰ ਦਿੱਤਾ ਜਾਵੇ ਜਾਂ ਗਾਹਾਂ ਲਗਾ ਦਿੱਤਾ ਜਾਵੇ। ਕੋਈ ਨਾ ਕੋਈ ਇਹਦੇ ਪਿੱਛੇ ਮਨਸੂਬਾ ਜ਼ਰੂਰ ਹੈ। ਇਹ ਹੁਣ ਵਕਤ ਆਉਣ ਵਾਲਾ ਦੱਸੂਗਾ ਕਿ ਕੀ ਮਨਸੂਬਾ ਹੈ। ਜਾਂ ਇਹਦੇ ਵਿੱਚ SGPC ਨੂੰ ਬਦਨਾਮ ਕਰਨ ਵਾਸਤੇ, ਦੇਖੋ ਸਿੱਧੀ ਜੀ ਗੱਲ ਹੈ, ਜੇ ਦਿੱਲੀ ਦੇ ਵਿੱਚ, ਦਿੱਲੀ ਦੇ ਬਾਰਡਰ ਦੇ ਉੱਤੇ ਜਾ ਕੇ ਇਹ ਬੇਅਦਬੀ ਹੋਈ, ਨਿਹੰਗ ਸਿੰਘਾਂ ਨੇ ਉਹ ਬੰਦਾ ਵੱਢ ਦਿੱਤਾ, ਮਾਰ ਦਿੱਤਾ, ਤਾਂ ਉੱਥੇ ਸਿੱਧਾ ਕਿਸਾਨਾਂ ਨੂੰ ਬਦਨਾਮ ਕਰਨ ਵਾਸਤੇ ਕਾਰਵਾਈ ਕਰਵਾਈ ਗਈ ਸੀ। ਮੈਂ ਨਹੀਂ ਕਹਿੰਦਾ ਕਿਹਨੇ ਕਰਵਾਈ, ਜਿਹਨੇ ਵੀ ਕਿਸੇ ਨੇ ਕਰਵਾਈ, ਉਹ ਕੌਣ ਕਰਵਾ ਸਕਦਾ? ਇਹ ਸਾਰੇ ਆਪਾਂ ਬੈਠੇ ਆ, ਜੱਜਮੈਂਟ ਆਪਣੀ ਤੌਰ ਤੇ ਕਰ ਲਓ ਕਿ ਕਿਸਾਨਾਂ ਨੂੰ ਬਦਨਾਮ ਕਰਨ ਦਾ ਫਾਇਦਾ ਕਿਹੜੀ ਪਾਰਟੀ ਨੂੰ ਹੁੰਦਾ ਸੀ? ਅਕਾਲੀ ਦਲ ਨੂੰ ਹੁੰਦਾ ਸੀ, BJP ਨੂੰ ਹੁੰਦਾ ਸੀ, ਕਾਂਗਰਸ ਨੂੰ ਹੁੰਦਾ ਸੀ, ਜਾਂ ਆਪ ਨੂੰ ਹੁੰਦਾ ਸੀ? ਉਹਦੇ ਤੇ ਆਪਾਂ ਛਾਣਬੀਣ ਕਰ ਲਓ। ਦੂਜੀ ਗੱਲ, ਜੇ ਅੱਜ ਦਰਬਾਰ ਸਾਹਿਬ ਦੇ ਉੱਤੇ ਇਹ ਕੰਮ ਕੀਤਾ ਗਿਆ, ਦਰਬਾਰ ਸਾਹਿਬ ਦੇ ਵਿੱਚ ਜਾਂ ਪਹਿਲਾਂ ਆਨੰਦਪੁਰ ਸਾਹਿਬ ਦੇ ਵਿੱਚ ਕੀਤਾ ਗਿਆ, ਹੁਣ ਅੱਜ ਦਰਬਾਰ ਸਾਹਿਬ ਦੇ ਤਖਤ ਉੱਤੇ ਕੀਤਾ ਗਿਆ, ਦੋਨੋਂ ਸਾਡੇ ਮੇਨ ਤਖਤ ਹੈ। ਦੋਨੋਂ ਤਖਤ ਜਿਹੜੇ ਹੈਗੇ ਉਹ SGPC ਦੇ ਅੰਡਰ ਹੈ, ਔਰ ਮੈਂ ਸਮਝਦਾ ਵੀ SGPC ਨੂੰ ਬਦਨਾਮ ਕਰਨ ਵਾਸਤੇ ਇਸ ਤਰ੍ਹਾਂ ਦੀ ਇਹ ਖੇਡ ਖੇਡੀ ਗਈ ਸੀ। ਪਰ ਮੌਕਾ ਰਹਿੰਦਿਆਂ ਸਾਡੀ SGPC ਦੇ ਜਵਾਨਾਂ ਨੇ, ਸਾਡੇ ਉੱਥੋਂ ਦੇ ਜਿਹੜੇ ਵਲੰਟੀਅਰ ਖੜੇ ਸੀਗੇ, ਜਿਹੜੇ ਗੁਰੂ ਮਹਾਰਾਜ ਦੀ ਤਾਬਿਆ ਸੇਵਾ ਕਰ ਰਹੇ ਸੀਗੇ, ਉਹਨਾਂ ਨੇ ਬੜੀ ਫੁਰਤੀ ਨਾਲ ਉਸ ਬੰਦੇ ਨੂੰ ਕਾਬੂ ਕੀਤਾ। ਕਾਬੂ ਕਰਕੇ ਸੰਗਤ ਨੇ ਜਦੋਂ ਬਾਹਰ ਲੈ ਕੇ ਗਏ, ਹੁਣ ਆਪਾਂ ਨੂੰ ਪਤਾ ਹੀ ਉੱਥੇ ਸੰਗਤ ਕਿੰਨੀ ਹੁੰਦੀ ਹੈ, ਤੇ ਸੰਗਤ ਤੋਂ ਇਹ ਗੱਲ ਕਦੇ ਵੀ ਬਰਦਾਸ਼ਤ ਨਹੀਂ ਹੋਊਗੀ, ਖਾਸ ਕਰਕੇ ਗੁਰੂ ਸਾਹਿਬਾਨ ਦੇ ਮਾਮਲੇ ਦੇ ਵਿੱਚ ਜਾਂ ਕਿਸੇ ਵੀ ਧਾਰਮਿਕ। ਮੈਂ ਤਾਂ ਇੱਥੋਂ ਤੱਕ ਕਹੂੰਗਾ, ਦੇਖੋ ਜੀ, ਜੇਕਰ ਕਿਸੇ ਹਿੰਦੂ ਧਰਮ ਦੇ ਉੱਤੇ ਹਮਲਾ ਹੁੰਦਾ ਇੱਦਾਂ ਦਾ, ਈਸਾਈ ਦੇ ਉੱਤੇ ਹੁੰਦਾ ਹੈ, ਕ੍ਰਿਸਚਨ ਦੇ ਉੱਤੇ ਹੁੰਦਾ ਹੈ। ਸਾਡੇ ਸਿੱਖ ਕੌਮ ਦਾ ਇਹ ਸਬੂਤ ਹੈ ਨਾ ਦਿੱਤਾ ਹੋਇਆ। ਅਸੀਂ ਤਾਂ ਜਦੋਂ ਹਿੰਦੂ ਧਰਮ ਦੇ ਉੱਤੇ ਹਮਲਾ ਹੋਇਆ ਸੀ ਤਾਂ ਸਾਡੇ 9ਵੇਂ ਪਾਤਸ਼ਾਹ ਨੇ ਦਿੱਲੀ ਦੇ ਵਿੱਚ ਜਾ ਕੇ ਸੀਸ ਦਿੱਤਾ, 10ਵੇਂ ਪਾਤਸ਼ਾਹ ਨੇ ਸਾਰਾ ਪਰਿਵਾਰ ਮਾਰ ਦਿੱਤਾ ਇਸ ਗੱਲ ਦੀ ਗੱਲ। ਤੇ ਮੈਂ ਤਾਂ ਇਹ ਸਾਰੀਆਂ ਕੌਮਾਂ ਨੂੰ ਵੀ ਕਹੂੰਗਾ ਕਿ ਸਾਰੀਆਂ ਕੌਮਾਂ ਰਲ ਕੇ ਦੀ ਨਿੰਦਿਆ ਵੀ ਕਰਨ, ਕੱਲੀ ਨਿੰਦਿਆ ਹੀ ਨਹੀਂ ਕਰਨ, ਸਗੋਂ ਹਰ ਗੁਰਦੁਆਰੇ ਦੇ ਵਿੱਚ, ਹਰ ਮੰਦਿਰ ਦੇ ਵਿੱਚ ਇਸ ਗੱਲ ਦਾ ਪੂਰਾ ਧਿਆਨ ਵੀ ਰੱਖਿਆ ਜਾਵੇ ਕਿ ਅਜਿਹੇ ਜਿਹੜੇ ਸ਼ਰਾਰਤੀ ਅਨਸਰ ਨੇ ਉਹ ਆਪਦੀ ਕੋਈ ਕਾਰਵਾਈ ਨਾ ਕਰ ਸਕਣ, ਔਰ ਜੇਕਰ ਕੋਈ ਕਰਦਾ ਤਾਂ ਉਹਦੇ ਲਈ ਜੋ ਸਜ਼ਾ ਬਣਦੀ ਹੈ, ਕਾਨੂੰਨ ਜੇਕਰ ਆਪਦਾ ਕੰਮ ਨਹੀਂ ਕਰ ਸਕਿਆ ਤਾਂ ਜਨਤਾ ਨੇ ਆਪਦੇ ਤੌਰ ਤੇ ਫੈਸਲਾ ਲਿਆ। ਜਨਤਾ ਤੋਂ ਉੱਤੇ ਵੱਡਾ ਕੋਈ ਵੀ ਨਹੀਂ। ਮੈਂ ਕਹੂੰਗਾ ਸੰਗਤ, ਗੁਰੂ ਸਾਹਿਬ ਸਾਡੇ ਕਹਿੰਦੇ ਰਹੇ ਨੇ ਕਿ ਸੰਗਤ ਦਾ ਫੈਸਲਾ 21 ਵਿਸਵੇ ਹੈ, ਮੇਰਾ ਫੈਸਲਾ ਉਸ ਤੋਂ ਥੱਲੇ ਹੈ। ਜੇ ਗੁਰੂ ਸਾਹਿਬ ਤੋਂ ਉੱਤੇ ਸੰਗਤ ਦਾ ਫੈਸਲਾ ਹੈ ਤਾਂ ਮੈਂ ਸਮਝਦਾ ਵੀ ਕਾਨੂੰਨ ਦੇ ਉੱਤੇ ਵੀ ਸੰਗਤ ਦਾ ਫੈਸਲਾ ਹੈ, ਔਰ ਸੰਗਤ ਨੂੰ ਜੋ ਚੰਗਾ ਲੱਗਿਆ ਉਹਨਾਂ ਨੇ ਕੀਤਾ। ਜੀ, ਆਮ ਆਦਮੀ ਪਾਰਟੀ ਦੇ ਰਮਨ ਚੰਦ ਜੀ, ਤੁਹਾਡਾ ਕੀ ਖਿਆਲ ਇਸ ਪੂਰੀ ਜੋ ਘਟਨਾ ਜਿਹੜੀ ਹੋਈ ਹੈ, ਮੰਦਭਾਗੀ ਘਟਨਾ, ਕਿਉਂਕਿ ਇਸ ਕ੍ਰੂਸ਼ੀਅਲ ਕਹਿ ਲਓ ਜਾਂ ਕੋਈ ਵੀ ਜਿਹੜਾ ਸਮਾਂ ਇਲੈਕਸ਼ਨਾਂ ਦੇ ਲਾਗੇ ਆ ਕੇ ਮਤਲਬ ਲੋਕਾਂ ਦੇ ਸੈਂਟੀਮੈਂਟਸ ਧਰਮ ਦੇ ਨਾਲ ਪੋਲੀਟੀਕਲ ਬੈਨੀਫਿਟ ਦੇ ਲਈ ਤੁਸੀਂ ਕਿਵੇਂ ਦੇਖਦੇ ਹੋ? ਸੁਬਲ ਜੀ, ਦੇਖੋ ਬਲਵਿੰਦਰ ਜੀ ਦੀ ਮੈਂ ਇਹਨਾਂ ਗੱਲਾਂ ਨਾਲ ਤਾਂ ਮੈਂ ਸਹਿਮਤ ਹਾਂ ਕਿ ਇਹਨਾਂ ਨੇ ਜੋ ਵੀ ਕਿਹਾ ਕਿ ਬੇਅਦਬੀ ਕਿਸੇ ਵੀ ਗ੍ਰੰਥ ਦੀ ਹੋਵੇ, ਕਿਸੇ ਵੀ ਧਰਮ ਦੀ ਹੋਵੇ, ਧਰਮ ਸਾਰਿਆਂ ਲਈ ਇੱਕੋ ਯੋਗ ਨੇ, ਇੱਕੋ ਯੋਗ ਪੂਜਣ ਯੋਗ ਨੇ। ਇਹ ਮੰਦਭਾਗੀਆਂ ਘਟਨਾਵਾਂ ਨੇ, ਪਰੰਤੂ ਜਿਹੜਾ ਇਹ ਕਹਿੰਦੇ ਨੇ ਕਿ ਕਿਤੇ ਨਾ ਕਿਤੇ ਜਿਸ ਦਿਨ ਦੀ 2017 ਦੀ ਆਮ ਆਦਮੀ ਪਾਰਟੀ ਆਈ ਹੈ, ਵੀ ਮੈਂ ਕਹਿ ਨਹੀਂ ਰਿਹਾ, ਸ਼ੰਕਾ ਜ਼ਾਹਰ ਕਰ ਰਿਹਾ, ਮੈਂ ਇਹਨਾਂ ਨੂੰ ਯਾਦ ਕਰਾ ਦਿੰਦਾ ਕਿ ਬੇਅਦਬੀਆਂ ਦੀ ਸ਼ੁਰੂਆਤ ਸਾਲ 1986 ਦੇ ਵਿੱਚ ਨਕੋਦਰ ਤੋਂ ਸ਼ੁਰੂ ਹੋਈ ਸੀ। ਉੱਥੇ 5 ਪਵਿੱਤਰ ਬੀੜਾਂ ਨੂੰ ਅਗਨ ਦੀ ਭੇਟ ਚਾੜਿਆ ਗਿਆ। ਲੋਕਾਂ ਨੇ ਧਰਨੇ ਮੁਜ਼ਾਹਰੇ ਕਰਕੇ ਇਨਸਾਫ ਦੀ ਮੰਗ ਕੀਤੀ।
4 ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਉਸ ਕਤਲ ਦੇ ਸੰਬੰਧ ਦੇ ਵਿੱਚ ਵੀ ਕੋਈ FIR ਨਹੀਂ ਹੋਈ। ਜਸਟਿਸ ਗੁਰਨਾਮ ਸਿੰਘ ਦੀ ਆਪਣੇ ਉਹਨਾਂ ਦੀ ਆਪਣੇ ਸਿੱਟ ਬਣੀ, ਉਹਨਾਂ ਦੇ ਅਧੀਨ ਉਹਨਾਂ ਨੇ ਜੋ ਆਪਣੀਆਂ ਰਿਪੋਰਟਾਂ ਦਿੱਤੀਆਂ, ਲੇਕਿਨ ਉਹ ਕਿਸ ਤਰ੍ਹਾਂ ਬੇਅਦਬੀ ਹੋਈ, ਕਿਉਂ ਹੋਈ, ਉਹਨੂੰ ਕਰਨ ਵਾਲਾ ਕੌਣ ਸੀ, ਉਹਦਾ ਰਿਜ਼ਲਟ ਅੱਜ ਤੱਕ ਨਹੀਂ। ਇਹਦੇ ਸੰਬੰਧ ਦੇ ਵਿੱਚ ਜਿਹੜੀ ਸਾਰਿਆਂ ਨਾਲੋਂ ਵੱਡੀ ਗੱਲ ਹੈ ਕਿ ਉਸ ਸਮੇਂ ਅਕਾਲੀ ਦਲ ਦੀ ਸਰਕਾਰ ਸੀ। ਇੱਕ ਗੱਲ ਹੋਰ ਇਹਦੇ ਵਿੱਚ ਬਹੁਤ ਜ਼ਰੂਰੀ ਮੈਂ ਕਹਿ ਦੇਣਾ ਚਾਹੁੰਦਾ ਕਿ ਅਕਾਲੀ ਦਲ ਦੀ ਸਰਕਾਰ ਦੇ ਨਾਲ ਨਾਲ ਕੈਪਟਨ ਅਮਰਿੰਦਰ ਸਿੰਘ ਉਸ ਸਰਕਾਰ ਦੇ ਵਿੱਚ ਮੰਤਰੀ ਸਨ। ਕੀ ਉਹਦੀ ਅੱਜ ਤੱਕ ਜਾਂਚ ਪੜਤਾਲ ਹੋਈ? ਉਸ ਤੋਂ ਬਾਅਦ 2015 ਚ ਹੁੰਦੀ ਹੈ। 2017 ਚ ਇਹੀ ਸਰਕਾਰਾਂ ਇਹਨਾਂ ਨੂੰ ਮੇਨ ਮੁੱਦੇ ਬਣਾ ਕੇ ਇਲੈਕਸ਼ਨਾਂ ਲੜਦੀਆਂ ਨੇ। ਤਾਂ ਕੀ ਸ਼ੰਕਾ ਜ਼ਾਹਰ ਕਰੀਏ ਇਹਨਾਂ ਲੋਕਾਂ ਤੇ? ਕਿੱਥੋਂ ਇਨਸਾਫ ਮਿਲੂਗਾ ਸਾਨੂੰ? ਠੀਕ ਹੈ, ਅਸੀਂ ਕਹਿੰਦੇ ਹਾਂ ਕਿ ਉਹਨਾਂ ਦੀ ਭਾਵਨਾਵਾਂ ਨੂੰ, ਜਿਹੜਾ ਹਰਮੰਦਰ ਸਾਹਿਬ ਹੋਇਆ, ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਹੋ ਸਕਦਾ ਕਿ ਮੌਕੇ ਤੇ ਅਸੀਂ ਵੀ ਹੁੰਦੇ ਤਾਂ ਇਹੀ ਕੁਛ ਕਰਦੇ, ਲੇਕਿਨ ਸਿਰਫ ਦਰਦ ਸਿਰਫ ਇੱਥੇ ਹੁੰਦਾ ਕਿ ਜੇ ਉਸ ਇਨਸਾਨ ਨੂੰ ਕਤਲ ਕਰਨ ਦੀ ਬਜਾਏ ਫੜ ਕੇ, ਚਾਹੇ ਜਿਸ ਤਰ੍ਹਾਂ ਮਰਜ਼ੀ, ਇਹ ਸਿੱਖ ਕੌਮ ਦਾ ਆਪਣਾ ਮਸਲਾ, ਜਿਸ ਤਰ੍ਹਾਂ ਮਰਜ਼ੀ ਚਾਹੇ ਉਹਨੂੰ ਬਾਅਦ ਚ ਕਤਲ ਕਰ ਦਿੰਦੇ, ਲੇਕਿਨ ਉਹਦੀ ਜਾਂਚ ਤੱਕ ਏਜੰਸੀਆਂ ਦੇ ਨਾਲ ਆਪ ਹੈਂਡਓਵਰ ਕਰਕੇ ਉਹਦੀ ਜਾਂਚ, ਉਹਦੀ ਜੜ ਤੱਕ ਜਾਂਦੇ ਕਿ ਉਹ ਕਿੱਥੋਂ ਆਇਆ ਸ਼ਖਸ। ਹਾਲੇ ਤੱਕ ਏਜੰਸੀਆਂ ਨੂੰ ਇਹ ਨਹੀਂ ਪਤਾ ਲੱਗਿਆ ਕਿ ਉਹ ਸ਼ਖਸ ਕੌਣ ਸੀ, ਕਿੱਥੋਂ ਆਇਆ, ਉਹਦਾ ਕੀ ਪਿਛੋਕੜ ਸੀ, ਨਾ ਉਹਦੇ ਕੋਲ ਕੋਈ ID ਮਿਲੀ ਹੈ, ਤਾਂ ਫਿਰ ਕਿਵੇਂ ਪਤਾ ਲੱਗੇਗਾ? ਸੋ ਜੋ ਵੀ ਇਹ ਕੰਮ ਕਰਾਉਂਦਾ ਹੈ ਬੜੀ ਬਰੀਕੀ ਦੇ ਨਾਲ, ਸੂਝ-ਬੂਝ ਨਾਲ ਕਰਾ ਰਿਹਾ ਹੈ ਕਿ ਸਬੂਤ ਹੀ ਖਤਮ ਕਰ ਦਿੱਤੇ ਜਾਣ। ਜਿਹੜੀ ਧੜਿਆਂ ਦੀ ਗੱਲ ਹੈ ਸਾਡੇ ਪੰਜਾਬ ਦੇ ਅੰਦਰ, ਹਿੰਦੂ, ਸਿੱਖ, ਮੁਸਲਿਮ, ਈਸਾਈ, ਜੇ ਆਪਾਂ ਪਿੰਡਾਂ ਲੈਵਲ, ਸ਼ਹਿਰਾਂ ਲੈਵਲ ਤੇ ਦੇਖੀਏ ਤਾਂ ਕਿਸੇ 'ਚ ਕੋਈ ਧੜੇਬੰਦੀ ਨਹੀਂ, ਸਾਰੇ ਮਿਲ ਕੇ ਰਹਿੰਦੇ ਨੇ। ਧੜੇਬੰਦੀ ਪੈਦਾ ਕੌਣ ਕਰਦੇ ਨੇ? ਧੜੇਬੰਦੀ ਪੈਦਾ ਕਰਦੇ ਨੇ ਇਹ ਲੀਡਰ, ਜਿਨ੍ਹਾਂ ਨੂੰ ਇਹ ਫਾਇਦਾ ਹੁੰਦਾ ਕਿ ਸਾਨੂੰ, ਅਸੀਂ ਫਾਇਦਾ ਇਹਨਾਂ ਦਾ ਕਦੋਂ ਚੱਕਣਾ, ਕਿਹੜੇ ਸਮੇਂ ਚੱਕਣਾ। ਉਹ ਸਮੇਂ ਇਹ ਘਟਨਾਵਾਂ ਜਦੋਂ ਹੁੰਦੀਆਂ ਨੇ ਤਾਂ ਇਹ ਗੱਲ ਸ਼ੱਕ ਪੈਦਾ ਕਰਦੀਆਂ ਨੇ ਕਿ ਕੌਣ ਕਰਾਉਂਦਾ। ਮੌੜ ਦਾ ਬੰਬ ਬਲਾਸਟ ਹੋਇਆ, ਉਹਦੇ ਬੰਬ ਬਲਾਸਟ ਦੇ ਵਿੱਚ ਵੀ ਹੁਣ ਤੱਕ ਕਿਉਂ ਨਹੀਂ ਜਾਂਚਾਂ ਹੋਈਆਂ ਜੀ? ਜੇ ਮਜੀਠੀਆ ਦੇ ਸੰਬੰਧ 'ਚ ਐਡੀ ਜਾਂਚ ਇੰਨੇ ਲੰਬੇ ਤੱਕ ਜਾ ਸਕਦੀ ਹੈ ਤਾਂ ਫੇਰ ਕਈ ਸਾਲ ਬੀਤ ਗਏ। ਤਾਂ ਜਿਹੜੀ ਚੀਜ਼ ਦੀ ਇਹਨਾਂ ਨੂੰ ਲੋੜ ਹੈ ਉਸ ਸਮੇਂ ਤਾਂ ਬੰਦਾ ਇਹਨਾਂ ਨੇ ਆਪਣੇ ਦੂਜੀ ਕੰਟਰੀ ਤੋਂ ਵੀ ਫੜ ਲੈ ਆਉਣਾ। ਕਿੱਡੇ ਹੋਰ ਵੀ ਤਾਂ ਨਸ਼ੇ ਦੇ ਸੰਬੰਧਾਂ 'ਚ ਦੂਜੀਆਂ ਕੰਟਰੀਆਂ ਤੋਂ ਲੋਕ ਲੈ ਕੇ ਆਉਂਦੇ ਨੇ। ਕਿਵੇਂ ਲੋਕ ਮਿਲਦੇ ਨੇ, ਕਿਵੇਂ ਇਹਨਾਂ ਦੀਆਂ ਤਾਰਾਂ ਜੁੜਦੀਆਂ ਨੇ, ਤਾਂ ਇਹਨਾਂ ਦੀਆਂ ਤਾਰਾਂ ਜੁੜ ਕੇ ਏਜੰਸੀਆਂ ਸਫਲ ਨੇ। ਜੀ ਸਮਾਂ ਸਾਡੇ ਕੋਲ ਥੋੜਾ ਰਹਿ ਗਿਆ। ਮੈਂ ਅਗਲਾ ਰੋਬਿਨ ਭੁੱਲਰ ਦਾ ਵੀ ਮੈਂ ਬਿਆਨ ਲੈਣਾ ਚਾਹਾਂਗਾ ਕਿ ਜੋ ਵੱਖ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਵੇਂ ਭੁੱਲਰ ਸਾਹਿਬ ਨੇ ਕਿਹਾ ਕਿ ਹਾਂ ਬਈ ਕੌਣ ਕਰਵਾ ਰਿਹਾ, ਕਿਹਦਾ ਫਾਇਦਾ ਹੈ। ਸੋ ਕਿਤੇ ਨਾ ਕਿਤੇ ਚੰਦੀ ਸਾਹਿਬ ਦੀ ਗੱਲ ਵੀ ਬਿਲਕੁਲ ਸਹੀ ਹੈ ਕਿ ਜੇ ਆਪਾਂ ਜਾਣਨ ਦੀ ਕੋਸ਼ਿਸ਼ ਕਰਨੀ ਹੈ ਕਿ ਕੌਣ ਕਰਾ ਰਿਹਾ, ਕਿਹਨੂੰ ਫਾਇਦਾ ਹੈ, ਤਾਂ ਉਹਦੀ ਥੋੜੀ ਜਾਂਚ ਜਿਹੜੀ ਹੈ, ਪੜਤਾਲ ਹੈ, ਉਹ ਕੀਤੀ ਜਾ ਸਕਦੀ ਸੀ। ਕਿ ਨੋ ਡਾਊਟ ਉਸ ਤੋਂ ਬਾਅਦ ਉਸ ਜਿਹੜੀ ਸਜ਼ਾ ਦਿੱਤੀ ਗਈ ਹੈ ਉਹਨੂੰ ਬਿਲਕੁਲ ਡਿਜ਼ਰਵਿੰਗ ਹੈ, ਪਰ ਹਾਂ ਉਹਦੀ ਜਾਂਚ ਜਿਹੜੀ ਹੈ ਪਤਾ ਲਗਾਇਆ ਜਾ ਸਕਦਾ ਸੀ ਕਿ ਕੌਣ ਆਪਣਾ ਚਾਹੇ ਪੋਲੀਟੀਕਲ ਫਾਇਦਾ ਜਾਂ ਕੋਈ ਹੋਰ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਿਹਾ। ਸੋ ਜਾਂਚ ਜਿਹੜੀ ਹੈ ਕੀਤੀ ਜਾ ਸਕਦੀ ਸੀ। ਸਾਡੇ ਕਾਂਗਰਸ ਦੇ ਜਿਹੜੇ ਨੁਮਾਇੰਦੇ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਵਿਊ ਪੁਆਇੰਟ ਲੈ ਲਈਏ। ਰੋਬਿਨ ਭੁੱਲਰ ਜੀ। ਮੋਹਿਤ ਜੀ, ਸਭ ਤੋਂ ਪਹਿਲਾਂ ਮੈਂ ਇਸ ਟੌਪਿਕ ਤੇ ਜ਼ਰੂਰ ਗੱਲ ਕਰੂੰ। ਮੈਂ ਆਪਣਾ ਪਲੀਜ਼ WhatsApp ਜ਼ਰੂਰ ਚੈੱਕ ਕਰ ਲਓ। ਮੈਂ ਤੁਹਾਨੂੰ ਦਾ ਹਿੰਦੂ ਦੀਆਂ ਦੋਨੇ ਰਿਪੋਰਟਸ, ਦਿੱਲੀ ਸ਼ੈਲਟਰ ਬੋਰਡ ਦੀ ਤੇ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ, ਦੋਨੇ ਦਾ ਹਿੰਦੂ ਦੀਆਂ ਰਿਪੋਰਟਸ, ਕਿਹੜੇ ਅਖਬਾਰ ਤੇ ਕਿਹੜੇ ਚੈਨਲ ਤੇ ਇਹ ਰਿਪੋਰਟਸ ਨਸ਼ਰ ਹੋਈਆਂ, ਇਹ ਤੁਸੀਂ ਪਲੀਜ਼ ਚੰਦੀ ਸਾਹਿਬ ਨੂੰ ਇਹਨਾਂ ਨੂੰ ਜ਼ਰੂਰ ਅਵੇਅਰ ਕਰ ਦਿਓ ਇਹਦੇ ਬਾਰੇ, ਤਾਂ ਕਿ ਜਿਹੜਾ ਤੁਹਾਡਾ ਚੈਨਲ ਹੈ, ਇਹ ਜਿਹੜਾ NRI ਵੀਰ ਸਾਡੇ ਦੇਖਦੇ ਆ, ਉਹ ਗੁੰਮਰਾਹ ਨਾ ਹੋ ਸਕਣ ਇਹਨਾਂ ਦੀਆਂ ਗੱਲਾਂ ਤੋਂ। ਚਲੋ ਖੈਰ, ਆਪਾਂ ਗੱਲ ਆਉਨੇ ਆ ਬੇਅਦਬੀ, ਜਿਹੜੀ ਮੰਦਭਾਗੀ, ਦੁਖਦਾਇਕ। ਹਾਂਜੀ, ਤੁਸੀਂ ਮੈਂ ਕਿਹਾ ਤੁਹਾਨੂੰ NRI ਸਾਨੂੰ ਨਹੀਂ ਆਪਾਂ ਸਮਾਂ ਸਾਡੇ ਕੋਲ ਬਹੁਤ ਥੋੜਾ ਰਹਿ ਗਿਆ। ਆਪਾਂ ਤੁਸੀਂ ਮੋਹਿਤ ਜੀ ਤੋਂ ਰਿਪੋਰਟਸ ਲੈ ਲਿਓ। ਮੇਰੀ ਬੇਨਤੀ ਹੈ ਚੰਦੀ ਸਾਹਿਬ, ਚੰਦੀ ਸਾਹਿਬ ਬੜਾ ਸੈਂਸਿਟਿਵ ਮੁੱਦੇ ਤੇ ਗੱਲ ਕਰ ਰਹੇ ਆ। ਮੈਂ ਇੱਕ ਮਿੰਟ ਮੈਨੂੰ ਦੇ ਦਿਓ। ਮੋਹਿਤ ਇੱਕ ਮਿੰਟ ਜੀ, ਚੰਦੀ ਜੀ ਬਸ ਮੈਨੂੰ ਗੱਲ ਓਕੇ ਜੀ ਬਸ ਮੈਂ ਜੀ ਰੋਬਿਨ ਜੀ, ਮੋਹਿਤ ਜੀ ਪਲੀਜ਼ ਇਹਨਾਂ ਨੂੰ ਰਿਪੋਰਟਸ ਦੇ ਦਿਓ। ਮੈਂ ਇੰਨੀ ਗੱਲ ਹੀ ਕਰਨੀ ਚਾਹੁੰਦਾ ਮੈਂ ਤੱਥਾਂ ਦੇ ਆਧਾਰ ਬਸ। ਦੂਜੀ ਗੱਲ, ਮੈਂ ਜਿਹੜੇ ਸਾਡੇ ਬੜਾ ਸੰਵੇਦਨਸ਼ੀਲ ਮੁੱਦਾ, ਬੜਾ ਦੁਖਦਾਇਕ ਤੇ ਕੜਾ ਨਿੰਦਣਯੋਗ ਜਿਹੜੀਆਂ ਘਟਨਾਵਾਂ ਸਾਡੇ ਪੰਜਾਬ ਦੇ ਵਿੱਚ, ਸਾਡੇ ਗੁਰੂਆਂ, ਪੀਰਾਂ, ਪੈਗੰਬਰਾਂ ਦਾ ਜਿਨ੍ਹਾਂ ਦੇ ਨਾਮ ਤੇ ਸਾਡਾ ਪੰਜਾਬ ਵਸਦਾ 2015 ਤੋਂ, ਜਿਹੜੀ ਅਸੀਂ ਇਹ ਤਾਂ 86 ਸਾਰੀਆਂ ਗੱਲਾਂ ਤੁਸੀਂ
ਜਿਹੜੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ। 2 ਸਾਲ ਅਕਾਲੀ ਦਲ ਦੀ ਸਰਕਾਰ ਸੀ, ਨਾਲ ਬੀਜੇਪੀ ਦੀ ਭਾਈਵਾਲੀ ਸੀ, ਕੁਛ ਨਹੀਂ ਹੋਇਆ। ਮੈਂ ਮੰਨਦਾ 4 ਸਾਲ ਸਾਡੀ ਸਰਕਾਰ ਤੋਂ ਨਾਕਾਮਯਾਬੀ ਨਾਲ ਪੂਰਾ ਜਿਹੜਾ ਇਹਦਾ ਇਨਸਾਫ ਹੈ, ਖੈਰ ਅਸੀਂ ਕੌਣ ਹੁੰਨੇ ਆ ਗੁਰੂ ਨੇ ਇਨਸਾਫ ਦੇਣ ਵਾਲੇ, ਗੁਰੂ ਤਾਂ ਜਿਹੜਾ ਆਪ ਇਨਸਾਫ ਸਾਰਿਆਂ ਨਾਲ ਕਰਦਾ। ਪਰ ਇੱਕ ਗੱਲ, ਮੋਹਿੰਦਰਪਾਲ ਬਿੱਟੂ ਸੀ ਜਿਹੜਾ ਮੇਨ ਸਸਪੈਕਟ ਸੀ, ਜਿਹੜਾ ਇਹ ਸਾਰੀ ਘਟਨਾ ਚੱਕਰ ਨੂੰ ਵਿਕਟਿਮਾਈਜ਼ ਕਰ ਸਕਦਾ ਸੀ, ਜਿਹੜਾ ਕੁਝ ਦੱਸ ਸਕਦਾ ਸੀ, ਉਹਦਾ ਨਾਭਾ ਜੇਲ੍ਹ ਦੇ ਵਿੱਚ ਕਤਲ ਹੋ ਜਾਂਦਾ। ਫਿਰ ਜਿਹੜਾ ਅੰਮ੍ਰਿਤਸਰ ਦੇ ਵਿੱਚ ਇਹ ਮੰਦਭਾਗੀ ਘਟਨਾ ਬੀਤੇ ਦਿਨੀ ਹੋਈ ਹੈ, ਉਹਦਾ ਵੀ ਕਤਲ ਹੋ ਜਾਂਦਾ। ਕਪੂਰਥਲੇ ਦੇ ਵਿੱਚ ਜਿਹੜਾ ਸ਼ਖਸ ਹੈ ਉਹਦਾ ਵੀ ਕਤਲ ਹੋ ਜਾਂਦਾ। ਮੈਂ ਸਮਝਦਾ ਇਹਨਾਂ ਦੁਸ਼ਟਾਂ ਦੀ ਸਜ਼ਾ ਬਿਲਕੁਲ ਇਹ ਜਿਹੀ ਹੋਣੀ ਚਾਹੀਦੀ ਹੈ, ਪਰ ਇਹਨਾਂ ਨੂੰ ਕੁਝ ਸਮਾਂ, ਮੈਂ ਇਹ ਵੀ ਮੰਨਦਾ, ਮੈਂ ਇਹ ਵੀ ਸਮਝਦਾ, ਮੈਂ ਇਹਨਾਂ ਦੀ ਗੱਲ ਨਾਲ ਇਤਫਾਕ ਰੱਖਦਾ ਕਿ ਸਿਸਟਮ ਤੋਂ, ਸਾਡੀ ਪੁਲਿਸ ਤੋਂ ਜਾਂ ਸਾਡੀਆਂ ਜਿਹੜੀਆਂ ਜਾਂਚ ਏਜੰਸੀਆਂ ਉਹਨਾਂ ਤੋਂ ਸਾਡੇ ਲੋਕਾਂ ਦਾ ਜਿਹੜਾ ਭਰੋਸਾ, ਯਕੀਨ ਹੈ ਉਹ ਉੱਠ ਚੁੱਕਿਆ। ਤਾਂ ਹੀ ਉਹ ਜਿਹੜਾ ਇੰਸਟੈਂਟ ਜਸਟਿਸ ਜਿਹੜਾ ਯਕੀਨ ਰੱਖਦੇ ਆ ਮੌਕੇ ਤੇ ਇਨਸਾਫ ਕਰਨ 'ਚ। ਪਰ ਚਾਹੇ ਉਹ ਪੁਲਿਸ ਨੂੰ ਸੌਂਪਣ ਤੋਂ ਪਹਿਲਾਂ ਮੇਰੀ ਇੱਕ ਬੇਨਤੀ ਸਾਡੇ ਜਿੰਨੇ ਵੀ ਨਾਜ਼ਰੀਨ ਤੇ ਤੁਹਾਡੇ ਸੁਣਨ ਵਾਲੇ ਆ ਉਹਨਾਂ ਨੂੰ, ਜੇਕਰ ਰੱਬ ਨਾ ਕਰੇ ਅੱਗੇ ਤੋਂ ਕਦੇ ਵੀ ਇਹੋ ਜਿਹੀ ਮੰਦਭਾਗੀ ਤੇ ਕੜੀ ਨਿੰਦਣਯੋਗ ਘਟਨਾ ਹੁੰਦੀ ਹੈ ਤਾਂ ਉਸ ਦੁਸ਼ਟ ਨੂੰ ਤੁਸੀਂ ਫੜ ਕੇ ਉਹਦੇ ਤੋਂ ਸਵਾਲ ਕਰੋ, ਉਹਦੇ ਤੋਂ ਇੰਟੈਰੋਗੇਟ ਕਰੋ, ਤਾਂ ਕਿ ਅਸੀਂ ਕਿਸੇ ਨਾ ਕਿਸੇ ਜਿਹੜੇ ਰਿਜ਼ਲਟ ਤੱਕ, ਕਿਸੇ ਨਾ ਕਿਸੇ ਆਊਟਕਮ ਤੱਕ ਪਹੁੰਚ ਸਕੀਏ। ਕਿਉਂਕਿ ਜਿਹੜਾ ਹਰਿਮੰਦਰ ਸਾਹਿਬ ਦੇ ਵਿੱਚ ਜਿਹੜੀ ਘਟਨਾ ਹੋ ਗਈ ਉਹਨੂੰ ਇੰਸਟੈਂਟ ਜਸਟਿਸ ਕਰਤਾ ਦਿੱਤਾ ਗਿਆ, ਪਰ ਜਿਵੇਂ ਸਾਨੂੰ ਅੱਜ ਤੱਕ ਉਹਦਾ ਨਾਮ, ਉਹਦਾ ਪਤਾ, ਉਹਦੇ ਪਰਿਵਾਰ ਦਾ ਵੀ ਪਤਾ ਨਹੀਂ ਲੱਗਦਾ। ਸੋ ਇਹ ਜਿਹੜੀਆਂ ਗੱਲਾਂ ਉਹਨੂੰ ਕੁਝ ਟਾਈਮ ਰੱਖ ਕੇ ਇੰਟੈਰੋਗੇਟ ਕਰਕੇ, ਭਾਵੇਂ ਐਸਜੀਪੀਸੀ ਦੇ ਜਿਹੜੇ ਕਾਰਕੁਨ ਸੀਗੇ ਉਹਨਾਂ ਵੱਲੋਂ ਕੁਝ ਟਾਈਮ ਰੱਖ ਕੇ ਸਵਾਲ ਕੀਤਾ ਜਾਂਦਾ, ਭਾਵੇਂ ਮਾਰ ਕੁੱਟ ਕਰਕੇ, ਭਾਵੇਂ ਜਿਸ ਵੀ ਤਰੀਕੇ ਨਾਲ, ਪਰ ਅਸੀਂ ਕਿਸੇ ਨਾ ਕਿਸੇ ਨਤੀਜੇ ਤੇ ਪਹੁੰਚ ਸਕਦੇ। ਸੋ ਮੇਰੀ ਇਹ ਬੇਨਤੀ ਹੈ ਜੀ। ਸੋ ਅੱਜ ਦਾ ਮੁੱਦਾ ਬਹੁਤ ਠੀਕ ਰਿਹਾ, ਬੜਾ ਵਧੀਆ ਰਿਹਾ, ਬੜੇ ਅਲੱਗ-ਅਲੱਗ ਨੁਮਾਇੰਦਿਆਂ ਨੇ ਬੜੀ ਆਪਣੀ ਜਿਹੜੀ ਵਿਚਾਰ ਚਰਚਾ ਰੱਖੀ ਹੈ। ਸੋ ਅਖੀਰ ਦੇ ਵਿੱਚ ਮੈਂ ਸਾਰਿਆਂ ਨੂੰ 1-1 ਮਿੰਟ ਦੇਣਾ ਚਾਹਾਂਗਾ ਕਿ ਆਪਣੀ ਪਾਰਟੀ ਦੀ ਕੋਈ ਗੱਲ ਰੱਖਣਾ ਚਾਹੁੰਦਾ ਜਾਂ ਆਪਣੇ ਕਿਵੇਂ ਲੋਕ ਤੁਹਾਡੇ ਤੇ ਵਿਸ਼ਵਾਸ ਕਰਨ, ਕਿਉਂਕਿ ਜੋ ਚੀਜ਼ਾਂ ਹਾਲਾਤ ਜਿਹੜੇ ਚੱਲ ਰਹੇ ਨੇ ਅਸਲ ਮੁੱਦੇ ਤੋਂ ਬਹੁਤ ਭਟਕਾਏ ਜਾ ਰਹੇ ਨੇ, ਉਹਨਾਂ ਬਾਰੇ ਤੁਹਾਡੀ ਪਾਰਟੀ ਕਿਵੇਂ ਆਪਣੇ ਆਪ ਲੋਕਾਂ ਨੂੰ ਕਿਵੇਂ ਵਿਸ਼ਵਾਸ ਜਿੱਤਣ ਵਿੱਚ ਕਾਮਯਾਬ ਹੋਵੇਗੀ, ਉਹਦੇ ਬਾਰੇ 1-1 ਮਿੰਟ ਹਰ ਇੱਕ ਪਾਰਟੀ। ਸਭ ਤੋਂ ਪਹਿਲਾਂ ਮੈਂ ਬਲਵਿੰਦਰ ਸਿੰਘ ਭੁੱਲਰ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗਾ। ਭੁੱਲਰ ਸਾਹਿਬ ਕੀ ਕਹਿੰਦੇ ਹੋ? ਮੈਂ ਆਪਣੇ 1 ਮਿੰਟ ਦੇ ਵਿੱਚ ਪਹਿਲਾਂ ਤਾਂ ਸਾਡੇ ਦੋਨਾਂ ਹੀ ਵੀਰਾਂ ਨੂੰ ਇਹ ਕਹੂੰਗਾ ਕਿ ਜਿਹੜੇ ਕਹਿੰਦੇ ਨੇ ਵੀ ਜਾਂਚ ਕਰਨੀ ਬਣਦੀ ਸੀਗੀ, ਉਸ ਬੰਦੇ ਜਿਹੜਾ ਦਰਬਾਰ ਸਾਹਿਬ ਆਇਆ ਸੀ, ਉਸ ਬੰਦੇ ਦੀ ਜਾਂਚ ਤਾਂ ਚਲੋ ਰੁਕ ਗਈ, ਮੈਂ ਮੰਨ ਲੈਣਾ ਤੁਹਾਡੇ ਕਹਿਣ ਨਾਲ ਵੀ ਉਹਦਾ ਕਤਲ ਹੋਣ ਨਾਲ ਰੁਕ ਗਈ। ਪਰ ਕੀ ਅਨੰਦਪੁਰ ਸਾਹਿਬ ਵਾਲਾ ਵੀ ਕਤਲ ਹੋਇਆ? ਅਨੰਦਪੁਰ ਸਾਹਿਬ ਵਾਲਾ ਬੰਦਾ ਹੈਗਾ ਤੁਹਾਡੇ ਕੋਲੇ, ਕਾਂਗਰਸੀ ਸਰਕਾਰ ਹੈਗੀ ਹੈ, ਇਹ ਵੀ ਆਪਣਾ ਜ਼ੋਰ ਲਾਉਣ ਤੇ ਦਿੱਲੀ ਏਜੰਸੀਆਂ ਵੀ ਆਪਣੀ ਮਿਹਰਬਾਨੀ ਕਰਨ। ਬੜੀ ਖੁਸ਼ੀ ਹੋਊਗੀ ਜੇਕਰ ਇਸ ਨੂੰ ਕੋਈ ਕਿਸੇ ਸਿਰੇ ਲਾਉਣ ਦੇ ਵਿੱਚ ਕਾਮਯਾਬ ਹੋਣ, ਕਿਉਂਕਿ ਇਹਨਾਂ ਉੱਤੇ ਬੜਾ ਵੱਡਾ ਪ੍ਰੈਸ਼ਰ ਹੈ, ਇਹ ਜਿਹਾ ਨਹੀਂ ਕਰਦੇ, ਮੈਨੂੰ ਇਸ ਗੱਲ ਦਾ ਵਿਸ਼ਵਾਸ ਹੈ। ਤੇ ਦੂਜੀ ਗੱਲ ਰਹੀ ਤੁਹਾਡੀ ਮੇਰੀ ਪਾਰਟੀ ਵੱਲੋਂ ਇਹ ਹੈਗਾ ਜੀ, ਅਸੀਂ ਲੋਕਾਂ ਨੂੰ ਇਸ ਗੱਲ ਦੀ ਗਰੰਟੀ ਦਿੰਦੇ ਆ ਕਿ ਜਿਹੜਾ ਸਾਡਾ 13 ਨੁਕਾਤੀ ਪ੍ਰੋਗਰਾਮ ਅਸੀਂ ਲੋਕਾਂ 'ਚ ਰਿਲੀਜ਼ ਕੀਤਾ ਉਹ ਹੂ-ਬਹੂ ਲਾਗੂ ਹੋਊਗਾ 5 ਸਾਲਾਂ ਦੇ ਵਿੱਚ ਔਰ ਉਹਨੂੰ ਵਧੀਆ ਢੰਗ ਨਾਲ ਲੋਕਾਂ ਨੂੰ, ਜਿਵੇਂ ਪਹਿਲਾਂ ਪੰਜਾਬ ਤਰੱਕੀ ਦੀਆਂ ਲੀਹਾਂ ਤੇ ਚੱਲਿਆ ਸੀਗਾ, ਉਹਨਾਂ ਲੀਹਾਂ ਦੇ ਉੱਤੇ ਦੁਬਾਰੇ ਚੱਲੂਗਾ। ਅਕਾਲੀ ਸਰਕਾਰ ਵਿੱਚ ਜਿਵੇਂ ਬਿਜਲੀ ਪੈਦਾ ਕੀਤੀ ਸੀ, ਉਸੇ ਤਰ੍ਹਾਂ ਹੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਮੁੱਦੇ ਅਕਾਲੀ ਦਲ ਨੇ ਲਏ ਨੇ, ਚਾਹੇ ਉਹ ਬੱਚਿਆਂ ਨੂੰ ਪੜ੍ਹਾਈ ਵਾਸਤੇ ਲੋਨ ਦੇਣ ਦਾ ਹੈ, ਚਾਹੇ ਉਹ ਮੈਡੀਕਲ ਦਾ ਹੈ, ਚਾਹੇ ਉਹ ਸਿੱਖਿਆ ਦਾ ਹੈ, ਤੇ ਚਾਹੇ ਉਹ ਹੋਰ ਕਿਸੇ ਮੁੱਦੇ ਨੇ ਕਿਸੇ ਤਰ੍ਹਾਂ ਦੇ, ਜਾਂ ਲੋਕਾਂ ਨੂੰ ਮਾਇਕ ਮਦਦ ਦੇਣ ਦੀ ਗੱਲ ਕਹੀ ਹੈਗੀ, ਉਹ ਜਿਵੇਂ ਪਹਿਲਾਂ ਸਾਰੇ ਵਾਅਦੇ ਅਕਾਲੀ ਦਲ ਨੇ ਪੂਰੇ ਕੀਤੇ ਨੇ, ਇਸੇ ਤਰ੍ਹਾਂ ਹੀ ਅਕਾਲੀ ਦਲ ਉਹਦੇ ਪੂਰੇ ਕਰਦਾ ਰਿਹਾ, ਕਰੇਗਾ। ਇਸ ਗੱਲ ਦਾ ਲੋਕਾਂ ਨੂੰ ਵਿਸ਼ਵਾਸ ਹੈ। ਗਰੰਟੀ ਉਹਦੀ ਹੁੰਦੀ ਹੈ ਜਿਹੜਾ ਲੋਕਾਂ ਦੇ ਵਿੱਚ ਬੈਠਾ ਹੋਵੇ, ਜਿਹੜਾ ਬਾਹਰੋਂ ਆ ਕੇ ਗਰੰਟੀ ਦਿੰਦਾ ਹੋਵੇ ਉਸ ਤੇ ਗਰੰਟੀਆਂ ਤੇ ਵਿਸ਼ਵਾਸ ਨਹੀਂ ਕੀਤਾ। ਆਪਾਂ ਐਲੀਗੇਸ਼ਨ ਵੱਲ ਨਹੀਂ ਵਧਦੇ। ਓਕੇ ਜੀ ਠੀਕ ਹੈ ਜੀ। ਆਮ ਆਦਮੀ ਪਾਰਟੀ ਦੇ ਰਮਨ ਚੰਦੀ ਜੀ, ਬਿਨਾਂ ਐਲੀਗੇਸ਼ਨ ਤੋਂ ਸਿੱਧਾ ਤੁਸੀਂ ਆਪਣੀ ਪਾਰਟੀ ਦਾ ਪੁਆਇੰਟ ਅੱਗੇ ਰੱਖ ਸਕਦੇ ਹੋ। ਜਿਸ ਤਰ੍ਹਾਂ ਪਿਛਲੇ 70 ਸਾਲਾਂ ਤੋਂ ਪੰਜਾਬ ਦੇ ਅੰਦਰ ਹੋ ਰਿਹਾ ਹੈ, ਇਹ 70 ਸਾਲਾਂ ਦੇ ਰਾਜ ਦੇ ਦੌਰਾਨ ਅਕਾਲੀ ਦਲ, ਭਾਜਪਾ, ਕਾਂਗਰਸ ਨੇ ਰਾਜ ਕੀਤਾ। ਕਿਸੇ ਨੇ 60 ਪੈਸੇ ਕੀਤਾ, ਕਿਸੇ ਨੇ 40 ਪੈਸੇ ਕੀਤਾ। ਗਲੀਆਂ ਨਾਲੀਆਂ ਦੇ ਨਾਂ ਨੂੰ ਇਹ ਵਿਕਾਸ ਦੱਸੀ ਜਾਂਦੇ ਨੇ। ਸਾਡੇ ਲੋਕ ਜਜ਼ਬਾਤੀ, ਭੋਲੇ ਭਾਲੇ ਇਹਨਾਂ ਦੇ ਕਹਿਣੇ ਚ ਆਏ ਰਹੇ ਨੇ। ਸਾਰਿਆਂ ਨਾਲੋਂ ਵੱਡੀ ਆਮ ਆਦਮੀ ਪਾਰਟੀ ਦੀ ਜਿਹੜੀ ਤਰਜੀਹ ਰਹੂਗੀ ਕਿ ਗਰੀਬ ਵਰਗ ਨੂੰ ਔਰ ਮਿਡਲ ਵਰਗ ਨੂੰ
ਕਿਸ ਤਰ੍ਹਾਂ ਉੱਪਰ ਚੱਕਿਆ ਜਾਣਾ ਹੈ, ਐਜੂਕੇਸ਼ਨ ਸਿਸਟਮ ਕਿਸ ਤਰ੍ਹਾਂ ਸਹੀ ਕਰਨਾ ਪੰਜਾਬ ਦੇ ਅੰਦਰ, ਹੈਲਥ ਸਿਸਟਮ ਨੂੰ ਕਿਸ ਤਰ੍ਹਾਂ ਲਾਗੂ ਚੰਗੇ ਢੰਗ ਨਾਲ ਕਰਨਾ ਹੈ, ਕੀ ਉਹਨਾਂ ਨੂੰ ਸਹੂਲਤਾਂ ਚਾਹੀਦੀਆਂ ਨੇ। ਇਹਨਾਂ ਸਾਰੀਆਂ ਗੱਲਾਂ ਨੂੰ ਕੇਂਦਰਿਤ ਕਰਕੇ ਉਸ ਹਿਸਾਬ ਦੇ ਨਾਲ ਆਮ ਆਦਮੀ ਪਾਰਟੀ ਗਰੰਟੀ ਦੇ ਤੌਰ ਤੇ ਦੇ ਰਹੀ ਹੈ, ਕਿਉਂਕਿ ਗਰੰਟੀ ਦਾ ਮਤਲਬ ਹੈ ਇਸੇ ਗਰੰਟੀਆਂ ਦੇ ਤੌਰ ਤੇ ਦਿੱਲੀ ਦੇ ਵਿੱਚ ਸੁਧਾਰ ਹੋਏ ਨੇ, ਕਿਉਂਕਿ ਪੰਜਾਬ ਔਰ ਦਿੱਲੀ ਦੇ ਵਿੱਚ ਇੱਕ ਪਰਿਵਾਰਕ ਨਾਤਾ ਹੈ, ਲੋਕ ਇੱਕ ਦੂਜੇ ਦੇ ਰਿਸ਼ਤੇਦਾਰੀਆਂ ਦੇ ਨਾਲ ਜੁੜਾਵ ਹੈ ਲੋਕਾਂ ਦਾ। ਅੱਧਾ ਪੰਜਾਬ ਦਿੱਲੀ ਦੇ ਵਿੱਚ ਬੈਠਾ, ਇਹ ਮੇਰੇ ਔਰ ਤੁਹਾਡੇ ਕਹਿਣ ਨਾਲ ਨਹੀਂ, ਕਿਉਂਕਿ ਲੋਕ ਉੱਥੇ ਦੀ ਅਸਲੀਅਤ ਨੂੰ ਜਾਣਦੇ ਨੇ ਕਿ 50 ਸਾਲਾਂ 'ਚ ਉੱਥੇ ਕਿੰਨੇ ਸੁਧਾਰ ਹੋਏ ਨੇ। ਇਸ ਕਰਕੇ ਉਹਨਾਂ ਸੁਧਾਰਾਂ ਨੂੰ ਵੀ ਅਸੀਂ ਅੱਗੇ ਲੜੀ ਵਧਾਉਂਦੇ ਹੋਏ ਪੰਜਾਬ 'ਚ ਵੀ ਲਾਗੂ ਕਰਾਂਗੇ ਔਰ ਪੰਜਾਬ ਨੂੰ ਇੱਕ ਖੁਸ਼ਹਾਲ ਪੰਜਾਬ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਜੀ, ਕਾਂਗਰਸ ਪਾਰਟੀ ਦੇ ਰੋਬਿਨ ਭੁੱਲਰ ਜੀ ਕੀ ਕਹਿੰਦੇ ਹੋ ਆਖਰੀ 1 ਮਿੰਟ 'ਚ? ਮੋਹਿਤ ਜੀ, ਮੇਰੀ ਗੱਲ ਦੇ ਵਿੱਚ ਆਪਣੀ ਸਰਕਾਰ ਦੀ ਵੀ ਪ੍ਰਾਪਤੀ ਹੋਊਗੀ ਤੇ ਚੰਦੀ ਸਾਹਿਬ ਦੀ ਗੱਲਾਂ ਦਾ ਜਵਾਬ। ਗਰੀਬਾਂ ਦੀ ਭਲਾਈ ਦੀ ਜਿੱਥੋਂ ਤੱਕ ਗੱਲ ਹੈ, ਬਿਲਕੁਲ ਮੋਹਿਤ ਜੀ ਵਾਈਂਡ ਅਪ ਕਰ ਰਹੇ ਹਾਂ। ਜਿਹੜੇ ਮੁਲਾਜ਼ਮ 36,000 ਪੱਕੇ ਕਰਨ ਦੀ ਕੈਬਨਿਟ ਦੇ ਵਿੱਚ ਮਨਜ਼ੂਰੀ ਮਿਲ ਚੁੱਕੀ ਹੈ, ਬਸੀਰਾ ਸਕੀਮ ਤਹਿਤ 250 ਮਿਲ ਚੁੱਕਿਆ ਹੈ। ਗਰੀਬਾਂ ਦੀ ਜਿੱਥੋਂ ਤੱਕ ਗੱਲ ਹੈ, ਉਹ ਦਿੱਲੀ ਦੇ ਵਿੱਚ ਬਹੁਤ ਅਪਲਾਈ ਕਰਤੀ ਸ਼ੈਲਟਰ ਬੋਰਡ ਨੇ, ਮੈਂ ਤੁਹਾਨੂੰ ਪਹਿਲਾਂ ਦੱਸਤਾ। ਹੈਲਥ ਸਿਸਟਮ ਦੀ ਗੱਲ ਹੈ, ਉਹ ਹੈਲਥ ਸਿਸਟਮ ਜਿਹਦਾ ਕੋਵਿਡ ਦੇ ਵਿੱਚ ਦਿੱਲੀ 'ਚ ਜਨਾਜ਼ਾ ਨਿਕਲ ਗਿਆ ਸੀ ਤੇ ਪੰਜਾਬ 'ਚ ਆ ਕੇ ਲੋਕਾਂ ਨੇ ਇਲਾਜ ਕਰਵਾਇਆ, ਆਪਣਾ ਲੋਕਾਂ 'ਚ ਵਿਸ਼ਵਾਸ ਨਹੀਂ ਬਣਾਉਣਾ, ਉਹਦੇ ਬਾਰੇ ਗੱਲ ਕਰ ਸਕਦੇ ਹੋ, ਕਿਉਂਕਿ ਇੱਥੇ ਫਿਰ ਐਜੂਕੇਸ਼ਨ ਵੱਲ ਵਧੀ ਜਾਣਾ ਆਪਾਂ। ਐਲੀਗੇਸ਼ਨ ਨਹੀਂ, ਮੈਂ ਤੁਹਾਨੂੰ ਇਹ ਦੱਸ ਰਿਹਾ ਮੋਹਿਤ ਜੀ, ਤੁਸੀਂ ਕੰਪੈਰੀਜ਼ਨ ਨਾ ਕਰੋ, ਤੁਸੀਂ ਆਪਣੀ ਪਾਰਟੀ ਦੀ ਗੱਲ ਕਰ ਸਕਦੇ ਹੋ। ਮੈਂ ਬਿਲਕੁਲ ਐਜੂਕੇਸ਼ਨ ਪੰਜਾਬ ਦੀ ਪਰਫਾਰਮੈਂਸ ਗ੍ਰੇਡਿੰਗ ਇੰਡੈਕਸ ਦੇ ਵਿੱਚ ਪਹਿਲੇ ਨੰਬਰ ਤੇ ਪੂਰੇ ਇੰਡੀਆ ਦੇ ਵਿੱਚੋਂ ਸਾਡੇ ਸਕੂਲ ਪਹਿਲੇ ਨੰਬਰ ਤੇ ਆਏ ਆ। ਤੇ ਜਿਹੜੇ ਵੱਡੇ ਮਸਲੇ ਨਸ਼ਿਆਂ ਦੇ ਤੇ ਬੇਅਦਬੀ ਦੇ, ਨਸ਼ਿਆਂ ਦਾ ਜਿਹੜਾ ਮੈਂ ਯਕੀਨ ਦਿਵਾਉਣਾ ਕਿ ਕਾਂਗਰਸ ਸਰਕਾਰ ਨੇ ਆਪਣੇ ਲੀਡਰ ਗਵਾਏ, ਆਪਣਾ ਜਿਹੜਾ ਲੀਡਰਸ਼ਿਪ ਦਾ ਤਖਤਾ ਪਲਟ ਕੀਤਾ ਇਹਨਾਂ ਵੱਡੇ 2 ਮਸਲਿਆਂ ਨੂੰ ਲੈ ਕੇ, ਬੇਅਦਬੀ ਤੇ ਨਸ਼ਿਆਂ ਦਾ ਮੁੱਦਾ। ਉਹ ਮੈਂ ਆਸ ਕਰਦਾ ਤੇ ਆਪਣੀ ਪਾਰਟੀ ਵੱਲੋਂ ਯਕੀਨ ਦਿਵਾਉਣਾ ਕਿ ਕੋਰਟ ਤੋਂ ਪਹਿਲਾਂ ਅਸੀਂ ਇਹਨਾਂ ਮੁੱਦਿਆਂ ਨੂੰ ਹੱਲ ਕਰਕੇ ਮੋਸਟਲੀ ਆਲਮੋਸਟ ਕੰਪਲੀਟ ਕਰਕੇ ਅਸੀਂ ਆਪਣੀ ਜਿਹੜੀ ਪਾਵਰ ਹੈਂਡਓਵਰ ਕਰਾਂਗੇ। ਜੀ ਠੀਕ, ਅਸੀਂ ਵੀ ਇਹੀ ਉਮੀਦ ਕਰਦੇ ਹਾਂ ਕਿ ਲੋਕਾਂ ਦੇ ਜਿਹੜੇ ਅਸਲੀ ਮੁੱਦੇ ਨੇ ਉਹਨਾਂ ਤੇ ਵੀ ਖੁੱਲ੍ਹ ਕੇ ਚਰਚਾ ਹੋਵੇਗੀ ਤੇ ਉਹ ਹੱਲ ਵੀ ਛੇਤੀ ਹੋਣਗੇ। ਸੋ ਇਸੇ ਵਾਅਦੇ ਦੇ ਨਾਲ ਕਿ ਮੈਂ ਦੁਬਾਰਾ ਫੇਰ ਮਿਲਾਂਗਾ ਇਸੇ ਪ੍ਰੋਗਰਾਮ ਦੇ ਵਿੱਚ। ਅੱਜ ਤੁਹਾਡੇ ਕੋਲ ਲੈਣਾ ਇਜਾਜ਼ਤ, ਧੰਨਵਾਦ।